हम पछाणा। जन ऊपर प्रभ भय दयाल, जन के टेक एक गोपाल। एका लेवाहे को मन पाओ, सर्व निधान जन कै हर नाओ। पार ब्रह्म स्यों लागे प्रेत, निर्मल करणे साचे रेत। गुरपुर मिटया अंधियारा, नानक का प्रभ अपर अपारा। पार ब्रह्म स्यों लागे प्रेत, निर्मल करणे साचे रेत। गुरपुर मिटया अंधियारा, नानक का प्रभ अपर अपारा। वाहिगुरु जी का खालसा, वाहिगुरु जी की फतेह। परम पिता परमेश्वर अकाल पुरख वाहिगुरु जी दे सरगुण सरूप, दसां ही पातशाहियां जी दे पावन आत्मिक स्वरूप, तखत चवर छतर सिंहासन के मालिक, बाणी के बोहित नाम के जहाज, सर्व कला समरथ हाजर नाजर प्रतख सतगुरु प्रगट गुरां की देह। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਛਤਰ ਛਾਇਆ ਦੇ ਹੇਠ, ਸਾਹਿਬੇ ਕਮਾਲ ਚੋਜੀ ਪ੍ਰੀਤਮ ਵਾਲੀਏ ਕੁਲ ਆਲਮ ਨੂਰੇ ਕਾਇਨਾਤ, ਸਰਬੰਸ ਦਾਨੀ ਤਖਤਾਂ ਵਾਲੇ ਤਾਜਾਂ ਵਾਲੇ ਫੌਜਾਂ ਵਾਲੇ ਬਾਜਾਂ ਵਾਲੇ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਾਵਨ ਸਤਜੁਗੀ ਤਪ ਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਹਾਜ਼ਰੀਆਂ ਭਰ ਰਹੀ ਸਤਿਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਵੱਡੀ ਭਾਰੀ ਦਇਆਲਤਾ ਕਿਰਪਾਲਤਾ ਬਖਸ਼ਿਸ਼ ਰਹਿਮਤ ਹੋਈ ਹੈ, ਜੋ ਸਤਿਗੁਰੂ ਸਾਹਿਬ ਜੀ ਸਾਨੂੰ ਸਾਰਿਆਂ ਨੂੰ ਆਪਣੇ ਮੁਬਾਰਕ ਚਰਨਾਂ ਦੀਆਂ ਹਾਜ਼ਰੀਆਂ ਬਖਸ਼ ਕਰਕੇ ਸਾਡੇ ਸਮੇਂ ਅਤੇ ਸਵਾਸਾਂ ਨੂੰ ਸਫਲਿਆਂ ਕਰ ਰਹੇ ਨੇ। ਸਾਨੂੰ ਕਲਯੁਗੀ ਜੀਵਾਂ ਨੂੰ ਪਾਪਾਂ ਤੋਂ ਬਚਾਉਣ ਵਾਸਤੇ, ਅਗਿਆਨਤਾ ਅਵਿਦਿਆ ਅਸਮਤਾ ਤੋਂ ਬਚਾਉਣ ਵਾਸਤੇ, ਆਪਣੇ ਨਾਮ ਦਾ ਪ੍ਰਕਾਸ਼ ਬਖਸ਼ਣ ਵਾਸਤੇ, ਗਿਆਨ ਦੇਣ ਵਾਸਤੇ ਆਪਣੇ ਚਰਨਾਂ ਦੀਆਂ ਹਾਜ਼ਰੀਆਂ ਬਖਸ਼ਿਸ਼ ਕਰ ਰਹੇ ਹਨ। ਵੱਡਿਆਂ ਭਾਗਾਂ ਵਾਲਿਆਂ ਨੇ ਆ ਕਰਕੇ ਸਤਿਗੁਰੂ ਜੀ ਦੇ ਦਰਸ਼ਨ ਦੀਦਾਰ ਕਰਕੇ ਮੁਬਾਰਕ ਚਰਨ ਕਮਲਾਂ ਵਿਖੇ ਹਾਜ਼ਰੀਆਂ ਭਰ ਕੇ ਅੰਮ੍ਰਿਤਮਈ ਗੁਰਬਾਣੀ ਨੂੰ ਪੜ੍ਹ ਕਰਕੇ ਸਰਵਣ ਕਰਕੇ ਗਾਇਨ ਕਰਕੇ ਵੱਡੇ ਭਾਰੀ ਲਾਹੇ ਪ੍ਰਾਪਤ ਕਰਨਾ ਕੀਤੇ ਨੇ, ਆਤਮਿਕ ਸੁਖ ਨੂੰ ਮਾਨਣਾ ਕੀਤਾ ਹੈ। ਸਤਿਗੁਰਾਂ ਦੇ ਪਾਵਨ ਦਰਬਾਰ ਤਖਤ ਸਾਹਿਬ ਜੀ ਦੀ ਮਰਿਆਦਾ ਦੇ ਅਨੁਸਾਰ ਹੁਣ ਵਕਤ ਹੈ ਸਤਿਗੁਰੂ ਜੀ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਨੂੰ ਸਰਵਣ ਕਰਨੇ ਦਾ। ਸਭ ਤੇ ਊਤਮ ਹਰਿ ਕੀ ਕਥਾ, ਨਾਮ ਸੁਨਤ ਦਰਦ ਦੁਖ ਲੱਥਾ। ਨਾਮ ਬਾਣੀ ਦੀ ਕਥਾ ਦੁਆਰਾ ਗੁਰ ਚਰਨਾਂ ਦੇ ਨਾਲ ਜੁੜਦਿਆਂ ਹੋਇਆਂ ਵਡਭਾਗੇ ਬਣਨ ਦਾ ਯਤਨ ਕਰੀਏ ਜੀ। ਰਸਨਾ ਦੀ ਪਵਿੱਤਰਤਾ ਅਤੇ ਹਿਰਦੇ ਦੀ ਇਕਾਗਰਤਾ ਦੇ ਵਾਸਤੇ ਸਹਿਤ ਪਿਆਰ ਦੇ ਉਚਾਰਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ, ਗੁਰਬਾਣੀ ਦੇ ਮੁਜੱਸਮੇ, ਸਰਬਤ ਜੀਆਂ ਦੇ ਤਾਰਨਹਾਰ, ਧੀਰਜ ਧਾਰੀ ਪਰ ਉਪਕਾਰੀ ਗੁਰਦੇਵ ਪਿਤਾ
ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੇ ਪਾਸ ਜਗਿਆਸੂ ਜਨਾਂ ਨੇ ਬੇਨਤੀ ਕੀਤੀ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਪੂਰੇ ਗੁਰੂ ਦੀ ਪਛਾਣ ਕੀ ਹੈ, ਲੱਛਣ ਕੀ ਨੇ ਪੂਰੇ ਗੁਰੂ ਦੇ? ਦੁਨੀਆ ਦੇ ਅੰਦਰ ਸੱਚ ਦੇ ਨਾਲੋਂ ਝੂਠ ਜ਼ਿਆਦਾ ਹੈ, ਤੇ ਸੱਚ ਦੀ ਪਰਖ ਵਾਸਤੇ ਕੋਈ ਨਾ ਕੋਈ ਪੈਮਾਨਾ ਹੁੰਦਾ ਹੈ। ਅਸਲੀ ਸੋਨੇ ਦੇ ਨਾਲੋਂ ਨਕਲੀ ਸੋਨੇ ਦੀ ਬਹੁਤਾ ਹੈ ਬਾਜ਼ਾਰਾਂ ਦੇ ਵਿੱਚ, ਮਾਰਕੀਟਾਂ ਦੇ ਅੰਦਰ, ਪਰ ਅਸਲੀ ਸੋਨੇ ਨੂੰ ਪਰਖਣ ਵਾਸਤੇ ਕਸਵੱਟੀ ਹੈ। ਜਗਤ ਦੇ ਅੰਦਰ, ਸੰਸਾਰ ਦੇ ਅੰਦਰ ਹੀਰਿਆਂ ਦੀ ਗਿਣਤੀ ਘੱਟ ਹੈ, ਪਰ ਬਲੌਰਾਂ ਦੀ, ਕੱਚ ਦੇ ਬਲੌਰਾਂ ਦੀ ਗਿਣਤੀ ਵੱਧ ਹੈ, ਪਰ ਹੀਰੇ ਦੀ ਪਰਖ ਹੈ। ਮਹਾਰਾਜ ਦੁਨੀਆ ਦੇ ਅੰਦਰ ਜਿਤਨੀਆਂ ਵੀ ਕੀਮਤੀ ਚੀਜ਼ਾਂ ਨੇ, ਸਭਨਾਂ ਦੀ ਨਕਲ ਬਹੁਤ ਜ਼ਿਆਦਾ ਹੈ, ਪਰ ਸੱਚੀ ਵਸਤੂ ਦੀ ਪਹਿਚਾਣ ਵਾਸਤੇ ਕੋਈ ਨਾ ਕੋਈ ਪੈਮਾਨਾ ਹੋਇਆ ਕਰਦਾ ਹੈ, ਗੁਣ ਹੋਇਆ ਕਰਦੇ ਨੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਅੰਮ੍ਰਿਤ ਬਚਨ ਉਹ ਨੇ, ਤਰਦਾ ਉਹ ਹੈ ਜਿਸ ਨੂੰ ਪੂਰਿਆਂ ਸਤਿਗੁਰਾਂ ਨੇ ਆਪਣੇ ਚਰਨੀ ਲਾ ਲਿਆ। ਗੁਰ ਪੂਰੈ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ। ਮਹਾਰਾਜ ਜੀ ਆਪ ਜੀ ਨੇ ਜਿੱਥੇ ਗੁਰੂ ਦੀ ਮਹਾਨਤਾ ਦ੍ਰਿੜ ਕਰਾਈਏ, ਪੂਰੇ ਗੁਰੂ ਨੂੰ ਧਾਰਨ ਕਰਨੇ ਤੇ ਵੀ ਆਪ ਜੀ ਨੇ ਉਪਦੇਸ਼ ਦ੍ਰਿੜ ਕਰਵਾਵਣਾ ਕੀਤਾ। ਸਿੱਖੋ, ਗੁਰੂ ਤੇ ਧਾਰਨ ਕਰਨਾ, ਪਰ ਕੱਚਾ ਬਿੱਲਾ ਨਾ ਹੋਵੇ, ਅੱਧਾ ਅਧੂਰਾ ਨਾ ਹੋਵੇ, ਉਹ ਨਾਮ ਦਾ ਰਸੀਆ ਹੋਵੇ, ਕਾਮ ਦਾ ਰਸੀਆ ਨਾ ਹੋਵੇ। ਤੇ ਮਹਾਰਾਜ ਜੀ ਬਾਹਰੇ ਲਿਬਾਸ ਤੇ ਝੂਠਿਆਂ ਦੇ ਵੀ ਸੱਚਿਆਂ ਵਰਗੇ ਪ੍ਰਤੀਤ ਹੁੰਦੇ ਨੇ। ਐਸਾ ਕੋਈ ਪੈਮਾਨਾ, ਐਸੀਆਂ ਨਿਸ਼ਾਨੀਆਂ, ਐਸੇ ਸ਼ੁਭ ਗੁਣਾ ਰੂਪੀ ਲੱਛਣ ਹੋਣਗੇ ਜਿਸ ਦੇ ਨਾਲ ਪੂਰੇ ਸਤਿਗੁਰੂ ਜੀ ਦੀ ਪਹਿਚਾਣ ਆ ਜਾਵੇ ਕਿ ਪੂਰਾ ਸਤਿਗੁਰੂ ਜੀ ਕੌਣ ਹੈ। ਸੱਚੇ ਪਾਤਸ਼ਾਹ ਕਿਰਪਾ ਕਰਕੇ ਪੂਰੇ ਸਤਿਗੁਰਾਂ ਦੇ ਸ਼ੁਭ ਲੱਛਣ ਸਾਨੂੰ ਦੱਸਣਾ ਕਰੋ ਜੀ, ਜਿਸ ਦੇ ਨਾਲ ਅਸੀਂ ਤੇ ਆਉਣ ਵਾਲੇ ਸਮੇਂ ਦੇ ਅੰਦਰ ਸਾਡੀਆਂ ਪੀੜ੍ਹੀਆਂ ਭਰਮ ਕਰਕੇ ਕੱਚਿਆਂ ਪਿੱਲਿਆਂ ਦੇ ਦਰ ਤੇ ਜਾ ਕਰਕੇ ਆਪਣਾ ਜੀਵਨ ਬਰਬਾਦ ਨਾ ਕਰ ਲੈਣ। ਮਹਾਰਾਜ ਪੂਰੇ ਗੁਰੂ ਦੀ ਸਾਨੂੰ ਸਮਝ ਪੈਂਦੀ ਰਵੇ। ਜਿਹੜੇ ਸੰਸਾਰ ਦੇ ਅਗਿਆਨੀ ਲੋਕ ਨੇ, ਭੁੱਲੜ ਲੋਕ ਨੇ, ਉਹਨਾਂ ਤੱਕ ਵੀ ਆਪ ਜੀ ਦਾ ਉਪਦੇਸ਼ ਪਹੁੰਚੇ ਤੇ ਆਪ ਜੀ ਦੇ ਉਪਦੇਸ਼ ਦੁਆਰਾ ਪਰਖ ਕਰਕੇ ਕੱਚੇ ਗੁਰੂ ਨੂੰ ਤਿਆਗ ਕਰਕੇ ਪੱਕੇ ਗੁਰੂ ਦੇ ਚਰਨੀ ਆ ਲੱਗਣ, ਸੱਚੇ ਗੁਰੂ ਦੇ ਚਰਨੀ ਆ ਲੱਗਣ। ਮਹਾਰਾਜ ਝੂਠ ਦਾ ਤਿਆਗ ਕਰਕੇ ਸੱਚ ਸਵਰੂਪ ਗੁਰਾਂ ਦੇ ਚਰਨੀ ਲੱਗਣ। ਕਿਰਪਾ ਕਰਕੇ ਸੱਚੇ ਸਤਿਗੁਰਾਂ ਦੇ ਲੱਛਣ ਜੋ ਹਨ ਕਹਿ ਕਰਕੇ ਸਰਵਣ ਕਰਾਓ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਗੁਆਰੇਰੀ ਜਾਤੀ ਵਾਲੇ ਗੌੜੀ ਰਾਗ ਦੇ ਅੰਦਰ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਹਨ ਜੀ। ਬੰਧਨ ਤੋੜ ਬੁਲਾਵੇ ਰਾਮ। ਪਿਆਰਿਓ, ਪੂਰੇ ਸਤਿਗੁਰੂ ਜੀ ਦੀਆਂ ਬੇਅੰਤ ਵਡਿਆਈਆਂ ਨੇ ਤੇ ਬੇਅੰਤ ਮਹਿਮਾ ਹੈ। ਸ੍ਰੇਸ਼ਟ ਗੁਣ ਵੀ ਬਹੁਤ ਜ਼ਿਆਦੇ ਨੇ। ਸਾਰੇ ਕਥਨ ਕਰਨੇ ਜਿਹੜੇ ਨੇ ਨਾ, ਉਹ ਅਤਿਅੰਤ ਕਠਿਨ ਨੇ। ਸਾਰੇ ਗੁਣ, ਸਾਰੀ ਮਹਿਮਾ, ਸਾਰੀ ਸਮਗਰ ਵਡਿਆਈ ਤੇ ਪੂਰੇ ਸਤਿਗੁਰੂ ਜੀ ਦੀ ਕਹੀ ਨਹੀਂ ਜਾ ਸਕਦੀ। ਪਰ ਕੁਝ ਕੁ ਐਸੇ ਗੁਣ ਜਿਹੜੇ ਦੇਖਦਿਆਂ ਸਾਰੀ ਪ੍ਰਭਾਵ ਪਾਉਂਦੇ ਨੇ ਤੇ ਪ੍ਰਤੱਖ ਨਜ਼ਰ ਆਉਂਦੇ ਨੇ, ਜਿਸ ਤੋਂ ਪਹਿਚਾਣ ਹੋਵੇ ਪੂਰਾ ਸਤਿਗੁਰੂ ਕੌਣ ਹੈ, ਤੁਹਾਨੂੰ ਦੱਸਣਾ ਕਰਦੇ ਹਾਂ। ਪਿਆਰਿਓ, ਪੂਰੇ ਗੁਰੂ ਜੀ ਦਾ ਸ਼ੁਭ ਲੱਛਣ ਇਹ ਹੁੰਦਾ ਹੈ, ਬੋਲਾਵੇ ਰਾਮ। ਪੂਰਾ ਸਤਿਗੁਰੂ ਜੀ ਰਾਮ ਦੇ ਨਾਮ ਨੂੰ ਬੁਲਾਉਂਦਾ ਹੈ, ਵਾਹਿਗੁਰੂ ਜੀ ਦੇ ਨਾਮ ਨੂੰ ਜਪਾਉਂਦਾ ਹੈ। ਜਿਹੜੇ ਕੱਚੇ ਪਿੱਲੇ ਹੁੰਦੇ ਨੇ ਨਾ, ਉਹ ਆਪਣੇ ਨਾਮ ਦੀ ਜੈ ਜੈਕਾਰ ਕਰਾਉਂਦੇ ਨੇ, ਉਹ ਆਪਣਾ ਨਾਮ ਬੁਲਾਉਂਦੇ ਨੇ। ਇੱਥੋਂ ਤੱਕ ਦੇਵੀਆਂ ਦੇਵਤੇ ਵੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਪਾਸੋਂ ਸ਼ਕਤੀਆਂ ਲੈ ਕਰਕੇ ਸੰਸਾਰ ਤੇ ਆਏ, ਜਾਂ ਇਵੇਂ ਕਹਿ ਦਈਏ ਵਾਹਿਗੁਰੂ ਜੀ ਨੇ ਕੁਝ ਕਲਾ ਦੇ ਕਰਕੇ, ਸ਼ਕਤੀਆਂ ਦੇ ਕਰਕੇ ਸੰਸਾਰ ਤੇ ਭੇਜਿਆ ਤੇ ਉਹਨਾਂ ਨੇ ਵੀ ਆਪਣੇ ਆਪ ਨੂੰ ਵੱਡੇ ਅਖਵਾਇਆ, ਆਪਣੇ ਆਪ ਨੂੰ ਈਸ਼ਵਰ ਅਖਵਾਇਆ, ਆਪਣੇ ਆਪ ਨੂੰ ਰੱਬ ਅਖਵਾ ਕਰਕੇ ਪੂਜਾ ਕਰਾਈ ਹੈ। ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਵਨਾ ਕਰਦੇ ਨੇ ਨਾ, ਮਹਾਦੇਵ ਅਚੁੱਤ ਕਹਵਾਇਓ। ਮਹਾਦੇਵ ਕਹਿੰਦੇ ਜੀ ਮੈਂ ਹੀ ਅਚੁੱਤ ਹਾਂ, ਮੈਂ ਅਗੇੜ ਹਾਂ, ਮੈਂ ਸਥਿਰ ਹਾਂ। ਇਸੇ ਪ੍ਰਕਾਰ ਵਿਸ਼ਨ ਆਪ ਹੀ ਕੋ ਠਹਿਰਾਇਓ। ਤੇ ਵਿਸ਼ਨੂੰ ਜੀ ਕਹਿੰਦੇ ਜੀ ਮੈਂ ਹੀ ਭਗਵਾਨ ਹੈ, ਮੈਂ ਹੀ ਸਭਨਾਂ ਦਾ ਰਿਜ਼ਕ ਦਾਤਾ ਹੈ, ਮੈਨੂੰ ਜਪੋ। ਬ੍ਰਹਮਾ ਆਪ ਪਾਰ ਬ੍ਰਹਮ ਬਖਾਨਾ, ਤੇ ਬ੍ਰਹਮਾ ਆਪਣੇ ਆਪ ਨੂੰ ਪਾਰ ਬ੍ਰਹਮ ਅਖਵਾਉਂਦਾ ਜੀ ਮੈਂ ਹੀ ਪਾਰ ਬ੍ਰਹਮ ਹੈ। ਸ੍ਰਿਸ਼ਟੀ ਤੇ ਮੈਂ ਰਚਦਾ, ਜੇ ਮੈਂ ਰਚਨਾ ਹੀ ਨਾ ਕਰਾਂ ਤੇ ਸ੍ਰਿਸ਼ਟੀ ਕਿੱਥੋਂ ਆਵੇਗੀ। ਇਸ ਪ੍ਰਕਾਰ ਇਹ ਗੱਲ ਕੇਵਲ ਤਾਂ ਕੇਵਲ 3 ਦੇਵਤਿਆਂ ਦੀ ਹੀ ਨਹੀਂ, ਇਹਨਾਂ ਤੋਂ ਅੱਗੇ 33 ਕਰੋੜ ਦੇਵਤੇ, 9 ਕਰੋੜ ਦੇਵੀਆਂ, 1.25 ਲੱਖ ਪੈਗੰਬਰ,
ਸੰਸਾਰ ਦੇ ਅੰਦਰ ਬੇਅੰਤ ਮਹਾਤਮਾ ਇਤਿਆਦਿਕ ਇੱਕ ਤੇ ਵਾਹਿਗੁਰੂ ਜੀ ਦੀ ਸਤਿਗੁਰੂ ਜੀ ਦੀ ਗੁਰਮਤਿ ਨੂੰ ਧਾਰਨ ਕਰਨ ਵਾਲੇ ਨੇ, ਇੱਕ ਹਠ ਯੋਗ ਵਾਲੇ ਮਹਾਤਮਾ ਨੇ। ਜਿਵੇਂ ਸਿੱਧ ਹੋ ਗਏ, ਪੀਰ ਹੋ ਗਏ, ਸ਼ਕਤੀਆਂ ਪ੍ਰਾਪਤ ਕਰਕੇ ਤੇ ਫਿਰ ਆਪਣੀ ਪੂਜਾ ਕਰਾਉਂਦੇ ਨੇ। ਸਿੱਧ ਵੀ ਤੇ ਆਪਣੀ ਪੂਜਾ ਕਰਾਉਂਦੇ ਸੀ ਨਾ। ਸਤਿਗੁਰੂ ਜੀ ਨੇ ਨਾਮ ਦੇ ਲੜ ਲਾਇਆ, ਸਿੱਧ ਬੋਲਨ ਸੁਭ ਬਚਨ ਧਨ ਨਾਨਕ ਤੇਰੀ ਵੱਡੀ ਕਮਾਈ। ਆਖਰ ਨੂੰ ਝੁੱਕ ਕੇ ਚਰਨੀ ਲੱਗਣਾ ਪਿਆ ਸੀ। ਜਿਹੜੇ ਅੱਧੇ ਅਧੂਰੇ ਨੇ ਉਹ ਆਪਣੇ ਨਾਮ ਦੀ ਜੈ ਜੈਕਾਰ ਕਰਾਉਂਦੇ ਨੇ, ਆਪਣਾ ਨਾਮ ਜਪਾਉਂਦੇ ਨੇ, ਤੇ ਪੂਰੇ ਸਤਿਗੁਰੂ ਜੀ ਬੋਲਾਵੇ ਰਾਮ ਜੋ ਰਮਿਆ ਹੋਇਆ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਹੈ ਨਾ, ਤੇ ਇਸ ਦਾ ਨਾਮ ਜਗਿਆਸੂ ਦੇ ਮੁਖ ਦੇ ਵਿੱਚੋਂ ਬੁਲਾਉਂਦੇ ਨੇ। 10 ਸਤਿਗੁਰੂ ਸਾਹਿਬਾਨ ਜੀ ਦਾ ਜੀਵਨ ਪੜ੍ਹ ਕੇ ਦੇਖ ਲਈਏ। ਸਤਿਗੁਰੂ ਜੀ ਨੇ ਕਿਤੇ ਵੀ ਸਿੱਖਾਂ ਨੂੰ ਉਪਦੇਸ਼ ਨਹੀਂ ਦਿੱਤਾ ਕਿ ਸਾਡਾ ਨਾਮ ਜਪੋ। ਹਮੇਸ਼ਾ ਹੀ ਉਪਦੇਸ਼ ਦੇਣਾ ਕੀਤਾ, ਪਿਆਰਿਓ ਵਾਹਿਗੁਰੂ ਜੀ ਦਾ ਨਾਮ ਜਪੋ। ਜੇ ਵਾਹਿਗੁਰੂ ਗੁਰ ਮੰਤਰ ਹੈ, ਵਡਿਆਈ ਅਕਾਲ ਪੁਰਖ ਦੀ ਜੀ। ਜੇ ਮੂਲ ਮੰਤਰ ਸਤਿਗੁਰੂ ਜੀ ਨੇ ਬਖਸ਼ਿਆ ਤੇ ਵਡਿਆਈ ਅਕਾਲ ਪੁਰਖ ਜੀ ਦੀ। 5 ਬਾਣੀਆਂ ਦਾ ਨਿਤਨੇਮ ਬਖਸ਼ਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਸਮਗਰ ਗੁਰਬਾਣੀ ਸਾਨੂੰ ਬਖਸ਼ਿਸ਼ ਕਰਨਾ ਕੀਤੀ ਹੈ, ਸਾਡੇ ਤੇ ਮਿਹਰ ਕਰਕੇ, ਤੇ ਸੰਪੂਰਨ ਮਹਿਮਾ ਵਾਹਿਗੁਰੂ ਜੀ ਦੀ ਹੀ ਕਥਨ ਕੀਤੀ ਹੈ। ਬੋਲਾਵੇ ਰਾਮ, ਪੂਰੇ ਸਤਿਗੁਰੂ ਜੀ ਜਗਿਆਸੂ ਦੇ ਮੁਖ ਦੁਆਰਾ ਰਮੇ ਹੋਏ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਬੁਲਾ ਕਰਕੇ ਬੰਧਨ ਤੋੜੈ। ਜੀਵ ਦੇ ਸਾਰੇ ਬੰਧਨਾਂ ਨੂੰ ਤੋੜ ਦਿੰਦੇ ਨੇ। ਹੰਗਤਾ ਮਮਤਾ ਦੇ ਬੰਧਨਾਂ ਨੂੰ ਤੋੜ ਦਿੰਦੇ ਨੇ, ਜੰਮਣ ਮਰਨ ਦੇ ਬੰਧਨਾਂ ਨੂੰ ਤੋੜ ਦਿੰਦੇ ਨੇ, ਜੜ ਮਾਇਆ ਚੇਤਨ ਮਾਇਆ ਦੇ ਬੰਧਨਾਂ ਨੂੰ ਤੋੜ ਦਿੰਦੇ ਨੇ, ਵਿਕਾਰਾਂ ਦੇ ਬੰਧਨਾਂ ਨੂੰ ਤੋੜ ਦਿੰਦੇ ਨੇ। ਕਿਸੇ ਪ੍ਰਕਾਰ ਜੀਵ ਦੇ ਮਨ ਨੂੰ ਦੁੱਖ ਤੇ ਕਲੇਸ਼ ਨਹੀਂ ਰਹਿਣ ਦਿੰਦੇ। ਸਾਰੇ ਹੀ ਜਿਹੜੇ ਬੰਧਨ ਨੇ ਸਤਿਗੁਰੂ ਜੀ ਤੋੜ ਦੇਣਾ ਕਰਦੇ ਨੇ। ਬੰਧਨ ਤੋੜ ਬੁਲਾਵੇ ਰਾਮ। ਵਾਹਿਗੁਰੂ ਜੀ ਦਾ, ਰਾਮ ਜੀ ਦਾ ਨਾਮ ਬੁਲਾ ਕਰਕੇ, ਜਪਵਾ ਕਰਕੇ ਪੂਰੇ ਸਤਿਗੁਰੂ ਜੀ ਜੀਵ ਨੂੰ ਬੰਧਨ ਮੁਕਤ ਕਰ ਦਿੰਦੇ ਨੇ। ਇਹ ਸਤਿਗੁਰੂ ਜੀ ਦਾ ਸ਼ੁਭ ਲੱਛਣ ਹੈ। ਮਨ ਮਹਿ ਲਾਗੈ ਸਾਚ ਧਿਆਨ। ਫਿਰ ਸਤਿਗੁਰੂ ਜੀ ਦੀ ਬਖਸ਼ਿਸ਼ ਦੇ ਨਾਲ ਮਨ ਮਹਿ ਚਿੱਤ ਦੇ ਵਿੱਚ ਜੀਵ ਦਾ, ਜਗਿਆਸੂ ਦਾ ਜਿਹੜਾ ਧਿਆਨ ਹੈ ਨਾ, ਉਹ ਸੱਚ ਸਰੂਪ ਦੇ ਵਿੱਚ ਲੱਗ ਜਾਂਦਾ ਹੈ, ਅਥਵਾ ਸੱਚੇ ਨਾਮ ਦੇ ਵਿੱਚ ਲੱਗ ਜਾਂਦਾ ਹੈ। ਸੱਚੇ ਨਾਮ ਦੁਆਰਾ ਸੱਚੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਵਿੱਚ ਹੀ ਲੱਗ ਜਾਂਦਾ ਹੈ। ਇਸੇ ਪ੍ਰਕਾਰ ਚਿੱਤ ਦੇ ਵਿੱਚ ਧਿਆਨ ਧਰ ਕੇ ਸਤਿਗੁਰੂ ਜੀ ਦੀ ਬਖਸ਼ਿਸ਼ ਦੇ ਨਾਲ ਜਦੋਂ ਜਗਿਆਸੂ ਨਾਮ ਦਾ ਉਚਾਰਨ ਕਰਦਾ ਹੈ, ਨਾਮ ਨੂੰ ਜਪਦਾ ਨਾ, ਤੇ ਜੋ ਜੀਵ ਦਾ ਆਪਣਾ ਸੱਚ ਸਰੂਪ ਹੈ, ਆਤਮ ਸਰੂਪ ਹੈ, ਇਸ ਦੇ ਵਿੱਚ ਧਿਆਨ ਲੱਗ ਜਾਂਦਾ ਹੈ। ਆਤਮ ਸਰੂਪ ਦੀ ਪ੍ਰਾਪਤੀ ਕਰਕੇ ਤੇ ਆਤਮ ਰਸ ਨੂੰ ਪ੍ਰਾਪਤ ਕਰਦਾ ਹੈ। ਇਹ ਅਵਸਥਾਵਾਂ ਨੇ। ਨਾਮ ਨੂੰ ਜਪ ਕਰਕੇ ਨਾਮ ਰਸ ਦੀ ਪ੍ਰਾਪਤੀ ਕਰਨੀ, ਜਿਸ ਨੂੰ ਹਜ਼ੂਰ ਫਰਮਾਵਣਾ ਕਰਦੇ ਨੇ, ਕੂਜਾ ਮੇਵਾ ਮੈਂ ਸਭ ਕੁਛ ਚਾਖਿਆ, ਇੱਕ ਅੰਮ੍ਰਿਤ ਨਾਮ ਤੁਮਾਰਾ। ਤੇ ਬਾਬਾ ਫਰੀਦ ਸਾਹਿਬ ਜੀ ਪ੍ਰਵਚਨ ਫਰਮਾਉਂਦੇ ਨੇ, ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ, ਰੱਬ ਨਾ ਪੁੱਜਣ ਤੁਧ। ਭਾਵੇਂ ਕਿ ਉਪਰੋਕਤ ਕਥਨ ਕੀਤੇ ਗਏ ਪਦਾਰਥ ਸਾਰੇ ਮਿੱਠੇ ਨੇ, ਪਰ ਵਾਹਿਗੁਰੂ ਜੀ ਦੇ ਨਾਮ ਦੇ ਰਸ ਦੇ ਬਰਾਬਰ ਕੋਈ ਵੀ ਨਹੀਂ ਪੁੱਜਦਾ ਹੈ। ਇਸੇ ਪ੍ਰਕਾਰ ਗੁਰਬਾਣੀ ਪੜ੍ਹਦਿਆਂ ਗੁਰਬਾਣੀ ਚੋਂ ਅੰਮ੍ਰਿਤ ਰਸ ਆਉਂਦਾ ਹੈ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਅੰਮ੍ਰਿਤ ਬਾਣੀ ਚੋਂ ਅੰਮ੍ਰਿਤ ਰਸ ਆਉਂਦਾ ਹੈ। ਤੇ ਜਦੋਂ ਜੀਵ ਨਾਮ ਦਾ ਰਸੀਆ ਹੋ ਜਾਂਦਾ, ਬਾਣੀ ਦਾ ਰਸੀਆ ਹੋ ਜਾਂਦਾ ਨਾ, ਉਸ ਤੋਂ ਉਪਰੰਤ ਫਿਰ ਆਤਮ ਰਸ ਦੀ ਪ੍ਰਾਪਤੀ ਹੁੰਦੀ ਹੈ। ਅਕਸਰ ਅਸੀਂ ਦਰਸ਼ਨ ਕਰਦੇ ਤੇ ਸ਼ਰਵਣ ਕਰਦੇ ਹਾਂ, ਜਦੋਂ ਕਿਸੇ ਮਹਾਤਮਾ ਪੂਰਨ ਸੰਤ ਬ੍ਰਹਮ ਗਿਆਨੀ ਦੀ ਬਰਸੀ ਹੋਵੇ ਨਾ, ਤੇ ਬੁਲਾਰੇ ਆ ਕਰਕੇ ਤੇ ਇਸ ਮਹਾਂਪੁਰਖ ਦਾ ਨਾਮ ਲੈ ਕਰਕੇ ਬੋਲਦੇ ਨੇ, ਨਾਮ ਬਾਣੀ ਦੇ ਰਸੀਏ। ਕਹਿਣ ਤੋਂ ਭਾਵ ਜਿਹੜੇ ਮਹਾਂਪੁਰਖਾਂ ਦੀ ਬਰਸੀ ਮਨਾਈ ਜਾ ਰਹੀ ਹੈ, ਯਾਦ ਵਿੱਚ ਜੁੜ ਕੇ ਬੈਠੇ ਹਾਂ, ਉਹ ਨਾਮ ਦੇ ਵੀ ਰਸੀਏ ਸਨ ਤੇ ਬਾਣੀ ਦੇ ਵੀ ਰਸੀਏ ਸਨ। ਸੰਸਾਰ ਦੇ ਲੋਕ ਵਿਕਾਰਾਂ ਦਾ ਰਸ ਲੈਂਦੇ ਨੇ, ਕਾਮ ਚੋਂ ਰਸ ਪ੍ਰਾਪਤ ਕਰਨਾ ਚਾਹੁੰਦੇ ਨੇ। ਵਾਹਿਗੁਰੂ ਜੀ ਦੇ ਪਿਆਰੇ ਅੰਮ੍ਰਿਤ ਦਾ ਰਸ, ਅੰਮ੍ਰਿਤ ਬਾਣੀ ਦਾ ਰਸ ਤੇ ਨਾਮ ਦਾ ਰਸ ਮਾਣਦੇ ਨੇ। ਨਾਮ ਦਾ ਰਸ ਮਾਣਦਿਆਂ ਜਦੋਂ ਸੱਚ ਸਵਰੂਪ ਆਤਮ ਸਰੂਪ ਨੂੰ ਪ੍ਰਾਪਤ ਕਰਦੇ ਨੇ ਨਾ, ਫਿਰ ਆਤਮ ਰਸ, ਆਤਮਾ ਸਰੂਪ ਪ੍ਰਾਪਤੀ ਦੇ ਰਸ ਨੂੰ ਮੰਨਣਾ ਕਰਦੇ ਨੇ, ਜਿਸ ਨੂੰ ਆਤਮ ਰਸ ਸਤਿਗੁਰੂ ਜੀ ਨੇ ਕਥਨ ਕੀਤਾ ਹੈ। ਇਸ ਪਦਵੀ ਤੇ ਕੇਵਲ ਤਾਂ ਕੇਵਲ ਪੂਰੇ ਸਤਿਗੁਰੂ ਜੀ ਪਹੁੰਚਾ ਸਕਦੇ ਨੇ, ਕੋਈ ਅੱਧਾ ਅਧੂਰਾ ਨਹੀਂ।
ਪੂਰੇ ਸਤਿਗੁਰੂ ਜੀ ਇਤਨੇ ਵੱਡੇ ਲੈਵਲ ਤੇ ਇਤਨੀ ਵੱਡੀ ਪਦਵੀ ਤੇ ਪਹੁੰਚਾ ਦਿੰਦੇ ਨੇ ਆਤਮ ਰਸ ਦੀ ਆਤਮ ਸਵਰੂਪ ਦੀ ਦਾਤ ਬਖਸ਼ਿਸ਼ ਕਰਕੇ ਕਿ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਫਿਰ ਫਰਮਾਨ ਕਰਦੇ ਨੇ, ਪਿਆਰਿਓ ਇਹ ਆਤਮ ਰਸ ਮੰਨਣ ਵਾਲੀ ਪਦਵੀ ਏਡੀ ਸ੍ਰੇਸ਼ਟ ਹੈ, ਏਡੀ ਉਤਕ੍ਰਿਸ਼ਟ ਹੈ, ਏਡੀ ਉੱਚੀ ਹੈ, ਏਡੀ ਉਚੇਰੀ ਹੈ, ਏਡੀ ਵੱਡੀ ਹੈ ਨਾ, ਜਿਹੜਾ ਗੁਰੂ ਕਾ ਪਿਆਰਾ, ਜਿਹੜਾ ਗੁਰੂ ਕਾ ਸਿੱਖ ਇਸ ਪਦਵੀ ਤੇ ਪਹੁੰਚ ਗਿਆ, ਉਸ ਦੇ ਵਿੱਚ ਸਾਡੇ ਵਿੱਚ ਤੇ ਵਾਹਿਗੁਰੂ ਜੀ ਦੇ ਵਿੱਚ ਕੋਈ ਭੇਦ ਨਹੀਂ ਰਹਿ ਜਾਂਦਾ। ਆਤਮ ਰਸ ਜੋ ਜਾਣਹੀ, ਜਿਹੜਾ ਆਤਮ ਰਸ ਨੂੰ ਜਾਣ ਲੈਂਦਾ ਹੈ, ਸੋ ਹੈ ਖਾਲਸ ਦੇਵ, ਉਹ ਤੇ ਸ਼ੁੱਧ ਪ੍ਰਕਾਸ਼ ਰੂਪੀ ਹੋ ਜਾਂਦਾ ਹੈ, ਨਿਰੰਕਾਰ ਰੂਪੀ ਹੋ ਜਾਂਦਾ ਹੈ। ਪ੍ਰਭ ਮਹਿ ਹੈ, ਮੋਹ ਮਹਿ ਹੈ, ਤਾਸ ਮਹਿ ਹੈ। ਪ੍ਰਭੂ ਜੀ ਦੇ ਵਿੱਚ, ਸਾਡੇ ਵਿੱਚ ਅਤੇ ਤਿਸ ਜਗਿਆਸੂ ਦੇ ਵਿੱਚ ਰੰਚਕ ਨਾਹਿਨ ਭੇਵ, ਰੰਚਕ ਮਾਤਰ ਰਤੀ ਮਾਤਰ ਵੀ ਫਰਕ ਨਹੀਂ ਰਹਿ ਜਾਂਦਾ। ਹਜ਼ੂਰ ਫਰਮਾਉਂਦੇ ਨੇ ਉਸ ਅਵਸਥਾ ਤੇ ਇੱਕ ਰੂਪੀ ਹੋ ਜਾਈਦਾ ਹੈ। ਜਿਵੇਂ ਕਲਗੀਧਰ ਸਾਹਿਬ ਜੀ ਨੇ ਆਪਣੀ ਆਤਮਿਕ ਅਵਸਥਾ ਕਥਨ ਕੀਤੀ ਨਾ, ਇਹ ਬੇਦ ਕਰਤ ਤਪੱਸਿਆ ਭਇਓ, ਦੁਐ ਤੇ ਏਕ ਰੂਪ ਹੋਇ ਗਇਓ। ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਸਿੱਖੋ ਇਹ ਪੂਰੇ ਸਤਿਗੁਰੂ ਜੀ ਦੀ ਬਰਕਤ ਹੈ, ਪੂਰੇ ਸਤਿਗੁਰੂ ਜੀ ਦੀ ਬਖਸ਼ਿਸ਼ ਹੈ। ਵਾਹਿਗੁਰੂ ਜੀ ਦਾ ਨਾਮ ਬੁਲਾ ਕਰਕੇ ਸਾਰੇ ਬੰਧਨ ਤੋੜ ਦਿੰਦੇ ਨੇ ਤੇ ਮਨ ਦੇ ਵਿੱਚ ਸੱਚ ਸਰੂਪ ਦੇ ਨਾਲ ਧਿਆਨ ਲੱਗ ਜਾਂਦਾ ਹੈ। ਆਪਣੇ ਆਤਮ ਸਰੂਪ ਨੂੰ, ਸਰੂਪ ਰੂਪ ਨੂੰ ਪ੍ਰਾਪਤ ਕਰਦੇ ਨੇ ਤੇ ਸਰੂਪ ਰੂਪ ਦੀ ਪ੍ਰਾਪਤੀ ਕਰਕੇ ਅੰਤःਕਰਨ ਰੂਪੀ ਤਖਤ ਦੇ ਉੱਪਰ ਸੁਭਾਇਮਾਨ ਹੁੰਦੇ ਨੇ। ਵਾਹਿਗੁਰੂ ਜੀ ਦੇ ਨਾਲ ਇਕਮਿਕ ਹੋਣੇ ਦਾ ਆਨੰਦ ਮਾਣਦੇ ਨੇ। ਅਭੇਦਤਾ ਦਾ ਸਦੀਵ ਕਾਲ ਸੁਖ ਪ੍ਰਾਪਤ ਕਰਦੇ ਨੇ। ਬੰਧਨਾਂ ਨੂੰ, ਦੁਨੀਆ ਦੇ ਬੰਧਨਾਂ ਨੂੰ, ਮੋਹ ਦੇ ਬੰਧਨਾਂ ਨੂੰ, ਵਿਕਾਰਾਂ ਦੇ ਬੰਧਨਾਂ ਨੂੰ ਤੋੜ ਕਰਕੇ ਬੰਧਨ ਮੁਕਤ ਹੁੰਦੇ ਨੇ ਤੇ ਬੰਧਨ ਮੁਕਤ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਅੰਤਰ ਆਤਮੇ ਪ੍ਰਾਪਤ ਕਰਦੇ ਨੇ ਤੇ ਇਸ ਦੇ ਹੀ ਸਭ ਰੂਪ ਦੇ ਅੰਦਰ ਧਿਆਨ ਲਗਾਉਂਦੇ ਹਨ ਜੀ। ਕਲੇਸ਼ ਸੁਖੇ ਹੋਏ ਰਹਿਆ। ਮਹਾਰਾਜ ਜਿਹੜੇ ਪੂਰੇ ਸਤਿਗੁਰੂ ਜੀ ਦੀ ਪ੍ਰਾਪਤੀ ਕਰਦੇ ਨੇ, ਫਿਰ ਹੋਰ ਕੀ ਬਖਸ਼ਿਸ਼ਾਂ ਪੂਰੇ ਸਤਿਗੁਰੂ ਜੀ ਉਹਨਾਂ ਤੇ ਕਰਦੇ ਨੇ। ਤੇ ਹਜ਼ੂਰ ਫਰਮਾਉਂਦੇ ਨੇ, ਮਿਟ ਹੈ ਕਲੇਸ਼। ਸਤਿਗੁਰੂ ਜੀ ਦੇ ਸ਼ਬਦ ਦੀ ਬਰਕਤ ਦੇ ਨਾਲ ਤਿੰਨਾਂ ਦੇ ਹਿਰਦੇ ਦੇ ਵਿੱਚੋਂ ਪੰਜੇ ਹੀ ਕਲੇਸ਼ ਮੁੱਕ ਜਾਂਦੇ ਨੇ। ਅਵਿਦਿਆ, ਅਸਮਤਾ, ਰਾਗ, ਦਵੈਖ, ਅਭਿਨਵੇਸ਼, ਇਹ ਪੰਜ ਕਲੇਸ਼ ਮਨ ਦੇ ਕਹੇ ਜਾਂਦੇ ਨੇ। ਤੇ ਜੋਗੀ ਜਨਾਂ ਦਾ ਮੰਨਣਾ ਹੈ ਕਿ ਜਦੋਂ ਤੱਕ ਇਹ ਪੰਜ ਕਲੇਸ਼ ਬਣੇ ਰਹਿੰਦੇ ਨੇ ਉਦੋਂ ਤੱਕ ਜੰਮਣ ਮਰਨ ਨਹੀਂ ਮਿਟਦਾ। ਇਹਨਾਂ ਪੰਜ ਕਲੇਸ਼ਾਂ ਦਾ ਮੁੱਕ ਜਾਣਾ ਹੀ ਮੁਕਤੀ ਹੈ। ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਮਿਟ ਹੈ ਕਲੇਸ਼। ਪੂਰੇ ਸਤਿਗੁਰੂ ਜੀ ਦੇ ਉਪਦੇਸ਼ ਦੀ ਬਰਕਤ ਦੇ ਨਾਲ, ਗੁਰ ਸ਼ਬਦ ਦੀ ਬਰਕਤ ਦੇ ਨਾਲ ਜੀਵ ਦੇ ਹਿਰਦੇ ਦੇ ਵਿੱਚੋਂ ਅਵਿਦਿਆ ਮਿਟ ਜਾਂਦੀ ਹੈ। ਅਵਿਦਿਆ ਤੋਂ ਭਾਵ ਹੈ ਆਤਮ ਸਰੂਪ ਦਾ ਗਿਆਨ ਨਾ ਹੋਣਾ ਜਾਂ ਬ੍ਰਹਮ ਵਿਦਿਆ ਦੀ ਪ੍ਰਾਪਤੀ ਨਾ ਹੋਣੀ। ਇਹ ਵੱਡਾ ਭਾਰੀ ਕਲੇਸ਼ ਹੈ। ਬ੍ਰਹਮ ਵਿਦਿਆ ਦੀ ਪ੍ਰਾਪਤੀ ਨਹੀਂ ਤੇ ਬ੍ਰਹਮ ਸਵਰੂਪ ਦੀ ਪ੍ਰਾਪਤੀ ਕਿੱਥੋਂ ਹੋਵੇਗੀ। ਇਸ ਪ੍ਰਕਾਰ ਸਤਿਗੁਰੂ ਜੀ ਕਿਰਪਾਲਤਾ ਕਰਦੇ ਨੇ, ਗੁਰਸਿੱਖ ਦੇ ਹਿਰਦੇ ਦੇ ਵਿੱਚੋਂ ਅਵਿਦਿਆ ਅਭਾਵ ਕਰ ਦਿੰਦੇ, ਮਿਟਾ ਦਿੰਦੇ ਨੇ। ਫਿਰ ਅਸਮਤਾ, ਅਸਮਤਾ ਤੋਂ ਭਾਵ ਹੁੰਦਾ ਹੈ ਸਵਰੂਪ ਦਾ ਭੇਦ ਹੋਣਾ, ਦੂਸਰਿਆਂ ਦਾ ਭੇਦ ਹੋਣਾ, ਮਾਇਆ ਕਰਕੇ ਭੇਦ ਹਿਰਦੇ ਵਿੱਚ ਪਿਆ ਰਹਿਣਾ, ਆਪਣੇ ਆਪ ਨੂੰ ਸ੍ਰੇਸ਼ਟ ਖਵਾਉਣਾ, ਦੂਸਰਿਆਂ ਨੂੰ ਨੀਵਾਂ ਗਿਣਨਾ, ਆਪਣੇ ਸਦਰਸ਼ ਕਿਸੇ ਨੂੰ ਨਾ ਗਿਣਨਾ ਤੇ ਦੂਸਰਿਆਂ ਨਾਲ ਝਗੜਾ ਪਾ ਕੇ ਰੱਖਣਾ, ਵਿਤੰਡਾਵਾਦ ਕਰਦੇ ਹੀ ਰਹਿਣਾ, ਪਾਣੀ 'ਚ ਮਧਾਣੀ ਪਾਈ ਛੱਡਣੀ। ਇਹ ਅਸਮਤਾ ਹੈ। ਕਿਸੇ ਨੂੰ ਆਪਣੇ ਸਮ ਬਰਾਬਰ ਨਹੀਂ ਸਮਝਦਾ। ਤੀਸਰਾ ਹੈ ਰਾਗ। ਰਾਗ ਤੋਂ ਭਾਵ ਹੈ ਮੋਹ। ਮਾਇਆ ਦੇ ਨਾਲ ਅਥਵਾ ਸੰਬੰਧੀਆਂ ਦੇ ਨਾਲ ਅਥਵਾ ਸਰੀਰਾਂ ਦੇ ਨਾਲ ਅਕਾਰਨ ਹੀ ਮੋਹ ਕਰੀ ਜਾਣਾ, ਬਿਨਾਂ ਹੀ ਕਿਸੇ ਕਾਰਨ ਤੋਂ ਮੋਹ ਕਰੀ ਜਾਣਾ, ਇਸ ਨੂੰ ਰਾਗ ਕਿਹਾ ਜਾਂਦਾ। ਇਹ ਹਿਰਦੇ ਦਾ ਤੀਸਰਾ ਕਲੇਸ਼ ਹੈ। ਚੌਥਾ ਹੈ ਦਵੈਖ। ਇਸ ਨੂੰ ਦਵੈਖ ਅਤੇ ਦਵੈਸ਼ ਵੀ ਬੋਲਿਆ ਜਾਂਦਾ ਹੈ, ਜਿਸ ਤੋਂ ਭਾਵ ਹੈ ਈਰਖਾ ਭਾਵ ਅਥਵਾ ਵੈਰ ਭਾਵ। ਹਿਰਦੇ ਦੇ ਵਿੱਚ ਦੂਸਰਿਆਂ ਦੇ ਪ੍ਰਥਾਏ ਨਫ਼ਰਤ ਪਾਲ ਕੇ ਰੱਖਣੀ ਤੇ ਅਕਾਰਨ ਹੀ ਵੈਰ ਕਰਦੇ ਰਹਿਣਾ, ਇਹ ਦਵੈਸ਼ ਭਾਵਨਾ ਹੈ। ਤੇ ਅਭਿਨਵੇਸ਼, ਦੂਸਰਿਆਂ ਦੇ ਨਾਲ ਸਦਾ ਝਗੜਾ ਪਾ ਕੇ ਰੱਖਣਾ। ਅਸਮਤਾ ਦਾ ਤੇ ਇਹਦਾ ਥੋੜਾ ਜਿਹਾ ਭੇਦ ਹੈ। ਇਹਦਾ ਭੇਦ ਇਹ ਹੈ ਕਿ ਸ਼ੁਭ ਕਰਮ ਅਤੇ ਅਸ਼ੁਭ ਕਰਮ ਦਾ ਗਿਆਨ ਹੋਣਾ, ਪਰ ਹੱਠ ਕਰਕੇ ਜਾਣ ਬੁੱਝ ਕੇ ਅਸ਼ੁਭ ਕਰਮ ਕਰਨਾ। ਅਭਿਨਵੇਸ਼, ਮਾੜੇ ਕੰਮ ਦਾ ਪਤਾ ਵੀ ਹੈ ਮਾੜਾ ਕੰਮ ਕੀ ਹੈ, ਨਹੀਂ ਕਰਨਾ ਚਾਹੀਦਾ, ਕਰਾਂਗੇ ਤੇ ਨੁਕਸਾਨ ਹੋਵੇਗਾ, ਸਜ਼ਾ ਮਿਲੇਗੀ, ਪਕੜੇ ਜਾਵਾਂਗੇ, ਸਤਿਗੁਰੂ ਜੀ ਬਖਸ਼ਣਗੇ ਨਹੀਂ, ਜਮ ਸਜ਼ਾ ਦੇਣਗੇ, ਪਤਾ ਮਾੜੇ ਕਰਮ ਦਾ, ਪਰ ਹੱਠ ਕਰਕੇ ਫਿਰ ਵੀ ਜਾਣ ਬੁੱਝ ਕੇ ਜਾ ਕੇ ਮਾੜਾ ਕਰਮ ਕਰਨਾ, ਇਸ ਨੂੰ ਅਭਿਨਵੇਸ਼ ਕਿਹਾ ਜਾਂਦਾ ਹੈ।
ਇਹ ਪੰਜਵਾਂ ਮਨ ਦਾ ਕਲੇਸ਼ ਹੈ। ਸ਼ਰਾਬੀ ਨੂੰ ਕਿਹੜਾ ਪਤਾ ਨਹੀਂ ਕਿ ਸ਼ਰਾਬ ਪੀਣੀ ਮਾੜੀ ਹੈ, ਸਰੀਰ ਰੋਗੀ ਹੋ ਜਾਣਾ। ਵਾਹਿਗੁਰੂ ਜੀ ਦੇ ਦਰ ਤੇ ਪ੍ਰਵਾਨ ਨਹੀਂ ਹੋਣਾ। ਏਡੀ ਮਾੜੀ ਚੀਜ਼ ਹੈ, ਜੇ ਮੂੰਹ ਨੂੰ ਲਾ ਲਈ, ਮੂੰਹ ਨੂੰ ਤੇ ਦੂਰ ਦੀ ਗੱਲ, ਜੇ ਕੱਪੜਿਆਂ ਤੇ ਬੂੰਦ ਪੈ ਗਈ ਤੇ ਗੁਰੂ ਘਰ ਦਾ ਦਰਵਾਜ਼ਾ ਨਹੀਂ ਲੰਘ ਸਕਦੀ। ਏਡੀ ਅਪਵਿੱਤਰ ਚੀਜ਼ ਹੈ। ਪਤਾ ਤੇ ਸ਼ਰਾਬੀ ਨੂੰ ਵੀ ਹੈ, ਪਤਾ ਚੋਰ ਨੂੰ ਵੀ ਹੈ, ਚੋਰੀ ਕਰਨੀ ਮਾੜੀ ਹੈ, ਫੜੇ ਗਏ ਤੇ ਮਾਰ ਬੜੀ ਪੈਣੀ ਹੈ, ਸਜ਼ਾ ਮਿਲਣੀ ਹੈ। ਪਤਾ ਕਾਤਲ ਨੂੰ ਵੀ ਹੈ, ਜੇ ਕਤਲ ਕੀਤਾ ਤੇ ਖੁਦ ਕਤਲ ਵੀ ਹੋਣਾ ਪੈ ਸਕਦਾ ਹੈ, ਫਾਂਸੀ ਤੇ ਚੜ੍ਹਨਾ ਪੈ ਸਕਦਾ, ਉਮਰ ਕੈਦ ਵੀ ਹੋ ਸਕਦੀ ਹੈ। ਪਤਾ ਹੈ ਤਾਂ ਵੀ ਹੱਥ ਕਰਕੇ ਮਾੜਾ ਕਰਮ ਕਰਦਾ ਹੈ। ਮਨ ਜਾਣਤ ਸਭ ਬਾਤ, ਜਾਣਤ ਹੀ ਔਗਨ ਕਰੈ, ਕਾਹੇ ਕੀ ਕੁਸਲਾਤ ਹਾਥ ਦੀਪ ਕੂਰੇ ਪਰ ਹੈ। ਹੱਥ ਦੇ ਵਿੱਚ ਦੀਪਕ ਰੌਸ਼ਨੀ ਹੈ, ਚਾਨਣ ਤੇ ਹੈ ਹੱਥ ਦੇ ਵਿੱਚ, ਸਾਹਮਣੇ ਟੋਆ ਦਿਸਦਾ ਹੈ, ਖੂਹ ਦਿਸਦਾ ਹੈ, ਵੇਖ ਕਰਕੇ ਫਿਰ ਵਿੱਚ ਜਾ ਡਿੱਗਣਾ। ਪਤਾ ਹੈ ਔਗਣ ਹੈ, ਜਾਣ ਬੁੱਝ ਕੇ ਔਗਣ ਕਰਨਾ, ਇਸ ਨੂੰ ਅਭਿਨਵੇਸ਼ ਕਿਹਾ ਜਾਂਦਾ ਹੈ। ਹਜ਼ੂਰ ਫਰਮਾਵਣਾ ਕਰਦੇ ਨੇ, ਇਹ ਜਿਹੜੇ ਮਨ ਦੇ ਪੰਜ ਕਲੇਸ਼ ਨੇ ਨਾ, ਇਹ ਕੱਚੇ ਪਿੱਲੇ ਦੇ ਪਾਸੋਂ ਨਹੀਂ ਮਿਟਦੇ। ਇਹ ਕੱਚੇ ਪਿੱਲੇ ਦੇ ਤੇ ਆਪਣੇ ਵੀ ਨਹੀਂ ਮਿਟਦੇ। ਸੰਸਾਰ ਦੇ ਅੰਦਰ ਜਿਤਨੇ ਕੋ ਦੇਹਧਾਰੀ ਦੰਭੀ ਪਖੰਡੀ ਬਣੇ ਫਿਰਦੇ ਨੇ, ਨਿਗਾਹ ਮਾਰ ਕੇ ਦੇਖ ਲਓ, ਇਹਨਾਂ ਪੰਜਾਂ ਔਗਣਾਂ ਦੇ ਅਧੀਨ ਹੀ ਨੇ। ਹਜ਼ੂਰ ਫਰਮਾਉਂਦੇ ਨੇ, ਪੂਰੇ ਸਤਿਗੁਰੂ ਜੀ ਦੇ ਗੁਰਦੇਵ ਪਿਤਾ ਜੀ ਦੇ ਗੁਰ ਸ਼ਬਦ ਦੀ ਬਰਕਤ ਇਹ ਹੈ, ਪੂਰੇ ਗੁਰੂ ਦਾ ਸ਼ੁਭ ਲੱਛਣ ਇਹ ਹੈ, ਆਪਣੇ ਜਗਿਆਸੂਆਂ ਦੇ ਹਿਰਦੇ ਦੇ ਅੰਦਰੋਂ ਇਹਨਾਂ ਪੰਜ ਔਗਣਾਂ ਦਾ, ਕਲੇਸ਼ਾਂ ਦਾ ਅਭਾਵ ਕਰ ਦਿੰਦੇ ਨੇ। ਸੋ ਪੰਕਤੀ ਦੁਬਾਰਾ ਪੜ੍ਹਦੇ ਹੋ ਜੀ। ਮਿਟੈ ਕਲੇਸ਼ ਸੁਖੇ ਹੋਏ ਰਹਿਆ। ਤੇ ਜਿਸ ਵੇਲੇ ਜੀਵ ਦੇ ਹਿਰਦੇ ਦੇ ਵਿੱਚੋਂ ਸਤਿਗੁਰੂ ਜੀ ਕਿਰਪਾਲਤਾ ਦੇ ਕਰਕੇ ਪੰਜੇ ਕਲੇਸ਼ ਮਿਟਾ ਦਿੰਦੇ ਨੇ, ਗੁਰ ਕਿਰਪਾ ਦੇ ਨਾਲ ਮਿਟ ਜਾਂਦੇ ਨੇ, ਫਿਰ ਸੁਖੀ ਹੋਏ ਰਹੀਏ, ਸਦਾ ਹੀ ਸੁਖੀ ਹੋ ਜਾਈਦਾ। ਆਤਮ ਸਰੂਪ ਨੂੰ ਪ੍ਰਾਪਤ ਕਰਕੇ, ਆਤਮ ਸੁਖ ਨੂੰ ਪ੍ਰਾਪਤ ਕਰਕੇ ਸੁਖੀ ਹੀ ਹੋ ਰਹੀਦਾ ਹੈ। ਇਸੇ ਪ੍ਰਕਾਰ ਸੁਖ ਸਰੂਪ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਵਰੂਪ ਹੀ ਹੋ ਰਹੀਦਾ ਹੈ। ਕਾਲ ਦੀ ਪਕੜ ਚੋਂ ਬਾਹਰ ਹੋ ਜਾਈਦਾ, ਫਿਰ ਕਾਲ ਜਿਹੜਾ ਹੈ ਉਹ ਮਾਰਦਾ ਨਹੀਂ। ਐਸਾ ਦਾਤਾ ਸਤਿਗੁਰ ਕਹੀਆ। ਪਿਆਰਿਓ ਗੁਰਸਿੱਖੋ, ਜਿਹੜਾ ਐਸੀ ਅਵਸਥਾ ਨੂੰ ਦੇਣ ਵਾਲਾ ਦਾਤਾ ਹੋਵੇ ਨਾ, ਐਸੇ ਦਾਤੇ ਨੂੰ ਪੂਰਾ ਸਤਿਗੁਰੂ ਕਹਿਆ ਜਾਂਦਾ ਹੈ। ਜਿਹੜਾ ਇਤਨੀਆਂ ਵੱਡੀਆਂ ਭਾਰੀਆਂ ਬਖਸ਼ਿਸ਼ਾਂ ਕਰਨੇ ਦੇ ਸਮਰੱਥ ਹੋਵੇ, ਉਹ ਹੈ ਪੂਰਾ ਸਤਿਗੁਰੂ। ਇਸੇ ਪ੍ਰਕਾਰ ਇੱਕ ਗੁਰੂ ਹੁੰਦਾ, ਇੱਕ ਸਤਿਗੁਰੂ ਹੁੰਦਾ, ਜਿਸ ਨੂੰ ਅਸੀਂ ਧਾਰਨ ਕਰਦੇ ਹਾਂ ਗੁਰੂ, ਅਤੇ ਜਿਹੜਾ ਗੁਰੂ ਕਾ ਗੁਰੂ ਹੋਵੇ ਸੋ ਸਤਿਗੁਰੂ। ਜਿਸ ਤਰ੍ਹਾਂ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਸਤਿਗੁਰੂ, ਕਿਉਂਕਿ ਗੁਰੂਆਂ ਦੇ ਵੀ ਗੁਰੂ ਨੇ। ਸਾਡੇ ਵੀ ਜਿਤਨੇ 9 ਗੁਰੂ ਨੇ, ਸਾਰਿਆਂ ਨੇ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਗੁਰੂ ਮੰਨਿਆ। ਸ੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਧਾਰਨ ਕੀਤਾ। ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਗੁਰੂ ਧਾਰਨ ਕੀਤਾ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ। ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਗੁਰੂ ਨੇ ਸ੍ਰੀ ਗੁਰੂ ਅਮਰਦਾਸ ਜੀ ਦੇ, ਤੇ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਸਤਿਗੁਰੂ ਨੇ ਸ੍ਰੀ ਗੁਰੂ ਅਮਰਦਾਸ ਜੀ ਦੇ। ਜੋ ਗੁਰੂ ਕਾ ਗੁਰੂ ਹੋਵੇ ਸੋ ਕਹੀਏ ਸਤਿਗੁਰੂ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਨ ਕਲ ਰਾਖੀ ਮੇਰੀ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜਿੱਥੇ 9 ਸਤਿਗੁਰਾਂ ਦੇ ਗੁਰੂ ਨੇ, ਕੁੱਲ ਸ੍ਰਿਸ਼ਟੀ ਕੁੱਲ ਪ੍ਰਕਿਰਤੀ ਦੇ ਗੁਰੂ ਨੇ, 5 ਤੱਤਾਂ ਦੇ ਗੁਰੂ ਨੇ, 5 ਤੱਤਾਂ ਤੋਂ ਰਚੇ ਹੋਏ ਸੰਸਾਰ ਦੇ ਗੁਰੂ ਨੇ, ਪ੍ਰਕਿਰਤੀ ਦੇ ਗੁਰੂ ਨੇ, ਬਨਸਪਤੀ ਦੇ ਵੀ ਗੁਰੂ ਨੇ, ਨਾਰੀਆਂ ਦੇ ਗੁਰੂ ਨੇ, ਨਰਾਂ ਦੇ ਗੁਰੂ ਨੇ, ਦੇਵਤਿਆਂ ਦੇ ਗੁਰੂ ਨੇ, ਜਕਸ਼ ਕਿੰਨਰ ਪਿਚਾਸਾਂ ਦੇ ਗੁਰੂ ਨੇ, ਤੇ ਸਾਰੇ ਪੀਰਾਂ ਦੇ ਵੀ ਗੁਰੂ ਨੇ। ਤਾਂ ਹੀ ਤਾਂ ਹਜ਼ੂਰ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਨੇ ਫਰਮਾਇਆ, ਸਭ ਤੇ ਵੱਡਾ ਸਤਿਗੁਰੂ ਨਾਨਕ। ਤੇ ਹਜ਼ੂਰ ਫਰਮਾਉਂਦੇ ਨੇ, ਪਿਆਰਿਓ, ਜਿਸ ਦੇ ਵਿੱਚ ਇਤਨੀਆਂ ਵੱਡੀਆਂ ਭਾਰੀਆਂ ਦਾਤਾਂ ਹੋਣ, ਬਖਸ਼ਿਸ਼ਾਂ ਦੇਣ ਦੀ ਸਮਰੱਥਾ ਹੋਵੇ, ਤੇ ਗੁਰਸਿੱਖਾਂ ਨੂੰ ਐਸੀਆਂ ਬਖਸ਼ਿਸ਼ਾਂ ਕਰ ਦੇਵੇ, ਉਸ ਨੂੰ ਪੂਰਾ ਸਤਿਗੁਰੂ ਕਹਿਆ ਜਾਂਦਾ ਹੈ। ਇਹ ਪੂਰੇ ਗੁਰੂ ਦੀਆਂ ਨਿਸ਼ਾਨੀਆਂ ਹਨ ਜੀ। ਸੁਖ ਦਾਤਾ ਜੇ ਨਾਮ ਜਪਾਵੈ। ਸਿੱਖੋ, ਸੁੱਖਾਂ ਦਾ ਦਾਤਾ ਪੂਰਾ ਸਤਿਗੁਰੂ ਉਹ ਹੈ ਜਿਹੜਾ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜਪਾਵੇ, ਸਿਮਰਨ ਦੀ ਦਾਤ ਬਖਸ਼ਿਸ਼ ਕਰਨਾ ਕਰੇ। ਪੂਰੇ ਸਤਿਗੁਰੂ ਜੀ ਨੇ ਕਿਰਪਾਲਤਾ ਕੀਤੀ ਹੈ, ਵਾਹਿਗੁਰੂ ਗੁਰ ਮੰਤਰ ਬਖਸ਼ਿਆ, ਆਪ ਜਪਿਆ, ਤੇ ਸਮੂਹ ਸਿੱਖਾਂ ਨੂੰ ਨਾਮ ਜਪਾਵਣਾ ਕੀਤਾ ਹੈ। ਗਰੀਬ ਨਿਵਾਜ ਸਤਿਗੁਰੂ ਜੀ ਨੇ ਮੂਲ ਮੰਤਰ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਪ੍ਰਾਪਤ ਕਰਨਾ ਕੀਤਾ ਹੈ। ਗੁਰ ਪ੍ਰਸਾਦ ਤੱਕ ਮਹਾ ਮੰਤਰ
ਅਕਾਲ ਪੁਰਖ ਵਾਹਿਗੁਰੂ ਜੀ ਨੇ ਗੁਰੂ ਨਾਨਕ ਜੀ ਨੂੰ ਬਖਸ਼ਣਾ ਕੀਤਾ ਹੈ ਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਵਾਹਿਗੁਰੂ ਜੀ ਦੇ ਪਰਮਾਤਮਾ ਜੀ ਦੇ ਸਨਮੁਖ ਉਚਾਰਨਾ ਕੀਤਾ, ਜਪ ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਤੇ ਜਿਹੜਾ ਨਾਮ ਸਤਿਗੁਰੂ ਜੀ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਮੰਤਰ ਮਿਲਿਆ, ਸਤਿਗੁਰੂ ਜੀ ਨੇ ਆ ਕਰਕੇ ਉਹ ਮੰਤਰ ਮੂਲ ਮੰਤਰ ਦੇ ਰੂਪ ਦੇ ਵਿੱਚ ਗੁਰਸਿੱਖਾਂ ਨੂੰ ਦਿੱਤਾ ਹੈ ਤੇ ਗੁਰਦੇਵ ਪਿਤਾ ਜੀ ਨੇ ਨਾਮ ਜਪਾਵਣਾ ਕੀਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇਵਲੂਤ ਰਾਕਸ਼ ਦੇ ਦੇਸ਼ ਵਿੱਚ ਗਏ ਨੇ ਨਾ, ਬੁਰੀ ਬਿਰਤੀ ਤੋਂ ਹਟਾ ਕਰਕੇ ਨਾਮ ਜਪਣ ਦੇ ਵਿੱਚ ਲਾ ਦਿੱਤਾ ਤੇ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਲਿਖਣਾ ਕਰਦੇ ਨੇ, ਸਭ ਰਾਖਸ਼ ਕੋ ਨਾਮ ਜਪਾਇਓ। ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਨਾਮ ਜਪਾਇਆ, ਚੋਰਾਂ ਦੀ ਚੋਰੀ ਛੁਡਾ ਕਰਕੇ ਨਾਮ ਜਪਾਇਆ, ਠੱਗਾਂ ਦੀਆਂ ਠੱਗੀਆਂ ਛੁਡਵਾ ਕਰਕੇ ਨਾਮ ਜਪਾਇਆ, ਧਾੜਵੀਆਂ ਕਾਤਲਾਂ ਦੇ ਔਗਣ ਛੁਡਾ ਕਰਕੇ ਨਾਮ ਜਪਾਇਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਰਾਖਸ਼ਾਂ ਦੇ ਦੇਸ਼ ਪੁੱਜੇ ਨੇ ਤੇ ਦੇਵਲੂਤ ਨੂੰ ਸਾਰੇ ਮੰਤਰੀ ਮੰਡਲ ਪਰਿਵਾਰ ਤੇ ਰਾਜ ਦੇ ਸਹਿਤ ਨਾਮ ਜਪਾਇਆ। ਭਾਈ ਐਸੇ ਨੇ ਪਿਆਰੇ ਸਤਿਗੁਰੂ ਜੀ ਆਪਣੇ ਗੁਰਸਿੱਖਾਂ ਨੂੰ, ਸਰਬਤ ਜਗਿਆਸੂਆਂ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜਪਾ ਕਰਕੇ ਬੰਦਗੀ ਕਰਨ ਦੇ ਵਿੱਚ ਲਾਉਂਦੇ ਹਨ ਜੀ। ਕਰ ਕਿਰਪਾ ਤਿਸ ਸੰਗ ਮਿਲਾਵੇ। ਹੇ ਗੁਰਦੇਵ ਜੀਓ, ਫਿਰ ਕਿਰਪਾਲਤਾ ਕਰਕੇ ਇਹ ਵੀ ਦੱਸੋ ਜੀ, ਐਸੇ ਗੁਰੂ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਕਿ ਪੂਰੇ ਸਤਿਗੁਰੂ ਜੀ ਸਹਿਜੇ ਹੀ ਮਿਲ ਜਾਂਦੇ ਨੇ? ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਪਿਆਰਿਓ ਪੂਰੀਆਂ ਭਾਗਾਂ ਤੋਂ ਬਿਨਾਂ ਪੂਰੇ ਸਤਿਗੁਰੂ ਜੀ ਦੀ ਪ੍ਰਾਪਤੀ ਵੀ ਨਹੀਂ ਜੇ ਹੁੰਦੀ। ਇਹ ਤੇ ਜਿਸ ਦੇ ਨਿਸ਼ਕਾਮ ਕਰਮ ਕਿਧਰੇ ਕੀਤੇ ਹੋਣ ਤੇ ਉਹ ਨਿਸ਼ਕਾਮ ਕੀਤੇ ਹੋਏ ਕਰਮ ਵਾਹਿਗੁਰੂ ਜੀ ਨੂੰ ਭਾ ਜਾਣ, ਚੰਗੇ ਲੱਗਣ, ਵਾਹਿਗੁਰੂ ਜੀ ਨੂੰ ਨਿਸ਼ਕਾਮ ਕਰਮ ਕਰਨੇ ਵਾਲਾ ਜੀਵ ਭਾ ਜਾਵੇ, ਫਿਰ ਕਰ ਕਿਰਪਾ। ਵਾਹਿਗੁਰੂ ਜੀ ਜੀਵ ਦੇ ਉੱਪਰ ਕਿਰਪਾ ਕਰਦੇ ਨੇ ਤੇ ਕਿਰਪਾ ਕਰਕੇ ਪੂਰੇ ਸਤਿਗੁਰੂ ਜੀ ਦੇ ਮੇਲ ਦੇ ਨਾਲ ਮਿਲਾ ਦਿੰਦੇ ਨੇ, ਪੂਰੇ ਸਤਿਗੁਰੂ ਜੀ ਦਾ ਦਰਸ਼ਨ ਕਰਵਾ ਦਿੰਦੇ ਨੇ, ਪੂਰੇ ਸਤਿਗੁਰੂ ਜੀ ਦਾ ਮਿਲਾਪ ਕਰਵਾ ਦਿੰਦੇ ਹਨ। ਵਾਹਿਗੁਰੂ ਜੀ ਕਿਰਪਾ ਕਰਕੇ ਵਿਸ਼ਰਾਮ ਦੇ ਕਰਕੇ ਗਰੀਬ ਨਿਵਾਜ ਸਤਿਗੁਰੂ ਜੀ ਫਰਮਾਨ ਕਰਦੇ ਹਨ ਜੀ। ਜੈਸਾ ਹੋਏ ਦਇਆਲ ਤਿਸ ਆਪ ਮਿਲਾਵੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਜੇ ਆਪ ਕੋਈ ਮਨ ਦੀ ਚਤੁਰਾਈ ਦੇ ਨਾਲ, ਬੁੱਧੀ ਦੀ ਸਿਆਣਪ ਦੇ ਨਾਲ ਯਤਨ ਕਰੇ ਤੇ ਉਹ ਵੀ ਪੂਰੇ ਗੁਰੂ ਤੱਕ ਪਹੁੰਚ ਸਕਦਾ ਹੈ। ਹਜ਼ੂਰ ਫਰਮਾਉਂਦੇ ਨੇ, ਪਿਆਰਿਓ ਇਹ ਸਿਆਣਪਾਂ, ਇਹ ਚਤੁਰਾਈਆਂ ਦੁਨੀਆਦਾਰੀ 'ਚ ਚੱਲਦੀਆਂ ਨੇ, ਵਾਹਿਗੁਰੂ ਜੀ ਦੇ ਦਰ ਤੇ ਨਹੀਂ ਚੱਲਦੀਆਂ। ਵਾਹਿਗੁਰੂ ਜੀ ਆਪ ਕਿਰਪਾ ਕਰਕੇ, ਬਖਸ਼ਿਸ਼ ਕਰਕੇ, ਮਿਹਰ ਕਰਕੇ ਜਿਸ ਨੂੰ ਪੂਰੇ ਸਤਿਗੁਰੂ ਜੀ ਦੇ ਮੇਲ ਦੇ ਨਾਲ ਮਿਲਾਉਣ, ਉਹ ਹੀ ਵਾਹਿਗੁਰੂ ਜੀ ਦੀ ਕਿਰਪਾ ਪ੍ਰਾਪਤ ਕਰਕੇ ਗੁਰੂ ਦੇ ਨਾਲ ਮਿਲਦਾ ਹੈ। ਕਰੋੜਾਂ ਦੀ ਗਿਣਤੀ ਦੇ ਵਿੱਚ ਦੁਨੀਆ ਇੱਕ ਇੱਕ ਦੇਸ਼ ਦੇ ਅੰਦਰ ਵਸਦੀ ਹੈ। ਹਿੰਦੁਸਤਾਨ ਦੀ ਆਬਾਦੀ ਵੀ ਅੱਜ 132 ਕਰੋੜ ਕਹੀ ਜਾਂਦੀ ਹੈ। 132 ਕਰੋੜ ਦੇ ਵਿੱਚੋਂ ਕਿਤਨੇ ਨੇ ਜਿਹੜੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਆਪਣਾ ਗੁਰੂ ਧਾਰਨ ਕਰਕੇ ਤੇ ਗੁਰਮੰਤਰ ਦੀ ਕਮਾਈ ਕਰਦੇ ਨੇ? ਮੁਆਫ ਕਰਨਾ, ਦੂਜੇ ਧਰਮਾਂ ਨੂੰ ਛੱਡ ਦਈਏ, ਸਾਰੀ ਸਿੱਖ ਕੌਮ ਵੀ ਅੰਮ੍ਰਿਤਧਾਰੀ ਨਹੀਂ, ਇਸੇ ਪ੍ਰਕਾਰ ਸਾਰੀ ਕੇਸਾ ਧਾਰੀ ਵੀ ਨਹੀਂ, ਕਿਉਂਕਿ ਟੁੱਟ ਗਏ। ਤੇ ਜਿਤਨੇ ਅੰਮ੍ਰਿਤਧਾਰੀ ਆ ਸਾਰੇ ਮਰਿਆਦਾ ਵਿੱਚ ਰਹਿਣ ਵਾਲੇ ਨਹੀਂ, ਜਿਹੜੇ ਮਰਿਆਦਾ ਵਿੱਚ ਰਹਿਣ ਵਾਲੇ ਆ ਸਾਰੇ ਦੇ ਸਾਰੇ ਨਿਤਨੇਮੀ ਨਹੀਂ। ਤੇ ਕਈ ਵਿਚਾਰੇ ਨਿਤਨੇਮੀ ਵੀ ਹੈਣ ਪਰ ਨਿਸ਼ਚਾ ਨਹੀਂ ਬਣਦਾ, ਉਹ ਤੇਲ ਚੁੱਕ ਕੇ ਕਬਰਾਂ ਤੇ ਫਿਰ ਤੁਰੇ ਫਿਰਦੇ ਨੇ। ਕਿਤਨੇ ਨੇ ਐਸੇ ਜਿਨ੍ਹਾਂ ਨੇ ਆਪਣੇ ਮਨ ਨੂੰ ਸਤਿਗੁਰੂ ਜੀ ਦੇ ਚਰਨਾਂ ਦੇ ਨਾਲ ਹੀ ਮਿਲਾ ਲਿਆ। ਮਹਾਰਾਜ ਕਿਸ ਹੀ ਕੋਈ ਕੋਈ ਮਨ ਨਿਵਾਣੀ ਇੱਕ ਤੂੰ, ਮਹਾਰਾਜ ਕਿਸੇ ਦਾ ਕੋਈ ਆਸਰਾ ਹੋਵੇਗਾ, ਕਿਸੇ ਦਾ ਕੋਈ, ਪਰ ਮੇਰਾ ਤੇ ਆਪ ਹੀ ਆਸਰਾ ਹੋ। ਹਜ਼ੂਰ ਫਰਮਾਉਂਦੇ ਨੇ, ਇਹ ਤੇ ਜਿੰਨਿਆਂ ਤੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਕਿਰਪਾ ਕਰ ਦਿੰਦੇ ਨੇ, ਕਰ ਕਿਰਪਾ ਹਰ ਆਪ ਮਿਲਾਵੇ। ਜਿਨ੍ਹਾਂ ਦੇ ਉੱਪਰ ਹਰੀ ਪ੍ਰਮਾਤਮਾ ਜੀ ਆਪ ਕਿਰਪਾ ਕਰਦੇ ਨੇ, ਉਹਨਾਂ ਨੂੰ ਗੁਰਚਰਨਾਂ ਦੇ ਨਾਲ ਮਿਲਦੇ ਨੇ। ਕਿਤਨੇ ਐਸੇ ਨੇ ਕੇਸਾ ਧਾਰੀ ਵੀ ਨੇ, ਬਾਣੀ ਵੀ ਪੜ੍ਹਦੇ ਨੇ, ਪਰ ਅੰਮ੍ਰਿਤ ਛਕਦੇ ਹੀ ਨਹੀਂ, ਗੁਰੂ ਕੇ ਚਰਨਾਂ ਨਾਲ ਮਿਲਦੇ ਹੀ ਨਹੀਂ। ਗੁਰੂ ਸਵਰੂਪ ਪੰਜ ਪਿਆਰਿਆਂ ਦੇ ਪਾਸੋਂ ਖੰਡੇ ਦੀ ਪਾਹੁਲ ਛਕ ਕਰਕੇ ਮੂਲ ਮੰਤਰ ਗੁਰ ਮੰਤਰ ਦੇ ਦ੍ਰਿੜ ਅਭਿਆਸੀ ਹੁੰਦੇ ਹੀ ਨਹੀਂ, ਵਾਹਿਗੁਰੂ ਜੀ ਦੇ ਭਾਣੇ ਵਿੱਚ ਆਉਂਦੇ ਹੀ ਨਹੀਂ, ਸਤਿਗੁਰੂ ਜੀ ਦੇ ਸਪੁੱਤਰ ਤੇ ਸਪੁੱਤਰੀਆਂ ਬਣਦੇ ਨਹੀਂ। ਭਾਵ ਕੀ ਹੈ, ਅਜੇ ਉਹਨਾਂ ਤੇ ਵਾਹਿਗੁਰੂ ਜੀ ਦੀ ਸੰਪੰਨ ਕਿਰਪਾ, ਸੰਪੂਰਨ ਕਿਰਪਾ ਨਹੀਂ ਹੋਈ ਹੈ। ਜਿਨ੍ਹਾਂ ਦੇ ਉੱਪਰ ਪੂਰੀ ਕਿਰਪਾ ਹੋ ਜਾਂਦੀ ਹੈ, ਕਰ ਕਿਰਪਾ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਕਿਰਪਾਲਤਾ ਕਰਕੇ ਫਿਰ ਜੀਵਾਂ ਨੂੰ ਸਤਿਗੁਰੂ ਜੀ ਦੇ ਮੇਲ ਦੇ ਨਾਲ ਮਿਲਾਉਂਦੇ ਹਨ ਜੀ।
ਹੋਏ ਦਇਆਲ ਤਿਸ ਆਪ ਮਿਲਾਵੈ। ਜਿਸ ਦੇ ਉੱਪਰ ਸਤਿਗੁਰੂ ਜੀ ਦਇਆਲਤਾ ਕਰਦੇ ਨੇ ਉਸ ਨੂੰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਪੂਰੇ ਸਤਿਗੁਰੂ ਜੀ ਦੇ ਨਾਲ ਮਿਲਾਉਂਦੇ ਹਨ ਜੀ। ਸਰਬ ਨਿਧਾਨ ਗੁਰੂ ਤੇ ਪਾਵੈ। ਫਿਰ ਜਿਹੜਾ ਜਗਿਆਸੂ ਹੈ ਸਾਰੇ ਨਿਧਾਨ ਤੋਂ ਭਾਵ ਹੈ ਖਜ਼ਾਨੇ। ਰਿੱਧੀਆਂ ਸਿੱਧੀਆਂ ਖਜ਼ਾਨੇ ਹੀ ਨੇ ਨਾ, 9 ਨਿਧੀਆਂ 18 ਸਿੱਧੀਆਂ। ਇਸੇ ਪ੍ਰਕਾਰ ਨਿੱਧੀ ਰਿੱਧੀ ਤੇ ਸਿੱਧੀ 3 ਚੀਜ਼ਾਂ ਨੇ। ਰਿੱਧ ਵਸੈ ਬਾਵਾਂਗ ਜੋ 3 ਲੋਕਾਂਤਰ ਮੋਹ ਹੈ। ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਕਿਰਪਾਲੂ ਜੀ ਦੇ ਖੱਬੇ ਹੱਥ ਜਿਹੜੀ ਰਿੱਧੀਆਂ ਨੇ ਨਾ, ਹੱਥ ਜੋੜ ਕੇ ਸੇਵਾ ਦੇ ਅੰਦਰ ਖੜੀਆਂ ਰਹਿੰਦੀਆਂ ਨੇ, ਇਤਨੀ ਤਾਕਤ ਵਾਲੀਆਂ ਨੇ, ਤਿੰਨਾਂ ਹੀ ਲੋਕਾਂ ਦੇ ਜੀਵਾਂ ਦੇ ਮਨ ਨੂੰ ਮੋਹ ਲੈਂਦੀਆਂ ਨੇ। ਇਸ ਪ੍ਰਕਾਰ ਮਨ ਨੂੰ ਮੋਹ ਲੈਣ ਵਾਲੀਆਂ ਰਿੱਧੀਆਂ ਨਿੱਧੀਆਂ ਸਿੱਧੀਆਂ ਇਹ ਸਾਰੇ ਖਜ਼ਾਨੇ ਹੀ ਨੇ। ਤੇ ਹਜ਼ੂਰ ਫਰਮਾਵਣਾ ਕਰਦੇ ਨੇ ਇਹ ਸਾਰੇ ਖਜ਼ਾਨੇ ਜਿਹੜਾ ਜੀਵ ਹੈ ਨਾਮ ਜਪ ਕਰਕੇ ਸਹਿਜੇ ਹੀ ਸਤਿਗੁਰੂ ਜੀ ਤੋਂ ਪ੍ਰਾਪਤ ਕਰ ਲੈਂਦਾ ਹੈ। ਸਰਬ ਨਿਧਾਨ ਗੁਰੂ ਤੇ ਪਾਵੈ ਜੀ। ਇਹ ਸਾਰੇ ਨਿਧਾਨ ਖਜ਼ਾਨੇ ਪ੍ਰਾਪਤ ਕਿਸ ਤੋਂ ਹੁੰਦੇ ਨੇ? ਨਾਮ ਦੁਆਰਾ। ਤੇ ਫਿਰ ਨਿਧੀਆਂ ਦਾ ਤੇ ਬਰਕਤਾਂ ਦਾ ਖਜ਼ਾਨਾ ਨਾਮ ਹੀ ਹੋਇਆ ਨਾ, ਜਿਸ ਦੁਆਰਾ ਸਾਰੇ ਮਿਲਦੇ ਨੇ। ਤੇ ਹਜ਼ੂਰ ਫਰਮਾਉਂਦੇ ਨੇ ਸਰਬ ਨਿਧਾਨ ਗੁਰੂ ਤੇ ਪਾਵੈ। ਸਾਰੇ ਖਜ਼ਾਨਿਆਂ ਦਾ ਮੂਲ ਜੋ ਮੁੱਢ ਨਾਮ ਹੈ ਨਾ, ਜੀਵ ਸਤਿਗੁਰੂ ਜੀ ਦੇ ਪਾਸੋਂ ਹੀ ਪ੍ਰਾਪਤ ਕਰਦਾ ਹੈ। ਪ੍ਰਾਪਤ ਕਰਨਾ ਤੇ ਜਪਣਾ ਪ੍ਰਾਪਤ ਕਰਨਾ ਅਲੱਗ ਚੀਜ਼ਾਂ ਨੇ। ਇੱਕ ਪ੍ਰਾਪਤ ਤੇ ਕਰ ਲੈਂਦਾ ਪਰ ਜਪਦਾ ਨਹੀਂ, ਇੱਕ ਪ੍ਰਾਪਤ ਕਰਦਾ ਤੇ ਜਪਣਾ ਵੀ ਪ੍ਰਾਪਤ ਕਰਦਾ ਹੈ, ਭਾਵ ਹਰ ਵੇਲੇ ਜਪਦਾ ਹੈ। ਫਿਰ ਜੀਵ ਸਾਰੀਆਂ ਨਿਧੀਆਂ ਦਾ ਖਜ਼ਾਨਾ ਸਤਿਗੁਰੂ ਜੀ ਦੇ ਪਾਸੋਂ ਪ੍ਰਾਪਤ ਵੀ ਕਰਦਾ ਹੈ ਤੇ ਜਪਣਾ ਅਥਵਾ ਸਿਮਰਨਾ ਵੀ ਪ੍ਰਾਪਤ ਕਰਦਾ ਹੈ। ਆਪ ਤਿਆਗ ਮਿਟੈ ਆਵਣ ਜਾਣਾ। ਤੇ ਗਰੀਬ ਨਿਵਾਜ ਜਿਹੜੇ ਫਿਰ ਨਾਮ ਦੀ ਦਾਤ ਪ੍ਰਾਪਤ ਕਰ ਲੈਂਦੇ ਨੇ, ਉਹਨਾਂ ਦੀਆਂ ਬਖਸ਼ਿਸ਼ਾਂ ਕੀ ਹੁੰਦੀਆਂ ਨੇ? ਹਜ਼ੂਰ ਫਰਮਾਉਂਦੇ ਨੇ ਪਿਆਰਿਓ, ਉਹਨਾਂ ਨੇ ਆਪਣੇ ਆਪ ਨੂੰ ਹਿਰਦੇ ਚੋਂ ਮਿਟਾ ਦਿੱਤਾ ਹੋਇਆ ਹੈ। ਆਪ ਸਵਾਰ ਹੈ ਮੈਂ ਮਿਲੈ। ਆਪਣੇ ਆਪ ਨੂੰ ਸਵਾਰ ਲੈਂਦੇ ਨੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਮਿਲਣ ਵਾਸਤੇ। ਆਪਣੇ ਆਤਮ ਸਰੂਪ ਨੂੰ ਪ੍ਰਾਪਤ ਕਰ ਲੈਂਦੇ ਨੇ। ਆਪ ਤਿਆਗ ਹਉਮੈ ਭਾਵ ਨੂੰ ਮੇਟ ਦਿੰਦੇ ਨੇ। ਸ਼ਬਦ ਮਰਹੁ ਫਿਰ ਜੀਵਹੁ ਸਦ ਹੀ, ਤਾਂ ਫਿਰ ਮਰਨ ਨਾ ਹੋਈ। ਗੁਰ ਉਪਦੇਸ਼ ਦੇ ਨਾਲ ਹਉਮੈ ਭਾਵ ਨੂੰ, ਮੈਂ ਮੇਰੀ ਨੂੰ ਹਿਰਦੇ ਚੋਂ ਭਾਵ ਕਰ ਲੈਂਦੇ ਨੇ, ਮਾਰ ਲੈਂਦੇ ਨੇ। ਫਿਰ ਮਿਟੈ ਆਵਣ ਜਾਣਾ। ਜਦੋਂ ਮੈਂ ਮੇਰੀ ਨੂੰ ਮੇਟ ਲਿਆ, ਹੰਗਤਾ ਮਮਤਾ ਨੂੰ ਮੇਟ ਲਿਆ, ਫਿਰ ਉਹਨਾਂ ਦਾ ਆਵਣਾ ਤੇ ਜਾਵਣਾ ਪੂਰੇ ਸਤਿਗੁਰੂ ਜੀ ਨੇ ਕਿਰਪਾ ਕਰਕੇ ਮੇਟ ਦਿੱਤਾ ਹੈ। ਉਹ ਜੰਮਣ ਮਰਨ ਦੇ ਵਿੱਚ ਨਹੀਂ ਆਉਂਦੇ, ਕਿਉਂਕਿ ਜਿਹੜੀ ਹੰਗਤਾ ਹੈ ਇਹ ਵੀ ਜੰਮਣ ਮਰਨ ਦਾ ਮੂਲ ਹੈ। ਪਦਾਰਥਾਂ ਵਿੱਚ ਹੰਗਤਾ ਰਹਿ ਗਈ, ਪਦਾਰਥ ਮੇਰੇ ਨੇ। ਜਦੋਂ ਮੇਰੇ ਜੁੜ ਗਏ, ਉਹਨਾਂ ਦੇ ਮੋਹ ਦਾ ਮਾਰਿਆ ਅਗਲਾ ਸਰੀਰ ਲੈ ਕੇ ਫਿਰ ਉੱਥੇ ਹੀ ਆ ਜਾਂਦਾ ਹੈ। ਇਸ ਪ੍ਰਕਾਰ ਜਿਹੜੀ ਹੰਗਤਾ ਇਹ ਜੰਮਣ ਮਰਨ ਦਾ ਮੂਲ ਹੈ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਤੇ ਕਥਨ ਵੀ ਕਰਨਾ ਕੀਤਾ ਨਾ ਕਿ ਜਿਹੜਾ ਪ੍ਰਾਣੀ ਅੰਤਮ ਸਮੇਂ ਜਿਹੜੀ ਚੀਜ਼ ਨੂੰ ਸਿਮਰਦਾ, ਹੰਗਤਾ ਧਾਰਦਾ ਤਾਂ ਹੀ ਸਿਮਰਦਾ ਨਾ, ਮੇਰੀ ਹੈ। ਜੇ ਮੇਰੀ ਨਾ ਹੋਵੇ ਤੇ ਫਿਰ ਯਾਦ ਤੇ ਕਰੇ ਹੀ ਨਾ, ਕੋਈ ਪਰਾਈਆਂ ਵਸਤੂਆਂ ਨੂੰ ਥੋੜਾ ਨਾ ਯਾਦ ਕਰਦਾ ਹੈ। ਹੰਗਤਾ ਹੈ ਮੈਂ ਮੇਰੀ ਦੀ ਧਾਰਨਾ ਕੀਤੀ, ਮੋਹ ਦਾ ਮਾਰਿਆ ਯਾਦ ਕਰਦਾ ਹੈ। ਤੇ ਹਜ਼ੂਰ ਫਰਮਾਉਂਦੇ ਨੇ ਨਾ, ਫਿਰ ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਸਰਪ ਜੋਨ ਵਲ ਵਲ ਉਤਰੈ। ਅੰਤ ਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਸੂਕਰ ਜੋਨ ਵਲ ਵਲ ਉਤਰੈ। ਜਿੱਥੇ ਜਿੱਥੇ ਹੰਗਤਾ ਲੱਗ ਗਈ, ਜਿੱਥੇ ਜਿੱਥੇ ਮੈਂ ਮੇਰੀ ਨੇ ਕਬਜ਼ਾ ਕਰ ਲਿਆ, ਇਹ ਮੇਰੀ ਹੈ, ਫਿਰ ਹੰਗਤਾ ਤੇ ਉੱਥੇ ਮਮਤਾ ਵੀ ਹੋਣੀ ਹੈ। ਜਿੱਥੇ ਮਮਤਾ ਹੈ ਉੱਥੇ ਫਿਰ ਮੋਹ ਦਾ ਮਾਰਿਆ ਜੀਵ ਬਾਰ-ਬਾਰ ਜੰਮਣ ਮਰਨ ਦੇ ਵਿੱਚ ਆਉਂਦਾ ਹੈ। ਤੇ ਹਜ਼ੂਰ ਫਰਮਾਉਂਦੇ ਨੇ ਪੂਰੇ ਸਤਿਗੁਰੂ ਜੀ ਗੁਰਸਿੱਖ ਤੇ ਕਿਰਪਾ ਕਰਦੇ ਨੇ। ਗੁਰਸਿੱਖ ਦੇ ਹਿਰਦੇ ਦੇ ਅੰਦਰੋਂ ਹਉਮੈ ਨੂੰ ਮਾਰ ਦਿੰਦੇ ਨੇ। ਤੇ ਜਦੋਂ ਹਉਮੈ ਦਾ ਅਭਾਵ ਹੋ ਗਿਆ, ਫਿਰ ਜੀਵ ਦਾ ਆਵਣਾ ਤੇ ਜਾਵਣਾ, ਜੰਮਣਾ ਤੇ ਮਰਨਾ ਮਿਟ ਜਾਂਦਾ ਹੈ। ਕੈ ਸੰਗ ਪਾਰ ਬ੍ਰਹਮ ਪਛਾਣਾ। ਸੋ ਸਾਧ ਤੋਂ ਭਾਵ ਹੈ ਸ੍ਰੇਸ਼ਟ ਸਤਿਗੁਰੂ ਜੀ। ਸ੍ਰੇਸ਼ਟ ਸਤਿਗੁਰੂ ਜੀ ਦੀ ਸੰਗਤ ਕਰਕੇ ਫਿਰ ਜਿਹੜਾ ਜਗਿਆਸੂ ਹੈ ਨਾ, ਪਾਰ ਬ੍ਰਹਮ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਮੁਖ ਚੋਂ ਵਿਖਿਆਨ ਕਰਦਾ ਹੈ, ਜਪਦਾ ਹੈ, ਸਿਮਰਦਾ ਹੈ, ਉਚਾਰਦਾ ਹੈ, ਜਪਦਾ ਹੈ ਤੇ ਦੂਸਰਿਆਂ ਤੋਂ ਵਿਖਿਆਨ ਕਰਵਾਉਂਦਾ ਹੈ, ਜਪਾਉਂਦਾ ਹੈ। ਸਾਧ ਸੰਗ ਪੂਰੇ ਸਾਧੂ ਮਹਾਤਮਾ ਦੇ ਨਾਲ ਮਿਲ ਕਰਕੇ ਅਥਵਾ ਸਤ ਸੰਗਤ ਦੇ ਨਾਲ ਮਿਲ ਕਰਕੇ ਸਤਿਗੁਰੂ ਜੀ ਦੇ ਬਖਸ਼ੇ ਹੋਏ ਨਾਮ ਨੂੰ ਮੁਖ ਚੋਂ ਜਪਦਾ ਹੈ, ਦੂਸਰਿਆਂ ਨੂੰ ਜਪਾਉਂਦਾ ਹੈ। ਜਨ ਉਪਰ ਪ੍ਰਭ ਭਏ ਦਇਆਲ। ਸੋ ਜਿਨ੍ਹਾਂ ਜਨਾਂ ਦੇ ਉੱਪਰ, ਜਗਿਆਸੂਆਂ ਦੇ ਉੱਪਰ
ਹਰੀ ਅਕਾਲ ਪੁਰਖ ਵਾਹਿਗੁਰੂ ਜੀ ਆਪ ਕਿਰਪਾ ਕਰਦੇ ਨੇ ਤੇ ਕਿਰਪਾ ਕਰਕੇ ਦਇਆਲੂ ਹੋ ਜਾਂਦੇ ਨੇ। ਦਇਆਲਤਾ ਦਇਆ ਕਰਦੇ ਹਨ। ਜਨ ਕੇ ਟੇਕ ਏਕ ਗੋਪਾਲ, ਉਹਨਾਂ ਜਨਾਂ ਦੀ, ਉਹਨਾਂ ਜਗਿਆਸੂਆਂ ਦੀ, ਉਹਨਾਂ ਪਿਆਰਿਆਂ ਦੀ ਟੇਕ ਇੱਕ ਹਰੀ ਅਕਾਲ ਪੁਰਖ ਵਾਹਿਗੁਰੂ ਗੋਪਾਲ, ਜੋ ਸਾਰੀ ਸ੍ਰਿਸ਼ਟੀ ਦੀ ਪ੍ਰਤ ਪਾਲਣਾ ਕਰਨੇ ਵਾਲਾ ਹੈ, ਤਿਸੇ ਤੇ ਹੀ ਰਹਿੰਦੀ ਹੈ। ਆਸ ਪਿਆਸੀ ਫਿਰ ਕਹਿ ਤਾਈ, ਜੋ ਚਾਤਰਖ ਬੰਦੇਰੇ, ਕਹੋ ਨਾਨਕ ਜੀੜਾ ਬਲਿਹਾਰੀ, ਦੇਹੋ ਦਰਸ ਪ੍ਰਭ ਮੇਰੇ। ਦਰਸ਼ਨ ਦੀਆਂ ਅਰਦਾਸਾਂ ਵੀ ਤਿਸ ਦੇ ਅੱਗੇ, ਵਿਕਾਰਾਂ ਨੂੰ ਮੇਟਣ ਦੀਆਂ ਅਰਦਾਸਾਂ ਵੀ ਉਸੇ ਦੇ ਅੱਗੇ। ਹਿਰਦੇ ਦੀ ਟੇਕ, ਮਨ ਦਾ ਭਰੋਸਾ ਕੇਵਲ ਤਾਂ ਕੇਵਲ ਇੱਕ ਤੇ ਰੱਖਦੇ ਨੇ। ਦੂਸਰੇ ਦਾ ਧਿਆਨ, ਦੂਸਰੇ ਦਾ ਖਿਆਲ ਫੁਰਨੇ ਮਾਤਰ ਵੀ ਆਪਣੇ ਹਿਰਦੇ ਦੇ ਅੰਦਰ ਨਹੀਂ ਆਉਣ ਦਿੰਦੇ ਹਨ ਜੀ। ਉਹਨਾਂ ਫਿਰ ਗੁਰਮੁਖਾਂ ਦੀ ਜਿਹੜੀ ਲਿਵ ਹੈ ਨਾ, ਏਕਾ ਲਿਵ ਇੱਕ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦੇ ਵਿੱਚ ਹੀ ਲੱਗਦੀ ਹੈ। ਉਹਨਾਂ ਦੀ ਜਿਹੜੀ ਲਿਵ ਹੈ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਇੱਕ ਨਾਮ ਦੇ ਅੰਦਰ ਹੀ ਲੱਗਦੀ ਹੈ। ਉਹਨਾਂ ਦੀ ਜਿਹੜੀ ਲਿਵ ਹੈ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਅੰਸ਼ ਇੱਕ ਜੋ ਆਤਮ ਸਵਰੂਪ ਹੈ ਤਿਸ ਦੇ ਅੰਦਰ ਹੀ ਲੱਗਦੀ ਹੈ। ਏਕਾ ਮਨ ਭਾਏ, ਇੱਕ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਹੀ ਭਾਏ ਹਿਰਦੇ ਦੇ ਅੰਦਰ ਗਿਆਨ ਪ੍ਰਾਪਤ ਹੁੰਦਾ ਹੈ। ਉਸ ਦੇ ਗਿਆਨ ਦਾ ਨਾਮ ਹੀ ਬ੍ਰਹਮ ਗਿਆਨ ਹੈ। ਬ੍ਰਹਮ ਦਾ ਗਿਆਨ, ਪਰਮਾਤਮਾ ਦਾ ਗਿਆਨ। ਸੋ ਇਸੇ ਪ੍ਰਕਾਰ ਏਕਾ ਮਨ ਭਾਏ, ਇੱਕ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਪਿਆਰ ਹੀ ਤਿੰਨਾਂ ਦੇ ਹਿਰਦੇ ਦੇ ਅੰਦਰ ਹੈ। ਐਸਾ ਹਿਰਦੇ ਦੇ ਅੰਦਰ ਪਿਆਰ ਹੈ, ਜਦੋਂ ਪਿਆਰ ਦੇ ਨਾਲ ਜਪਦੇ ਨੇ ਹਿਰਦਾ ਕੌਲ ਖਿੜ ਉੱਠਦਾ ਹੈ, ਮੁਖ ਤੇ ਪ੍ਰਸੰਨਤਾ ਆ ਜਾਂਦੀ ਏ ਤੇ ਫਿਰ ਨਾਮ ਨੂੰ ਜਪਦਿਆਂ ਹੋਇਆਂ ਪ੍ਰਸੰਨ ਚਿਤ ਇਵੇਂ ਲੱਗਦਾ ਜਿਵੇਂ ਹੱਸਦੇ ਨੇ। ਤੇ ਹਜ਼ੂਰ ਫਰਮਾਉਂਦੇ ਨੇ, ਹਰ ਜਨ ਗੁਣ ਗਾਵਤ ਹੱਸਿਆ। ਹਰੀ ਦਾ ਪਿਆਰਾ ਇਤਨਾ ਪ੍ਰਸੰਨ ਹੁੰਦਾ ਹੈ, ਹੱਸਦਾ ਨਾਮ ਨੂੰ ਜਪਦਿਆਂ। ਕਈ ਵਾਰ ਕਈ ਜਗਿਆਸੂ ਦੇਖੇ ਜਾਂਦੇ ਨੇ, ਅੰਮ੍ਰਿਤ ਸਰੂਪ ਗੁਰਬਾਣੀ ਦਾ ਕੀਰਤਨ ਸਰਵਣ ਕਰਦੇ ਨੇ, ਚਿਹਰੇ ਖਿੜ ਜਾਂਦੇ ਨੇ, ਮੁਖ ਤੇ ਮੁਸਕਰਾਹਟ ਹੁੰਦੀ ਹੈ, ਇਵੇਂ ਲੱਗਦਾ ਕੀਰਤਨ ਸਰਵਣ ਕਰਦਾ ਹੱਸ ਰਿਹਾ ਹੈ। ਐਸੇ ਹੀ ਪ੍ਰੇਮੀ ਗੁਰ ਉਪਦੇਸ਼ਾਂ ਨੂੰ ਸਰਵਣ ਕਰਨ ਵਾਲੇ, ਕਥਾ ਨੂੰ ਸਰਵਣ ਕਰਨ ਵੇਲੇ ਉਪਦੇਸ਼ਾਂ ਦੀ ਸਮਝ ਪੈਂਦੀ ਏ, ਗੁਰੂ ਕੇ ਉਪਦੇਸ਼ ਪਿਆਰੇ ਲੱਗਦੇ ਨੇ, ਹਿਰਦਾ ਕੌਲ ਖਿੜਦਾ ਹੈ, ਮੁਖ ਤੇ ਪ੍ਰਸੰਨਤਾ ਆਉਂਦੀ ਹੈ, ਮੁਸਕਰਾਹਟ ਆਉਂਦੀ, ਲੱਗਦਾ ਹੈ ਇਹ ਹੱਸ ਰਿਹਾ ਹੈ। ਹਰ ਜਨ ਗੁਣ ਗਾਵਤ ਹੱਸਿਆ। ਇਹਨਾਂ ਦਾ ਹੱਸਣਾ ਦੁਨਿਆਵੀ ਹਾਸੇ ਵਰਗਾ ਨਹੀਂ ਹੁੰਦਾ। ਦੁਨਿਆਵੀ ਹਾਸਾ ਜਿਹੜਾ ਹੈ ਉਹ ਮੋਹ ਦੇ ਅਧੀਨ ਹੁੰਦਾ ਹੈ। ਜਿੱਥੇ ਮੋਹ ਹੈ, ਆਪਣੇ ਪਿਆਰੇ ਦੀ ਕੋਈ ਚੰਗੀ ਗੱਲ ਸੁਣ ਲਈ ਹੱਸ ਲਿਆ, ਜਾਂ ਫਿਰ ਇਸੇ ਪ੍ਰਕਾਰ ਵਾਧੂ ਦੇ ਜੋਕ ਚੁਟਕਲੇ ਇਤਿਆਦਿਕ ਸੁਣ ਲਏ ਹੱਸ ਲਏ, ਜਿਹੜੇ ਨਿਰਾਰਥਕ ਨੇ। ਪਰ ਵਾਹਿਗੁਰੂ ਜੀ ਦੇ ਪਿਆਰਿਆਂ ਦਾ ਹੱਸਣਾ ਵੀ ਸਫਲ ਹੈ, ਰੋਣਾ ਵੀ ਸਫਲ ਹੈ, ਕਿਉਂਕਿ ਹੱਸਦੇ ਵੀ ਪਿਆਰ ਵਿੱਚ ਨੇ ਤੇ ਰੋਂਦੇ ਵੀ ਪਿਆਰ ਵਿੱਚ ਨੇ। ਇੱਥੇ ਰੋਣ ਤੋਂ ਭਾਵ ਦੁਨਿਆਵੀ ਪਦਾਰਥਾਂ ਵਰਗਾ ਰੋਣਾ ਨਹੀਂ, ਇੱਥੇ ਰੋਣ ਤੋਂ ਭਾਵ ਵੈਰਾਗ ਹੈ। ਵਾਹਿਗੁਰੂ ਜੀ ਦਾ ਵਿਛੋੜਾ ਝੱਲਿਆ ਨਹੀਂ ਜਾਂਦਾ, ਹਿਰਦੇ ਦੇ ਵਿੱਚ ਬੜਾ ਵੈਰਾਗ ਹੈ ਤੇ ਨੇਤਰਾਂ ਦੇ ਵਿੱਚੋਂ ਆਪ ਮੁਹਾਰੇ ਹੰਝੂ ਪਏ ਚੱਲਦੇ ਨੇ। ਹਜ਼ੂਰ ਫਰਮਾਉਂਦੇ ਨੇ, ਰੰਗ ਹੱਸਹੇ ਰੰਗ ਰੋਵਹੇ, ਚੁੱਪ ਵੀ ਕਰ ਜਾਹੇ। ਰੰਗ ਦਾ ਅਰਥ ਹੈ ਪਿਆਰ। ਉਸ ਵਾਹਿਗੁਰੂ ਜੀ ਦੇ ਪਿਆਰ ਦੇ ਵਿੱਚ ਹੱਸਦੇ ਨੇ, ਪਿਆਰ ਦੇ ਵਿੱਚ ਵੈਰਾਗ ਕਰਦੇ ਨੇ, ਪਿਆਰ ਵਿੱਚ ਹੀ ਚੁੱਪ ਕਰ ਜਾਂਦੇ ਨੇ। ਸੋ ਹਜ਼ੂਰ ਫਰਮਾਉਂਦੇ ਨੇ, ਐਸੇ ਪੂਰੇ ਸਤਿਗੁਰੂ ਜੀ ਦੇ ਬਖਸ਼ੇ ਹੋਏ ਜਿਹੜੇ ਗੁਰਸਿੱਖ ਨੇ ਨਾ, ਉਹਨਾਂ ਦੇ ਹਿਰਦੇ ਵਿੱਚ ਇੱਕ ਦਾ ਹੀ ਗਿਆਨ ਹੈ, ਇੱਕ ਦਾ ਹੀ ਪਿਆਰ ਹੈ। ਇੱਕ ਹਰੀ ਅਕਾਲ ਪੁਰਖ ਜੀ ਦੇ ਅੰਦਰ ਹੀ ਚਿੱਤ ਦੀ ਸੁਰਤ ਜੋੜ ਕੇ ਰੱਖਦੇ ਹਨ ਜੀ, ਮਨ ਦੀ ਬਿਰਤੀ ਜੋੜ ਕੇ ਰੱਖਦੇ ਨੇ। ਸਰਬ ਨਿਧਾਨ ਜਨ ਕੈ ਹਰ ਨਾਉ। ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਹੀ ਸਤਿਗੁਰੂ ਜੀ ਦੇ ਪਿਆਰੇ ਵਾਸਤੇ ਸਾਰੇ ਖਜ਼ਾਨੇ ਨੇ। ਸਤ, ਸੰਤੋਖ, ਧੀਰਜ, ਖਿਮਾ, ਧਰਮ, ਗਿਆਨ, ਮੈਤਰੀ, ਮੁੱਦਤਾ, ਕਰੁਣਾ, ਅਮੇਖਿਆ, ਸ਼ਰਵਣ, ਮੰਨਣ, ਨਿਧਿਆਸਣ, ਸਾਰੀਆਂ ਦਾਤਾਂ ਨਾਮ ਚੋਂ ਪ੍ਰਾਪਤ ਹੁੰਦੀਆਂ ਨੇ। ਇਸੇ ਪ੍ਰਕਾਰ ਬ੍ਰਹਮ ਗਿਆਨ, ਸਰੂਪ ਰੂਪ ਦੀ ਪ੍ਰਾਪਤੀ, ਵਾਹਿਗੁਰੂ ਜੀ ਦੀ ਭੇਦਤਾ, ਇਹ ਸਾਰੀਆਂ ਦਾਤਾਂ ਰਿੱਧੀਆਂ ਸਿੱਧੀਆਂ ਚਰਨਾਂ ਦੀਆਂ ਦਾਸੀਆਂ ਹੋ ਜਾਂਦੀਆਂ ਨੇ। ਸਾਰੀਆਂ ਦਾਤਾਂ ਨਾਮ ਤੋਂ ਹੀ ਮਿਲਦੀਆਂ ਨੇ। ਤੇ ਹਜ਼ੂਰ ਫਰਮਾਉਂਦੇ ਨੇ, ਪੂਰੇ ਸਤਿਗੁਰੂ ਜੀ ਦੇ ਪੂਰੇ ਗੁਰਸਿੱਖਾਂ ਦਾ ਨਾਮ ਹੀ ਖਜ਼ਾਨਾ ਹੈ, ਸਾਰੀਆਂ ਵਸਤੂਆਂ ਦਾ ਨਿਧਾਨ ਹੈ, ਸਾਗਰ ਸਮੁੰਦਰ ਹੈ। ਪਰ ਬ੍ਰਹਮ ਸਿਉ ਲਾਗੇ ਪ੍ਰੇਤ। हे ਹਜ਼ੂਰ ਪਾਤਸ਼ਾਹ ਜੀ, ਜਿਨ੍ਹਾਂ ਦੀ ਪ੍ਰੀਤ, ਜਿਨ੍ਹਾਂ ਦਾ ਪਿਆਰ ਵਾਹਿਗੁਰੂ ਜੀ ਦੇ ਨਾਲ ਲੱਗ ਜਾਂਦਾ ਹੈ, ਮਨ ਦੀ ਅਵਸਥਾ ਤੇ ਆਪ ਜੀ ਨੇ ਦਰਸਾਈ ਹੈ।
ਪਰ ਕੀ ਉਹਨਾਂ ਦੀ ਤਨ ਦੀ ਕਿਰਿਆ ਤੇ ਵੀ ਕੋਈ ਫਰਕ ਪੈਂਦਾ ਹੈ ਜਾਂ ਤਨ ਦੀ ਕਿਰਿਆ ਪਹਿਲਾਂ ਵਰਗੀ ਹੀ ਰਹਿੰਦੀ ਹੈ? ਤੇ ਹਜ਼ੂਰ ਫਰਮਾਉਂਦੇ ਨੇ, ਪਿਆਰਿਓ ਪਾਰ ਬ੍ਰਹਮ ਸਿਓ ਲਾਗਿਆ ਪ੍ਰੀਤ, ਜਿਨ੍ਹਾਂ ਦੀ ਪ੍ਰੀਤ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਲੱਗ ਜਾਂਦੀ ਏ, ਹਿਰਦੇ ਦਾ ਪਿਆਰ ਲੱਗ ਜਾਂਦਾ ਹੈ, ਦੁਨੀਆ ਨਾਲੋਂ ਤੋੜ ਕੇ ਵਾਹਿਗੁਰੂ ਜੀ ਨਾਲ ਜਿਹੜੇ ਜੁੜ ਜਾਂਦੇ ਨੇ, ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ। ਜਿਨ੍ਹਾਂ ਨੇ ਵਿਕਾਰਾਂ ਨਾਲੋਂ ਪ੍ਰੀਤੀ ਤੋੜ ਲਈ, ਜਿਨ੍ਹਾਂ ਨੇ ਮੋਹ ਵੱਲੋਂ ਪ੍ਰੀਤੀ ਤੋੜ ਲਈ, ਕਾਮ ਦੇ ਨਾਲੋਂ ਪ੍ਰੀਤੀ ਤੋੜ ਲਈ, ਜੜ ਮਾਇਆ ਚੇਤਨ ਮਾਇਆ ਦੇ ਨਾਲੋਂ ਪ੍ਰੀਤੀ ਤੋੜ ਲਈ, ਨਿਰਮਲ ਕਰਨੇ ਸਾਚੇ ਰੇਤ, ਉਹਨਾਂ ਦੇ ਸਰੀਰ ਦੀ ਕਰਨੀ ਵੀ ਨਿਰਮਲ ਹੋ ਜਾਂਦੀ ਏ। ਸਰੀਰ ਦੁਆਰਾ ਵੀ ਉਹ ਨਿਰਮਲ ਕਰਮ ਹੀ ਕਰਦੇ ਨੇ, ਮੈਲੇ ਕਰਮ ਨਹੀਂ ਕਰਦੇ, ਪਾਪ ਕਿਰਿਆ ਵਾਲੇ ਕਰਮ ਨਹੀਂ ਕਰਦੇ। ਸਰਬ ਧਰਮ ਮਹਿ ਸ੍ਰੇਸ਼ਟ ਧਰਮ, ਹਰਿ ਕੋ ਨਾਮ ਜਪ ਨਿਰਮਲ ਕਰਮ। ਵਾਹਿਗੁਰੂ ਜੀ ਦਾ ਨਾਮ ਜਪਦੇ ਨੇ ਤੇ ਨਿਰਮਲ ਕਰਮ ਕਰਦੇ ਨੇ, ਭਾਉ ਭਗਤੀ ਦੇ, ਪ੍ਰੇਮਾ ਭਗਤੀ ਦੇ ਕਰਮ ਕਰਦੇ ਨੇ। ਹਜ਼ੂਰ ਨਿਰਮਲ ਕਰਮ ਕਿਹਨਾਂ ਨੂੰ ਕਿਹਾ ਜਾਂਦਾ? ਜਿਨ੍ਹਾਂ 'ਚ ਨਿਰਮਲ ਮੈਲ ਨਹੀਂ ਹੈ, ਜਿਹੜੇ ਮੈਲ ਤੋਂ ਰਹਿਤ ਨੇ। ਪਰਉਪਕਾਰ ਵਾਲੇ ਕਰਮ, ਲੋਕ ਭਲਾਈ ਦੇ ਕਰਮ, ਆਪ ਦੁੱਖ ਝੱਲ ਕੇ ਵੀ ਦੂਜਿਆਂ ਨੂੰ ਸੁੱਖ ਦੇਣਾ। ਆਇਆ ਤਾਕਾ ਸਫਲ ਹੈ ਜੋ ਪਰਉਪਕਾਰੀ ਹੋਏ, ਦੁਖ ਸਹਿ ਸਿਰ ਆਪਣਾ ਸੁਖਦਾਈ ਸਭ ਕੋਏ। ਆਪਣੇ ਸਿਰ ਤੇ ਦੁੱਖ ਝੱਲ ਕੇ ਵੀ ਦੂਜਿਆਂ ਨੂੰ ਸੁੱਖ ਦਿੰਦੇ ਨੇ। ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀਆਂ ਜਿਤਨੀਆਂ ਜੰਗਾਂ ਨੇ, ਸਾਨੂੰ ਬਾਹਰੀ ਦ੍ਰਿਸ਼ਟੀ ਦੇਖਣ ਦੇ ਨਾਲ ਨਜ਼ਰ ਆਉਂਦਾ ਸਤਿਗੁਰੂ ਜੀ ਮੁਸੀਬਤਾਂ ਵਿੱਚ ਘਿਰੇ ਹੋਏ ਨੇ ਕਿ ਸਤਿਗੁਰੂ ਜੀ ਨਿੱਜ ਸਵਾਰਥ ਵਾਸਤੇ ਇਤਨੇ ਦੁੱਖ ਝੱਲੇ ਕਿਧਰੇ। ਗੁਲਾਮਾਂ ਨੂੰ ਆਜ਼ਾਦ ਕਰਨ ਵਾਸਤੇ, ਨੀਵਿਆਂ ਨੂੰ ਉੱਚੇ ਚੁੱਕਣ ਵਾਸਤੇ, ਸਾਨੂੰ ਗਲ ਨਾਲ ਲਾਉਣ ਵਾਸਤੇ, ਸਾਨੂੰ ਸਰਦਾਰੀਆਂ ਦੇਣ ਵਾਸਤੇ, ਪਰਉਪਕਾਰ ਦੇ ਹਿੱਤ ਸਤਿਗੁਰੂ ਜੀ ਨੇ ਇਤਨੀ ਵੱਡੀ ਭਾਰੀ ਘਾਲਣਾ ਖਾਲੀ ਹੈ। ਪਿਆਰਿਓ ਇਸੇ ਪ੍ਰਕਾਰ ਜਿਹੜੇ ਸਤਿਗੁਰੂ ਜੀ ਦੇ ਪਿਆਰੇ, ਵਾਹਿਗੁਰੂ ਜੀ ਦੇ ਪਿਆਰੇ ਹੁੰਦੇ ਨੇ, ਲੰਗਰ ਵੀ ਲੋਕਾਂ ਵਾਸਤੇ, ਬਿਲਡਿੰਗਾਂ ਲੋਕਾਂ ਵਾਸਤੇ, ਸਰਾਵਾਂ ਸੰਗਤਾਂ ਵਾਸਤੇ, ਪਦਾਰਥ ਸੰਗਤਾਂ ਵਾਸਤੇ, ਜੇ ਸੜਕਾਂ ਬਣਾਉਂਦੇ ਨੇ, ਪੁਲ ਬਣਾਉਂਦੇ ਨੇ ਤਾਂ ਵੀ ਲੋਕਾਂ ਵਾਸਤੇ, ਸੰਗਤਾਂ ਵਾਸਤੇ। ਇਸ ਪ੍ਰਕਾਰ ਉਹਨਾਂ ਦੀ ਜਿਹੜੀ ਕਰਨੀ ਉਹ ਨਿਰਮਲ ਹੋ ਜਾਂਦੀ ਹੈ। ਇਹ ਸੱਚੀ ਰੀਤ ਹੈ ਉਹਨਾਂ ਦੀ, ਵਾਹਿਗੁਰੂ ਜੀ ਦੇ ਪਿਆਰਿਆਂ ਦੀ ਸੱਚੀ ਰਹੁ ਰੀਤੀ ਮਰਿਆਦਾ ਹੈ। ਗੁਰਪੂਰਾ ਮਿਟਿਆ ਅੰਧਿਆਰਾ, ਪੂਰੇ ਸਤਿਗੁਰੂ ਜੀ ਨੇ ਕਿਰਪਾਲਤਾ ਕਰਕੇ ਤਿੰਨਾਂ ਦੇ ਹਿਰਦੇ ਦੇ ਵਿੱਚੋਂ ਅਗਿਆਨਤਾ ਦਾ ਹਨੇਰਾ ਮੇਟ ਦਿੱਤਾ ਹੈ। ਅਗਿਆਨ ਅੰਧੇਰ ਵਿਨਾਸ਼, ਅਗਿਆਨਤਾ ਦੇ, ਅਲਪਗਤਾ ਦੇ ਹਨੇਰੇ ਨੂੰ, ਅਵਿਦਿਆ ਦੇ ਹਨੇਰੇ ਨੂੰ, ਮਨਮੁਖਤਾਈ ਦੇ ਅੰਧ ਉਗਬਾਰ ਨੂੰ ਸਤਿਗੁਰੂ ਜੀ ਨੇ ਤਿੰਨਾਂ ਦੇ ਹਿਰਦੇ ਦੇ ਅੰਦਰੋਂ ਅਭਾਵ ਕਰ ਦਿੱਤਾ ਹੈ, ਚੁੱਕ ਦਿੱਤਾ ਹੈ, ਮਿਟਾ ਦਿੱਤਾ ਹੈ। ਨਾਨਕ ਕਾ ਪ੍ਰਭ ਅਪਰ ਅਪਾਰਾ। ਸੋ ਗਰੀਬ ਨਿਵਾਜ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਸਿੱਖੋ ਸਾਡਾ ਨਾਨਕ ਦਾ ਜੋ ਪ੍ਰਭੂ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਆ ਨਾ, ਉਹ ਐਸਾ ਹੈ ਜਿਹੜਾ ਅਪਰ ਪਾਰਾਵਾਰ ਤੋਂ ਪਰੇ ਹੈ। ਅਪਾਰਾ, ਉਸ ਦਾ ਕੋਈ ਕੰਢਾ ਨਹੀਂ ਆਉਂਦਾ, ਅੰਤ ਨਹੀਂ ਆਉਂਦਾ, ਆਦ ਅੰਤ ਤੋਂ ਰਹਿਤ ਹੈ। ਅਪਰ ਜਿਹੜਾ ਬ੍ਰਹਮੇ ਕਰਕੇ ਵੀ ਉਸ ਦੇ ਵੀ ਪਾਰਾਵਾਰ ਤੋਂ ਪਰੇ ਹੈ, ਤੇ ਅਪਾਰਾ ਸ੍ਰਿਸ਼ਟੀ ਦੇ ਵੀ ਪਾਰਾਵਾਰ ਤੋਂ ਰਹਿਤ ਹੈ। ਸ੍ਰਿਸ਼ਟੀ ਦੇ ਜੀਵ ਤੋਂ ਲੈ ਕਰਕੇ ਬ੍ਰਹਮੇ ਤੱਕ, ਕੀੜੀ ਤੋਂ ਲੈ ਕਰਕੇ ਬ੍ਰਹਮੇ ਤੱਕ ਕੋਈ ਵੀ ਉਸ ਦਾ ਆਦ ਅੰਤ ਨਹੀਂ ਜਾਣ ਸਕਦਾ ਹੈ ਜੀ। ਗੋੜੇ ਗੁਆਰੇ ਰੇ ਮਹੱਲਾ ਪੰਜਵਾਂ। ਗਰੀਬ ਨਿਵਾਜ ਸਤਿਗੁਰਾਂ ਦੇ ਮੁਬਾਰਕ ਚਰਨਾਂ ਵੇਖੇ ਗੁਰਸਿੱਖਾਂ ਨੇ ਅਰਜ਼ੋਈ ਕੀਤੀ ਹੈ, ਸੱਚੇ ਪਾਤਸ਼ਾਹ ਸੰਸਾਰ ਸਾਗਰ ਤੋਂ ਸੁਖੈਨ ਹੀ ਕਿਵੇਂ ਤਰ ਜਾਈਏ। ਜਿਹੜਾ ਸੰਸਾਰ ਸਾਗਰ ਤੋਂ ਤੈਰਨਾ, ਇਸ ਨੂੰ ਪਾਰ ਕਰਨਾ ਅਤਿਅੰਤ ਦੁਸ਼ਤਰ ਹੈ, ਕਠਿਨ ਹੈ। ਮਹਾਰਾਜ ਅਤਿਅੰਤ ਔਖਾ ਕਾਰਜ ਹੈ। ਕਿਰਪਾਲਤਾ ਕਰਕੇ ਉਪਦੇਸ਼ ਬਖਸ਼ੋ, ਸੁਖੈਨ ਹੀ ਸੰਸਾਰ ਸਾਗਰ ਤੋਂ ਤਰ ਜਾਈਏ। ਤੇ ਹਜ਼ੂਰ ਪਾਤਸ਼ਾਹ ਜੀ ਗੌੜੀ ਰਾਗ ਦੇ ਅੰਦਰ ਗੁਆਰੇਰੀ ਜਾਤੀ ਹੈ, ਇਸ ਦੀ ਫਰਮਾਵਨਾ ਕਰਦੇ ਹਨ ਪੰਜਵੇਂ ਪਾਤਸ਼ਾਹ ਜੀ। ਜਿਸ ਮਨ ਵਸੈ ਤਰੈ ਜਨ ਸੋਏ। ਪਿਆਰਿਓ ਜਿਸ ਵੀ ਜਗਿਆਸੂ ਦੇ ਹਿਰਦੇ ਦੇ ਅੰਦਰ, ਜੀਵ ਦੇ ਹਿਰਦੇ ਦੇ ਅੰਦਰ, ਪਿਆਰੇ ਅਥਵਾ ਗੁਰਸਿੱਖ ਦੇ ਹਿਰਦੇ ਦੇ ਅੰਦਰ ਵਾਹਿਗੁਰੂ ਜੀ ਦਾ ਨਾਮ ਵਸ ਜਾਂਦਾ ਨਾ, ਤਰੈ ਜਨ ਸੋਏ, ਉਹ ਸਹਿਜੇ ਹੀ ਸੰਸਾਰ ਸਾਗਰ ਤੋਂ ਤਰ ਜਾਂਦਾ ਹੈ। ਜਿਵੇਂ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਬਾਲੇ ਮਰਦਾਨੇ ਦੇ ਸਹਿਤ ਸਮੁੰਦਰ ਤੇ ਤੁਰਦੇ ਜਾ ਰਹੇ ਨੇ ਨਾ, ਤੇ ਬਚਨ ਕੀਤਾ ਹੋਇਆ, ਬਾਲਾ ਜੀ ਮਰਦਾਨਾ ਜੀ ਜਪਦੇ ਰਹੋ ਵਾਹਿਗੁਰੂ 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 ਜਪੋ।
ਤੇ ਮਰਦਾਨਾ ਜੀ, ਭਾਈ ਬਾਲਾ ਜੀ ਵਾਹਿਗੁਰੂ ਵਾਹਿਗੁਰੂ ਜਪਦੇ ਪਿੱਛੇ ਪਿੱਛੇ ਸਤਿਗੁਰੂ ਜੀ ਦੇ ਤੁਰੇ ਜਾ ਰਹੇ ਨੇ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਅੱਗੇ ਅੱਗੇ ਤੇ ਇਹਨਾਂ ਦਾ ਮਾਰਗ ਦਰਸ਼ਨ ਕਰਦਿਆਂ ਹੋਇਆਂ ਤੁਰੇ ਜਾ ਰਹੇ ਨੇ। ਤੇ ਮਰਦਾਨਾ ਜੀ ਦੇ ਸ਼ਰਵਣਾ ਦੇ ਅੰਦਰ ਸਰੋਤ ਪਈ ਹੈ, ਕੰਸੋਲ ਆਈ ਹੈ। ਸਤਿਗੁਰੂ ਜੀ ਕੀ ਉਚਾਰਦੇ ਨੇ? ਸੁਣਿਆ ਸਤਿਗੁਰੂ ਜੀ ਤੇ ਸੋਹੰਗ ਉਚਾਰਦੇ ਨੇ। ਫੁਰਨਾ ਬਣ ਗਿਆ ਜ਼ਰੂਰ। ਸੋਹੰਗ ਦੇ ਵਿੱਚ ਜ਼ਿਆਦਾ ਸ਼ਕਤੀ ਹੋਵੇਗੀ, ਜ਼ਿਆਦਾ ਸ਼ਕਤੀ ਵਾਲਾ ਨਾਮ ਹੋਏਗਾ, ਤਾਂ ਹੀ ਤੇ ਸਤਿਗੁਰੂ ਜੀ ਸੋਹੰਗ ਜਪ ਰਹੇ ਨੇ ਨਾ। ਤੇ ਮਹਾਰਾਜ ਜੀ ਦੇ ਵਿੱਚ ਸ਼ਕਤੀਆਂ ਵੀ ਤਾਂ ਹੀ ਜ਼ਿਆਦਾ ਨੇ। ਇਵੇਂ ਵਿਚਾਰ ਕਰਕੇ ਮਰਦਾਨਾ ਜੀ ਵੀ ਬੋਲਣ ਲੱਗੇ ਸੋਹੰਗ ਸੋਹੰਗ ਸੋਹੰਗ। ਬਸ ਸੋਹੰਗ ਬੋਲਣਾ ਹੀ ਸੀ। ਜਿਹੜਾ ਸਾਗਰ ਦੇ ਉੱਪਰ, ਪਾਣੀ ਦੇ ਉੱਪਰ ਐਵੇਂ ਤੁਰੇ ਜਾਂਦੇ ਸਨ ਜਿਵੇਂ ਜ਼ਮੀਨ ਤੇ ਤੁਰੀਦਾ, ਸੋਹੰਗ ਉਚਾਰਨਾ ਸ਼ੁਰੂ ਕੀਤਾ, ਉਸੇ ਵੇਲੇ ਡੁੱਬਣ ਲੱਗੇ। ਜਦੋਂ ਡੁੱਬਣ ਲੱਗੇ ਪਾਣੀ ਵਿੱਚ ਹੱਥ ਪੈਰ ਮਾਰੇ ਨੇ ਉੱਪਰ ਆਉਣ ਵਾਸਤੇ। ਹੱਥ ਪੈਰ ਵੱਜਣ ਦੇ ਨਾਲ ਪਾਣੀ ਦਾ ਖੜਾਕ ਹੋਇਆ। ਸਤਿਗੁਰੂ ਜੀ ਨੇ ਪਿੱਛੇ ਮੁੜ ਕੇ ਦੇਖਿਆ ਤੇ ਸੋਹੰਗ ਸੋਹੰਗ ਕਹਿੰਦਾ ਡੁੱਬ ਰਿਹਾ। ਹਜ਼ੂਰ ਨੇ ਫਰਮਾਇਆ ਮਰਦਾਨਿਆ ਬੋਲ ਵਾਹਿਗੁਰੂ। ਭਾਈ ਮਰਦਾਨਾ ਜੀ ਨੇ ਵਾਹਿਗੁਰੂ ਬੋਲਿਆ ਤੇ ਅਚਿੰਤੇ ਹੀ ਸੁਤੇ ਸੇ ਦੇ ਨਿਰਜਤਨ ਹੀ ਪਾਣੀ ਦੇ ਉੱਪਰ ਪਹਿਲਾਂ ਵਾਂਗੂ ਖੜੇ ਹੋ ਗਏ ਤੇ ਤੁਰਨ ਲੱਗੇ। ਤੇ ਹਜ਼ੂਰ ਨੇ ਫਿਰ ਪ੍ਰਵਚਨ ਫਰਮਾਏ ਗੁਰ ਕਹਿਆ ਸਾਕਾਰ ਕਮਾਵਹੁ। ਸਿੱਖੋ, ਜੋ ਸਤਿਗੁਰੂ ਜੀ ਹੁਕਮ ਕਰਦੇ ਨੇ, ਬਚਨ ਕਰਦੇ, ਪ੍ਰਵਚਨ ਫਰਮਾਉਂਦੇ ਨੇ, ਉਹ ਕਾਰਜ ਕਰੋ। ਉਹਨਾਂ ਉਪਦੇਸ਼ਾਂ ਨੂੰ ਕਮਾਵੋ, ਉਸ ਕਿਰਤ ਨੂੰ ਕਮਾਵੋ। ਗੁਰ ਕੀ ਕਰਨੀ ਕਾਹੇ ਧਾਵਹੁ। ਜੋ ਸਤਿਗੁਰੂ ਜੀ ਕਰਦੇ ਨੇ ਉਹ ਨਾ ਕਰੋ। ਸੋ ਹਜ਼ੂਰ ਫਰਮਾਵਣਾ ਕਰਦੇ ਨੇ ਜਿਵੇਂ ਮਰਦਾਨਾ ਜੀ ਦੇ ਮੁਖ ਦੇ ਵਿੱਚ ਮੰਤਰ ਬਦਲ ਗਿਆ ਤੇ ਡੁੱਬਣ ਲੱਗੇ, ਪਰ ਜਦੋਂ ਵਾਹਿਗੁਰੂ ਗੁਰ ਮੰਤਰ ਜਪਿਆ ਤੇ ਫਿਰ ਤੈਰ ਪਏ, ਪਾਣੀ ਦੀ ਸਤ੍ਹਾ ਦੇ ਉੱਪਰ ਆ ਗਏ। ਪੰਡਿਤ ਹਰਦਿਆਲ ਜੀ ਸਾਰਕਤਾਵਲੀ ਨਾਮੇ ਗ੍ਰੰਥ ਦੇ ਅੰਦਰ ਲਿਖਣਾ ਕਰਦੇ ਨੇ ਤਿਆਗ ਦੇਤ ਗੁਰ ਮੰਤਰ ਜੋ ਸਿੱਧ ਪੀ ਨਰਕੇ ਜਾਤ। ਜਿਹੜੇ ਗੁਰੂ ਕੇ ਮੰਤਰ ਦਾ ਜਾਪ ਨਹੀਂ ਕਰਦੇ, ਵਾਹਿਗੁਰੂ ਜੀ ਦਾ ਅਭਿਆਸ ਨਹੀਂ ਕਰਦੇ, ਭਾਵੇਂ ਉਹ ਰਿੱਧੀਆਂ ਸਿੱਧੀਆਂ ਪ੍ਰਾਪਤ ਵੀ ਕਰ ਲੈਣ, ਸ਼ਕਤੀਆਂ ਵਾਲੇ ਵੀ ਹੋ ਜਾਣ, ਪਰ ਜੇ ਗੁਰ ਮੰਤਰ ਤਿਆਗ ਦਿੱਤਾ ਤੇ ਫਿਰ ਨਰਕਾਂ 'ਚ ਜਾਣਾ ਪੈਂਦਾ ਹੈ। ਸਤਿਗੁਰੂ ਜੀ ਦੇ ਮੰਤਰ ਨੂੰ ਕਦੇ ਵਿਸਾਰਨਾ ਨਹੀਂ। ਗੁਰਸਿੱਖਾਂ ਦੀ ਬੇਨਤੀ ਹੈ ਮਹਾਰਾਜ ਜੀ ਸੁਖੈਨ ਸਹਿਜੇ ਕਿਵੇਂ ਤਰ ਜਾਈਦਾ। ਤੇ ਹਜ਼ੂਰ ਫਰਮਾਉਂਦੇ ਨੇ ਜਿਸ ਮਨ ਵਸੈ, ਜਿਸ ਗੁਰਸਿੱਖ ਜਗਿਆਸੂ ਦੇ ਹਿਰਦੇ ਦੇ ਅੰਦਰ ਸਤਿਗੁਰੂ ਜੀ ਦਾ ਗੁਰ ਮੰਤਰ ਨਾਮ ਵਸ ਜਾਂਦਾ ਹੈ ਤਾਂ ਰਹਿ ਜਨ ਸੋਏ। ਉਹ ਸਹਿਜੇ ਹੀ ਸੰਸਾਰ ਸਾਗਰ ਤੋਂ ਤਰ ਜਾਂਦਾ ਹੈ, ਪਾਰ ਉਤਾਰਾ ਹੋ ਜਾਂਦਾ ਹੈ ਤਿਸ ਦਾ। ਜਾਂ ਕੈ ਕਰਮ ਪਰਾਪਤ ਹੋਏ। ਹਜ਼ੂਰ ਫਿਰ ਇਹ ਨਾਮ ਮੰਤਰ ਸਾਰਿਆਂ ਨੂੰ ਕਿਉਂ ਨਹੀਂ ਮਿਲ ਜਾਂਦਾ? ਤੇ ਗਰੀਬ ਨਿਵਾਜ ਫਰਮਾਉਂਦੇ ਨੇ ਜਾ ਕੈ ਕਰਮ। ਪਿਆਰਿਓ, ਜਿਸ ਦੇ ਪੂਰਬਲੇ ਕਰਮਾਂ ਦੇ ਨਿਸ਼ਕਾਮ ਸ਼ੁਭ ਕਰਮ ਕੀਤੇ ਹੋਏ ਹੁੰਦੇ ਹਨ ਨਾ, ਪ੍ਰਾਪਤ ਹੋਏ, ਤਿਸ ਨੂੰ ਹੀ ਪੂਰੇ ਸਤਿਗੁਰੂ ਜੀ ਦੇ ਪਾਸੋਂ ਗੁਰ ਮੰਤਰ ਦੀ ਪ੍ਰਾਪਤੀ ਹੁੰਦੀ ਹੈ। ਬਾਕੀ ਤੇ ਕੱਚੇ ਪਿੱਲਿਆਂ ਦੇ, ਅੱਧੇ ਅਧੂਰਿਆਂ ਦੇ ਡੇਰਿਆਂ ਤੇ ਜਾ ਕਰਕੇ ਆਪਣਾ ਜੀਵਨ, ਇੱਜ਼ਤ ਤੇ ਪੈਸਾ ਹੀ ਬਰਬਾਦ ਕਰਦੇ ਨੇ, ਜਨਮ ਹੀ ਬਰਬਾਦ ਕਰਦੇ ਨੇ। ਇਹ ਤਾਂ ਪੂਰਾ ਕਰਮ, ਜਾ ਕੇ ਕਰਮ, ਜਿਸ ਦੇ ਉੱਪਰ ਜਾ ਕੇ, ਜਿਸ ਦੇ ਉੱਪਰ ਕਰਮ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਰਮ ਬਖਸ਼ਿਸ਼ ਹੋ ਜਾਵੇ ਨਾ, ਪ੍ਰਾਪਤ ਹੋਵੇ, ਤੇ ਇਸ ਨੂੰ ਪੂਰੇ ਸਤਿਗੁਰੂ ਜੀ ਦੀ ਪ੍ਰਾਪਤੀ ਹੁੰਦੀ ਹੈ। ਫਿਰ ਜਾ ਕੇ ਕਰਮ ਪ੍ਰਾਪਤ ਹੋਏ, ਜਿਸ ਦੇ ਉੱਪਰ ਪੂਰੇ ਸਤਿਗੁਰੂ ਜੀ ਦੀ ਬਖਸ਼ਿਸ਼ ਹੋ ਜਾਵੇ, ਇਸ ਨੂੰ ਵਾਹਿਗੁਰੂ ਗੁਰ ਮੰਤਰ ਦੀ ਪੂਰੇ ਸਤਿਗੁਰੂ ਜੀ ਦੇ ਪਾਸੋਂ ਪ੍ਰਾਪਤੀ ਹੁੰਦੀ ਹੈ। ਜਿਹੜੇ ਵਾਹਿਗੁਰੂ ਜੀ ਗੁਰ ਮੰਤਰ ਨੂੰ ਪ੍ਰਾਪਤ ਹੀ ਨਹੀਂ ਕਰਦੇ, ਪੰਚਮ ਪਾਤਸ਼ਾਹ ਗੁਰਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਹਿਸਕ੍ਰਿਤੀ ਦੀ ਪਾਵਨ ਗੁਰਬਾਣੀ ਦੇ ਅੰਦਰ ਉਪਦੇਸ਼ ਫਰਮਾਵਣਾ ਕਰਦੇ ਹਨ। ਗੁਰਮੰਤਰ ਹਿਣਸ ਜੋ ਪ੍ਰਾਣੀ ਤ੍ਰਿਗੰਤ ਜਨਮ ਭ੍ਰਸ਼ਟ ਨ ਹੈ, ਕੂਕਰ ਹੈ ਸੂਕਰ ਹੈ ਗਰਦਬ ਹੈ ਕਾਕ ਹੈ ਸਰਪਨ ਹੈ ਤੁਲਖਲ ਹੈ। ਜਿਹੜੇ ਮੂਰਖ ਗੁਰ ਮੰਤਰ ਤੋਂ ਹੀਣੇ ਨੇ ਉਹ ਕਿਹੋ ਜਿਹੇ ਨੇ? ਉਹ ਕਾਂ ਵਰਗੇ ਨੇ, ਕੁੱਤੇ ਵਰਗੇ ਨੇ, ਗਧੇ ਵਰਗੇ ਨੇ, ਸੂਅਰ ਵਰਗੇ ਨੇ, ਸੱਪ ਵਰਗੇ ਨੇ। ਸੱਪ ਦੇ ਮੂੰਹ ਵਿੱਚ ਜ਼ਹਿਰ ਹੈ, ਈਰਖਾਲੂ ਦੇ ਮੂੰਹ ਵਿੱਚ ਨਿੰਦਿਆ ਰੂਪੀ ਜ਼ਹਿਰ ਹੈ। ਜਿਹੜਾ ਕੁੱਤਾ ਪਾਗਲ ਹੋ ਜਾਂਦਾ, ਹਲਕਾ ਹੋ ਜਾਂਦਾ, ਆਪਣੇ ਪਰਾਇਆਂ ਸਾਰਿਆਂ ਨੂੰ ਵੱਢਦਾ ਹੈ, ਤੇ ਨਿੰਦਕ ਆਪਣੇ ਪਰਾਇਆਂ ਸਾਰਿਆਂ ਦੀ ਨਿੰਦਿਆ ਕਰਦਾ। ਗੁਰ ਮੰਤਰ ਭਗਤੀ ਤੇ ਉਹ ਹੀਣਾ। ਗਧਾ ਜਿਵੇਂ ਰੂੜੀਆਂ ਤੇ ਲੇਟਦਾ ਹੈ, ਘੱਟੇ ਮਿੱਟੀ ਵਿੱਚ ਲੇਟਦਾ ਹੈ, ਖੇ ਉਡਾ ਕੇ ਆਪਣੇ ਤੇ ਪਾਉਂਦਾ ਹੈ। ਗੁਰੂ ਦੇ ਨਾਲੋਂ ਟੁੱਟਿਆ ਹੋਇਆ ਵਿਕਾਰੀ ਜੀਵ ਗੰਦਗੀ ਰੂਪੀ ਵਿਕਾਰਾਂ ਰੂਪੀ ਖੇਈ ਤੇ ਆਪਣੇ ਸਿਰ ਤੇ ਪਾਉਂਦਾ ਨਾ, ਵਿਕਾਰਾਂ ਰੂਪੀ ਗੰਦਗੀ ਰੂੜੀ ਤੇ ਹੀ ਲੇਟਦਾ ਹੈ। ਸੋ ਇਸੇ ਪ੍ਰਕਾਰ ਕਾਂ ਜਿਵੇਂ ਗੰਦਗੀ ਖਾਂਦਾ ਹੈ, ਸਤਿਗੁਰੂ ਜੀ ਤੋਂ ਟੁੱਟਿਆ ਹੋਇਆ ਦੂਸਰਿਆਂ ਦੀ ਨਿੰਦਿਆ ਚੁਗਲੀ ਕਰਨੇ ਰੂਪੀ ਗੰਦਗੀ ਹੀ ਕਾਣਾ ਕਰਦਾ ਹੈ। ਸੰਤ ਬਾਬਾ ਨੰਦ ਸਿੰਘ ਜੀ ਨਾਨਕਸਰ ਕਲੇਰਾ ਵਾਲਿਆਂ ਦਾ ਬਚਨ ਹੈ, ਭਾਈ ਜਿਹੜੀ ਪਰਾਈ ਨਿੰਦਿਆ ਕਰਨੀ ਹੈ ਨਾ,
ਇਹ ਪਰਾਇਆਂ ਦੀ ਵਿਸ਼ਟਾ ਆਪਣੀ ਜੀਭ ਦੇ ਨਾਲ ਚੱਟਣ ਦੇ ਬਰਾਬਰ ਹੈ। ਮਾਨੋ ਪਰਾਇਆ ਵਿਸ਼ਟਾ ਹੀ ਚੱਟ ਰਹੇ, ਗੰਦਗੀ ਹੀ ਚੱਟ ਕੇ ਸਾਫ਼ ਕਰ ਰਹੇ ਨੇ। ਤੇ ਸੂਅਰ ਵੀ ਗੰਦਗੀ ਹੀ ਖਾਂਦਾ ਤੇ ਨਿੰਦਕ ਪੁਰਖ ਵੀ ਗੁਰੂ ਤੋਂ ਟੁੱਟਿਆ ਗੰਦਗੀ ਹੀ ਖਾਂਦਾ, ਨਿੰਦਿਆ ਰੂਪੀ। ਇੱਕ ਵਾਰ ਬਾਬਾ ਨੰਦ ਸਿੰਘ ਜੀ ਮਹਾਂਪੁਰਖਾਂ ਦੇ ਪਾਸ ਗੁਰੂ ਕਾ ਨਿੰਦਕ ਆਇਆ ਤੇ ਕਹਿਣ ਲੱਗਾ, ਜੀ ਮੈਂ ਸੁਣਿਆ ਨਾਨਕਸਰ ਕਲੇਰਾਂ ਵਾਲੇ ਜਿਹੜੇ ਨੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਪ੍ਰਸ਼ਾਦਾ ਛਕਾਉਂਦੇ ਨੇ। ਕਹਿਣ ਲੱਗੇ, ਜੀ ਹਾਂ ਛਕਾਉਂਦੇ ਨੇ। ਨਿੰਦਕ ਨੇ ਅਗਲਾ ਸਵਾਲ ਕਰ ਦਿੱਤਾ, ਨਾਨਕਸਰ ਪਹੁੰਚਿਆ ਹੋਇਆ ਅਗਲਾ ਸਵਾਲ, ਕਹਿੰਦਾ ਜੀ ਗੁਰੂ ਨਾਨਕ ਜੀ ਪ੍ਰਸ਼ਾਦਾ ਛਕਦੇ ਨੇ? ਤੇ ਗੁਰਮੁਖਾਂ ਨੇ ਕਿਹਾ, ਜੀ ਛਕਦੇ ਨੇ। ਕਹਿਣ ਲੱਗਾ, ਜੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਪ੍ਰਸ਼ਾਦਾ ਛਕਦੇ ਨੇ, ਭੋਜਨ ਛਕਦੇ ਨੇ, ਜੇ ਨਾਨਕਸਰ ਵਾਲੇ ਉਹਨਾਂ ਵਾਸਤੇ ਭੋਜਨ ਤਿਆਰ ਕਰਦੇ ਨੇ, ਫਿਰ ਗੁਰੂ ਨਾਨਕ ਦੇਵ ਸਾਹਿਬ ਜੀ ਤੇ ਟਾਇਲਟ ਵੀ ਜਾਂਦੇ ਹੋਣੇ ਨੇ। ਫਿਰ ਨਾਨਕਸਰ ਵਾਲਿਆਂ ਨੇ ਗੁਰੂ ਨਾਨਕ ਦੇਵ ਸਾਹਿਬ ਜੀ ਵਾਸਤੇ ਟਾਇਲਟਾਂ ਬਣਾਈਆਂ ਹੋਣੀਆਂ ਕਿ ਗੁਰੂ ਨਾਨਕ ਦੇਵ ਸਾਹਿਬ ਜੀ ਟਾਇਲਟ ਵੀ ਜਾਂਦੇ ਨੇ। ਕਹਿਣਾ ਕੀਤਾ, ਜਾਂਦੇ ਨੇ, ਜਾਂਦੇ ਨੇ ਭਾਈ, ਜਾਂਦੇ ਨੇ। ਤੇ ਨਿੰਦਕ ਕਹਿਣ ਲੱਗਾ, ਕਿੱਥੇ ਜਾਂਦੇ ਨੇ? ਤੇ ਗੁਰਮੁਖਾਂ ਨੇ ਕਿਹਾ, ਤੇਰੇ ਵਰਗੇ ਨਿੰਦਕਾਂ ਦੀ ਜੀਭ ਤੇ ਜਾਂਦੇ ਨੇ। ਇਹ ਜਿਹੜੀ ਨਿੰਦਿਆ ਕਰਦੇ ਨੇ ਨਾ, ਇਹ ਵਿਸ਼ਟਾ ਹੀ ਦੇ ਵਿੱਚ ਚੱਟਦੇ ਨੇ। ਹਜ਼ੂਰ ਫਰਮਾਉਂਦੇ ਨੇ, ਉਹਨਾਂ ਦਾ ਜੀਵਨ ਨਿਖੇਧ ਹੈ ਜਿਹੜੇ ਨਿੰਦਿਆ ਕਰਦੇ ਨੇ, ਵਾਹਿਗੁਰੂ ਜੀ ਦੀ ਬੰਦਗੀ ਨਹੀਂ ਕਰਦੇ। ਜਾ ਕੇ ਕਰਮ ਜਿਸ ਦੇ ਉੱਪਰ ਵਾਹਿਗੁਰੂ ਜੀ ਦੀ ਕਰਮ ਬਖਸ਼ਿਸ਼ ਹੋਵੇ, ਪੂਰੇ ਸਤਿਗੁਰੂ ਦੀ ਪ੍ਰਾਪਤ ਹੋਏ, ਪ੍ਰਾਪਤੀ ਹੁੰਦੀ ਹੈ। ਪੂਰੇ ਸਤਿਗੁਰੂ ਜੀ ਦੀ ਨਦਰ ਬਖਸ਼ਿਸ਼ ਹੋ ਜਾਵੇ, ਫਿਰ ਪ੍ਰਾਪਤ ਹੋਏ ਵਾਹਿਗੁਰੂ ਗੁਰਮੰਤਰ ਦੀ ਪ੍ਰਾਪਤੀ ਤੇ ਗੁਰਮੰਤਰ ਦਾ ਅਭਿਆਸ ਕਰਨੇ ਦੀ ਪ੍ਰਾਪਤੀ ਹੁੰਦੀ ਹੈ। ਰੋਗ ਕਾਛਾ ਭਉ ਨਾ ਵਿਆਪੈ। ਹਜ਼ੂਰ ਫਿਰ ਗੁਰਮੰਤਰ ਵਿੱਚ ਕਿਤਨੀ ਕੁ ਸ਼ਕਤੀ ਹੈ, ਜੀ ਕੀ ਦਾਤਾਂ ਮਿਲਦੀਆਂ ਨੇ ਸਿਮਰਨ ਕਰਨੇ ਦੇ ਨਾਲ। ਹਜ਼ੂਰ ਫਰਮਾਉਂਦੇ ਨੇ, ਜਿਹੜੇ ਗੁਰਮੰਤਰ ਦਾ ਅਭਿਆਸ ਕਰਦੇ ਨੇ, ਗੁਰ ਸ਼ਬਦ ਦੇ ਅਭਿਆਸੀਏ ਨੇ, ਗੁਰ ਸ਼ਬਦਾਂ ਨੂੰ ਕਮਾਉਣ ਵਾਲੇ ਨੇ, ਉਹਨਾਂ ਨੂੰ ਜੰਮਣ ਅਤੇ ਮਰਨ ਦੇ ਦੁੱਖ ਨਹੀਂ ਲੱਗਦੇ। 84 ਲੱਖ ਦੇ ਗੇੜਿਆਂ ਵਿੱਚ ਉਹ ਨਹੀਂ ਆਉਂਦੇ। ਇਸੇ ਪ੍ਰਕਾਰ ਉਹਨਾਂ ਨੂੰ ਰੋਗ ਸ਼ਬਦ ਸਪਰਸ਼ ਰੂਪ ਰਸ ਗੰਧ ਦੇ ਰੋਗ ਨਹੀਂ ਲੱਗਦੇ। ਉਹਨਾਂ ਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਰੋਗ ਨਹੀਂ ਲੱਗਦੇ। ਕਛ ਭਉ ਨਾ ਵਿਆਪੈ, ਤਿੰਨਾਂ ਨੂੰ ਕਾਲ ਦਾ ਜਮ ਕਾਲ ਦਾ ਭਉ ਵੀ ਨਹੀਂ ਲੱਗਦਾ ਹੈ, ਡਰ ਨਹੀਂ ਲੱਗਦਾ ਹੈ। ਜਮਾਂ ਤੋਂ ਤਿੰਨਾਂ ਨੂੰ ਡਰ ਨਹੀਂ ਆਉਂਦਾ, ਜਮ ਡਰਾਉਂਦੇ ਹੀ ਨਹੀਂ। ਜਮ ਵਿਚਾਰੇ ਤੇ ਆ ਕੇ ਨਮਸਕਾਰਾਂ ਕਰਦੇ, ਮੱਥੇ ਟੇਕਦੇ ਨੇ। ਜਮ ਕਾਲ ਮਿਲੈ ਦੇ ਭੇਟ ਸੇਵਕ ਨਿਤ ਹੋਈ। ਮਹਾਰਾਜ ਅਸੀਂ ਤੇ ਤੁਹਾਡੇ ਨਿਤਾ ਪ੍ਰਤੀ ਸੇਵਕ ਹਾਂ, ਧੰਨ ਭਾਗ ਤੁਸਾਂ ਦਰਸ਼ਨ ਬਖਸ਼ੇ। ਇਸ ਪ੍ਰਕਾਰ ਉਹਨਾਂ ਨੂੰ ਜਮ ਵੀ ਡੰਡੌਤਾਂ ਕਰਦੇ ਨੇ, ਤਿੰਨਾਂ ਨੂੰ ਜਮਾਂ ਦਾ ਭਾਵ ਨਹੀਂ ਰਹਿੰਦਾ। ਨਾਨਕ ਧਰਮ ਐਸੇ ਚਾਵਹਿ ਕੀਤੋ ਭਵਨ ਪੁਨੀਤ। ਧਰਮ ਰਾਜਾ ਵੀ ਸੰਘਰਸ਼ ਛੱਡ ਕੇ ਖੜਾ ਹੋ ਜਾਂਦਾ, ਗੁਰੂ ਕੇ ਪਿਆਰਿਆ ਧੰਨ ਭਾਗ ਮੈਨੂੰ ਦਰਸ਼ਨ ਬਖਸ਼ੇ ਨੇ। ਐਸੇ ਨਾਮ ਰਸੀਆਂ ਗੁਰੂ ਕੀ ਕਿਰਪਾ ਵਾਲਿਆਂ ਨੂੰ ਜੰਮਣ ਮਰਨ ਦਾ ਦੁੱਖ, ਵਿਕਾਰਾਂ ਦੇ ਰੋਗ ਅਤੇ ਜੰਮਾਂ ਦਾ ਅਥਵਾ ਨਰਕਾਂ ਦਾ ਕਿਸੇ ਪ੍ਰਕਾਰ ਡਰ ਨਹੀਂ ਵਿਆਪਦਾ, ਭਾਵ ਨਹੀਂ ਵਿਆਪਦਾ ਹੈ। ਅੰਮ੍ਰਿਤ ਨਾਮ ਹਿਰਦੈ ਹਰਿ ਜਪੈ। ਜਿਹੜੇ ਗੁਰਮੁਖ ਪਿਆਰੇ, ਜਿਹੜੇ ਗੁਰਸਿੱਖ ਹਰੀ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਆਪਣੇ ਹਿਰਦੇ ਦੇ ਅੰਦਰ ਜਪਦੇ ਨੇ, ਇਹ ਐਸਾ ਅੰਮ੍ਰਿਤ ਨਾਮ ਹੈ, ਜੀਵ ਨੂੰ ਵੀ ਅੰਮ੍ਰਿਤ ਕਰ ਦਿੰਦਾ ਹੈ। ਅੰਮ੍ਰਿਤ ਤੋਂ ਭਾਵ ਹੈ ਅੰਮ੍ਰਿਤ, ਮੌਤ ਤੋਂ ਰਹਿਤ, ਜੰਮਣ ਮਰਨ ਤੋਂ ਰਹਿਤ ਹੈ ਸਤਿਗੁਰੂ ਜੀ ਦੀ ਬਾਣੀ, ਸਤਿਗੁਰੂ ਜੀ ਦਾ ਨਾਮ। ਤੇ ਜਿਹੜਾ ਜਪਦਾ ਹੈ ਉਹ ਵੀ ਗੁਰਬਾਣੀ ਬਣੀਆਂ ਦੇ ਬਚਨਾਂ ਦੇ ਅਨੁਸਾਰ ਜੰਮਣ ਮਰਨ ਤੋਂ ਰਹਿਤ ਹੀ ਹੋ ਜਾਂਦਾ ਹੈ। ਅੰਮ੍ਰਿਤ ਨਾਮ ਹਿਰਦੈ ਹਰਿ ਜਪੈ। ਪਿਆਰਿਓ, ਜਿਹੜੇ ਅੰਮ੍ਰਿਤ ਸਵਰੂਪ ਨਾਮ ਨੂੰ ਆਪਣੇ ਹਿਰਦੇ ਦੇ ਅੰਦਰ ਸਦਾ ਜਪਦੇ ਨੇ, ਦੁੱਖਾਂ ਕਲੇਸ਼ਾਂ ਤੋਂ ਰਹਿਤ ਹੋ ਜਾਂਦੇ ਨੇ, ਵਿਕਾਰਾਂ ਤੋਂ ਰਹਿਤ ਹੋ ਜਾਂਦੇ ਹਨ। ਪਾਰ ਬ੍ਰਹਮ ਪਰਮੇਸ਼ਰ ਧਿਆਈਐ। ਇਸ ਕਰਕੇ ਜੋ ਪਾਰ ਬ੍ਰਹਮ ਹੈ, ਪਾਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਬ੍ਰਹਮ ਵਿਆਪਕ ਸਰੂਪ ਹੈ। ਵਸਦੇ ਤਾਂ ਵਾਹਿਗੁਰੂ ਜ਼ਰੇ ਜ਼ਰੇ ਦੇ ਅੰਦਰ ਨੇ, ਕਿਣਕੇ ਕਿਣਕੇ ਦੇ ਅੰਦਰ ਨੇ, ਪੱਤੇ ਪੱਤੇ ਦੇ ਅੰਦਰ ਨੇ। ਐਸੀ ਕੋਈ ਥਾਂ ਹੀ ਨਹੀਂ ਜਿੱਥੇ ਵਾਹਿਗੁਰੂ ਜੀ ਦਾ ਨਿਵਾਸ ਨਹੀਂ ਹੈ। ਤੇ ਬ੍ਰਹਮ ਹੈ, ਵਿਆਪਕ ਸਰੂਪ ਹੈ, ਹਰ ਇੱਕ ਚੀਜ਼ ਦੇ ਅੰਦਰ ਰਮਿਆ ਹੋਇਆ, ਵਸਿਆ ਹੋਇਆ ਹੈ। ਪਰ ਪਾਰਾਵਾਰ ਤੋਂ ਰਹਿਤ ਹੈ, ਉਸ ਦਾ ਪਾਰਾਵਾਰ ਨਹੀਂ ਪਾਇਆ ਜਾਂਦਾ। ਪ੍ਰਕਿਰਤੀ ਦੇ ਪਾਰਾਵਾਰ ਤੋਂ ਵੀ ਰਹਿਤ ਹੈ। ਸੋ ਇਸੇ ਪ੍ਰਕਾਰ ਪਰਮੇਸ਼ਵਰ ਜਿਹੜਾ ਪਰਮ ਈਸ਼ਵਰ, ਜਿਹੜੇ ਈਸ਼ਵਰ ਕਹੇ ਜਾਂਦੇ ਨੇ, ਉਹਨਾਂ ਦਾ ਵੀ ਈਸ਼ਵਰ ਹੈ। ਹਿੰਦੂ ਮਤ ਦੇ ਅੰਦਰ 5 ਈਸ਼ਵਰ ਕਹੇ ਜਾਂਦੇ ਨੇ, ਵਿਸ਼ਨੂੰ, ਸ਼ਿਵ ਜੀ, ਗਣੇਸ਼, ਅਗਨੀ, ਵਾਹਿਗੁਰੂ। ਇਸੇ ਪ੍ਰਕਾਰ ਸੂਰਜ, ਅਗਨੀ ਤੋਂ ਭਾਵ ਸੂਰਜ ਲੈਣਾ, ਸੂਰਜ ਤੇ ਦੁਰਗਾ ਦੇਵੀ, ਇਹ ਜਿਹੜੇ 5 ਨੇ ਈਸ਼ਵਰ ਹਿੰਦੂ ਮਤ ਦੇ ਅੰਦਰ ਮੰਨੇ ਗਏ ਨੇ।
ਤੇ ਹਜ਼ੂਰ ਫਰਮਾਵਣਾ ਕਰਦੇ ਨੇ ਪਿਆਰਿਓ, ਉਹ ਸਾਰੇ ਪੰਜੇ ਦੇ ਪੰਜੇ ਈਸ਼ਰ ਕਾਰਜ ਰੂਪ ਨੇ। ਕਰਤਾ ਪੁਰਖ ਜੀ ਨੇ ਤਿੰਨਾਂ ਨੂੰ ਸਾਜਿਆ ਹੈ, ਉਹ ਕਰਤਾ ਨਹੀਂ ਨੇ, ਉਹ ਕਾਰਜ ਨੇ। ਤੇ ਵਾਹਿਗੁਰੂ ਜੀ ਦੇ ਹੁਕਮ ਦੇ ਅੰਦਰ ਉਹ ਸਾਰੇ ਕਾਰਜ ਹੀ ਨਿਭਾ ਰਹੇ ਨੇ, ਆਪੋ ਆਪਣੀਆਂ ਸੇਵਾਵਾਂ ਡਿਊਟੀਆਂ ਨਿਭਾ ਰਹੇ ਨੇ। ਪਰ ਹਰੀ ਅਕਾਲ ਪੁਰਖ ਵਾਹਿਗੁਰੂ ਸਭਨਾਂ ਦਾ ਕਰਤਾ ਰੂਪ ਹੈ। ਸੋ ਪਰਮੇਸ਼ਵਰ ਪਰਮ ਈਸ਼ਵਰ ਜਿਹੜੇ ਈਸ਼ਰ ਨੇ ਉਹਨਾਂ ਦਾ ਵੀ ਈਸ਼ਵਰ ਹੈ। ਐਸੇ ਪਰਮ ਈਸ਼ਵਰ ਨੂੰ, ਈਸ਼ਰਾਂ ਦੇ ਈਸ਼ਰ ਨੂੰ, ਪ੍ਰਕਿਰਤੀ ਦੇ ਪਾਰਾਵਾਰ ਤੋਂ ਪਰੇ ਹੈ ਜੋ ਪਾਰ ਬ੍ਰਹਮ, ਬ੍ਰਹਮਾ ਵੀ ਜਿਸ ਦਾ ਪਾਰਾਵਾਰ ਅੰਤ ਨਹੀਂ ਲੈ ਸਕਦਾ, ਐਸੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ ਸਦਾ ਹੀ ਧਿਆਉਣਾ ਕਰੀਏ। ਗੁਰ ਪੂਰੇ ਤੇ ਇਹ ਮਤ ਪਾਈਐ। ਭਲਿਓ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰੇਮਾ ਭਗਤੀ ਕਰਨੇ ਦੀ ਜਿਹੜੀ ਆਤਮ ਵਿਸ਼ਾਣੀ ਸ਼ੁਭ ਮਤ ਹੈ ਨਾ, ਇਹ ਪੂਰੇ ਸਤਿਗੁਰੂ ਜੀ ਤੋਂ ਪਾਈ ਦੀ ਹੈ। ਇਸੇ ਪ੍ਰਕਾਰ ਮਤ ਤੋਂ ਭਾਵ ਹੈ ਸਿੱਖਿਆ। ਜੇ ਕੋਈ ਬੱਚਾ ਜਾਂ ਕੋਈ ਬੰਦਾ ਗਲਤ ਕੰਮ ਕਰੇ ਨਾ ਤੇ ਵੇਖਣ ਵਾਲਾ ਝਿੜਕ ਕੇ ਕਹਿ ਦਿੰਦਾ ਤੈਨੂੰ ਕਿਸੇ ਨੇ ਮਤ ਨਹੀਂ ਦਿੱਤੀ। ਮਤ ਤੋਂ ਭਾਵ ਹੁੰਦਾ ਸਿੱਖਿਆ, ਕਿ ਤੈਨੂੰ ਕਿਸੇ ਨੇ ਸ਼ੁਭ ਸਿੱਖਿਆ ਨਹੀਂ ਦਿੱਤੀ। ਇਸ ਪ੍ਰਕਾਰ ਇੱਥੇ ਮਤ ਤੋਂ ਭਾਵ ਲਵਾਂਗੇ ਸੁਮਤ ਸ੍ਰੇਸ਼ਟ ਮਤ। ਗੁਰ ਪੂਰੇ ਤੇ ਇਹ ਮਤ ਪਾਈਐ। ਐਸੇ ਪਰਮ ਈਸ਼ਵਰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਜਪਣੇ ਦੀ ਜਿਹੜੀ ਸ੍ਰੇਸ਼ਟ ਮਤ ਹੈ, ਇਹ ਪਿਆਰਿਓ ਪੂਰੇ ਸਤਿਗੁਰੂ ਜੀ ਤੋਂ ਪਾਈਐ, ਪ੍ਰਾਪਤ ਹੁੰਦੀ ਹੈ। ਸੰਸਾਰ ਦੇ ਵਿੱਚ ਅਤਿਅੰਤ ਗਿਆਨ ਹੈ, ਬਹੁਤ ਗਿਆਨ ਹੈ, ਪਰ ਉਹ ਸਾਰਾ ਹੀ ਗਿਆਨ ਅਧੂਰਾ ਹੈ, ਕਿਉਂਕਿ ਵਿੱਚ ਵਾਹਿਗੁਰੂ ਜੀ ਸੰਮਿਲਿਤ ਨਹੀਂ। ਉਸ ਗਿਆਨ ਦੇ ਵਿੱਚ ਵਾਹਿਗੁਰੂ ਜੀ ਦੀ ਪ੍ਰਾਪਤੀ ਦਾ ਗਿਆਨ ਨਹੀਂ। ਮਾਇਆ ਕਿਵੇਂ ਪ੍ਰਾਪਤ ਕਰਨੀ ਹੈ, ਬੜਾ ਗਿਆਨ ਹੈ। ਕਿਵੇਂ ਬਿਜ਼ਨਸ ਕਰਨਾ ਹੈ, ਕਿਵੇਂ ਕਾਰੋਬਾਰ ਕਰਨਾ ਹੈ, ਬੜਾ ਗਿਆਨ ਹੈ। ਇਸੇ ਪ੍ਰਕਾਰ ਇੰਜੀਨੀਅਰ ਨੂੰ ਬੜਾ ਗਿਆਨ ਹੈ, ਕਿੰਨੀਆਂ ਮੰਜ਼ਿਲਾਂ ਉੱਚੀਆਂ ਖੜੀਆਂ ਕਰ ਦੇਣੀਆਂ, ਨੀਂਹ ਡੂੰਘੀ ਰੱਖਦੇ ਨੇ। 50-50, 60-60, 100-100 ਮੰਜ਼ਿਲਾਂ ਉੱਪਰ ਨੂੰ ਉੱਚੀਆਂ ਮੰਜ਼ਿਲਾਂ ਉਸਾਰ ਦਿੰਦੇ। ਗਿਆਨ ਹੈ ਕਿਤਨੀ ਡੂੰਘਾਈ ਹੋਵੇ, ਕਿਤਨੀ ਨੀਂਹ ਦੀ ਚੌੜਾਈ ਹੋਵੇ, ਕਿਤਨਾ ਮਸਾਲਾ ਭਰਿਆ ਜਾਵੇ, ਕਿਤਨਾ ਸਰੀਆ ਲਾਇਆ ਜਾਵੇ, ਕਿੰਨਾ ਕੰਕਰੀਟ ਲਾਇਆ ਜਾਵੇ, ਬਿਲਡਿੰਗ ਉੱਚੀ ਉਸਾਰੀ ਜਾ ਸਕਦੀ ਹੈ। ਦੁਨੀਆ ਦੇ ਅੰਦਰ ਗਿਆਨ ਬੜਾ ਹੈ, ਪਰ ਵਾਹਿਗੁਰੂ ਜੀ ਦੀ ਪ੍ਰਾਪਤੀ ਦਾ ਗਿਆਨ ਨਹੀਂ। ਇਸ ਕਰਕੇ ਦੁਨੀਆ ਦਾ ਸਾਰਾ ਹੀ ਗਿਆਨ ਜਿਹੜਾ ਉਹ ਅਧੂਰਾ ਹੈ, ਨਿਸਫਲ ਹੈ, ਨਿਰਾਰਥਕ ਹੈ, ਵਾਹਿਗੁਰੂ ਜੀ ਦੀ ਪ੍ਰਾਪਤੀ ਵਾਸਤੇ ਸਹਾਇਕ ਨਹੀਂ ਬਣਦਾ ਹੈ। ਪਰ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਧਿਆਉਣ ਦੀ ਸ੍ਰੇਸ਼ਟ ਮਤ, ਸ੍ਰੇਸ਼ਟ ਗਿਆਨ ਪੂਰੇ ਸਤਿਗੁਰੂ ਜੀ ਤੋਂ ਪ੍ਰਾਪਤ ਕਰੀਦਾ ਹੈ। ਨਾਮ ਨੂੰ ਜਪਣੇ ਦਾ ਗਿਆਨ ਸਤਿਗੁਰੂ ਜੀ ਬਖਸ਼ਦੇ ਨੇ। ਜਪੇ ਹੋਏ ਨਾਮ ਦਾ ਮਹਾਤਮ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ। ਪਿਆਰਿਓ, ਨਾਮ ਜਪੋਗੇ ਤੇ ਐਸਾ ਵੱਡਾ ਭਾਰੀ ਮਹਾਤਮ ਪ੍ਰਾਪਤ ਹੋਵੇਗਾ। ਬੰਧਨਾਂ ਤੋਂ ਛੁੱਟ ਜਾਣਾ, ਜੰਮਣ ਮਰਨ ਤੋਂ ਰਹਿਤ ਹੋ ਜਾਣਾ, ਜੰਮਾਂ ਦਾ ਡਰ ਨਾ ਰਹਿਣਾ, ਇਹ ਗਿਆਨ ਹੀ ਤਾਂ ਸਤਿਗੁਰੂ ਜੀ ਬਖਸ਼ ਰਹੇ ਨੇ ਨਾ। ਪਿਆਰਿਓ, ਇਹ ਸਾਰਾ ਜਿਹੜਾ ਗਿਆਨ ਹੈ ਇਹ ਪੂਰੇ ਗੁਰਦੇਵ ਜੀ ਬਖਸ਼ਦੇ ਨੇ, ਨਾਮ ਦੀ ਵਡਿਆਈ ਨੂੰ ਪ੍ਰਗਟ ਕਰਦਿਆਂ ਹੋਇਆਂ। ਸੋ ਪਾਰ ਬ੍ਰਹਮ ਪਰਮੇਸ਼ਵਰ ਧਿਆਈਐ। ਬ੍ਰਹਮਾ ਦੇ ਵੀ ਪਾਰਾਵਾਰ ਤੋਂ ਰਹਿਤ ਪਰਮ ਈਸ਼ਵਰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਸਦਾ ਧਿਆਉਂਦੇ ਰਹੀਏ। ਇਸ ਦਾ ਗਿਆਨ ਦੁਨੀਆ ਚੋਂ ਨਹੀਂ ਮਿਲਦਾ। ਇਹ ਸ੍ਰੇਸ਼ਟ ਮਤ ਪੂਰੇ ਸਤਿਗੁਰੂ ਜੀ ਤੋਂ ਹੀ ਪ੍ਰਾਪਤ ਹੁੰਦੀ ਹੈ। ਵਿਸ਼ਰਾਮ ਦੇ ਕਰਕੇ ਸਾਹਿਬ ਜੀ ਫਰਮਾਨ ਕਰਦੇ ਹਨ ਜੀ, ਕਰਨ ਕਰਾਵਨ ਹਾਰ ਦਿਆਲ। ਉਹ ਹਰੀ ਅਕਾਲ ਪੁਰਖ ਵਾਹਿਗੁਰੂ ਐਸੀ ਸਰਬਗਤਾ ਵਾਲਾ ਹੈ ਜਿਹੜਾ ਕਰਨ, ਸਾਰੇ ਹੀ ਕਾਰਜਾਂ ਨੂੰ ਕਰਨ ਦੇ ਸਮਰੱਥ ਹੈ। ਕਰੋੜਾਂ ਬ੍ਰਹਮੰਡਾਂ ਨੂੰ ਇੱਕ ਨਿਮਖ ਮਾਤਰ ਦੇ ਵਿੱਚ ਸਾਜਣੇ ਦੇ ਸਮਰੱਥ ਹੈ, ਤੇ ਨਿਮਖ ਮਾਤਰ ਦੇ ਵਿੱਚ ਹੀ ਮੇਟ ਦੇਣ ਦੇ ਸਮਰੱਥ ਹੈ। ਹਰਨ ਭਰਨ ਜਾ ਕਾ ਨੇਤਰ ਫੋਰ, ਨੇਤਰ ਫੋਰ ਨੇਤਰ ਦਾ ਫੜਕਣਾ, ਅੱਖ ਦਾ ਝਮਕਣਾ। ਅੱਖ ਦੇ ਝਮਕਣ ਦੇ ਸਮੇਂ ਦੇ ਵਿੱਚ ਕਰੋੜਾਂ ਬ੍ਰਹਮੰਡਾਂ ਨੂੰ ਸਾਜਣ ਦੀ ਤੇ ਮੇਟ ਦੇਣ ਦੀ ਸਮਰੱਥਾ ਹੈ, ਜਿਸ ਦੇ ਵਿੱਚ ਸੋ ਕਹੀਏ ਕਰਨ ਤੇ ਕਰਾਵਨਹਾਰ। ਬ੍ਰਹਮਾ ਵਿਸ਼ਨੂੰ ਮਹੇਸ਼ ਇਤਿਆਦਿਕ ਦੇਵਤਿਆਂ ਨੂੰ ਸਾਜ ਕਰਕੇ, ਸੂਰਜ ਚੰਦਰਮਾ 9 ਗ੍ਰਹਿਾਂ ਨੂੰ ਸਾਜ ਕਰਕੇ, ਪ੍ਰਿਥਵੀ ਨੂੰ ਸਾਜ ਕਰਕੇ ਇਹਨਾਂ ਤੋਂ ਕਾਰਜ ਕਰਵਾਵਣੇ ਦੇ ਸਮਰੱਥ ਹੈ। ਧਰਤੀ ਤੋਂ ਵੀ ਪ੍ਰਮਾਤਮਾ ਜੀ ਕਾਰਜ ਕਰਾਉਂਦੇ ਨੇ ਨਾ। ਜਿਤਨੀ ਬਨਾਸਪਤੀ ਧਰਤੀ ਤੋਂ ਪੈਦਾ ਹੋ ਰਹੀ ਹੈ, ਜਿਤਨਾ ਅੰਨ ਅਨਾਜ ਧਰਤੀ ਤੋਂ ਪੈਦਾ ਹੋ ਰਿਹਾ, ਕੌਣ ਕਰਵਾ ਰਿਹਾ ਹੈ? ਜੋ ਕਿਛ ਪਾਇਆ ਸੋ ਏਕਾ ਵਾਰ। ਇਹ ਜੁਗਾਂ ਜੁਗਾਂਤਰਾਂ ਤੱਕ, ਕਰੋੜਾਂ ਸਾਲਾਂ ਤੱਕ ਪੈਦਾਵਾਰ ਕਰਨੇ ਦੀ ਤਾਕਤ ਧਰਤੀ ਦੇ ਵਿੱਚ ਵਾਹਿਗੁਰੂ ਜੀ ਨੇ ਇੱਕ ਵਾਰੀ ਪਾ ਦਿੱਤੀ ਹੈ। ਹਰ ਰੋਜ਼ ਨਹੀਂ ਪਾਉਣੀ ਪੈਂਦੀ। ਸੂਰਜ ਨੂੰ ਪ੍ਰਕਾਸ਼ ਇੱਕ ਵਾਰੀ ਦੇ ਦਿੱਤਾ ਹੈ। ਇਸੇ ਪ੍ਰਕਾਰ ਹਜ਼ੂਰ ਪਾਤਸ਼ਾਹ ਜੀ ਫਰਮਾਵਣਾ ਕਰਦੇ ਨੇ, ਇਹਨਾਂ ਨੂੰ ਪ੍ਰਕਾਸ਼ਮਾਨ ਕਰਕੇ, ਚੇਤਨ ਸੱਤਾ ਦੇ ਕਰਕੇ ਵਾਹਿਗੁਰੂ ਜੀ, ਸ਼ਿਵ ਜੀ, ਬ੍ਰਹਮਾ
ਇਤਿਆਦਿਕਾਂ ਦੇ ਪਾਸੋਂ ਵੀ ਕਾਰਜ ਕਰਵਾਉਂਦੇ ਨੇ। ਇਸੇ ਪ੍ਰਕਾਰ ਕਰਨ ਸਾਰੇ ਜੀਵਾਂ ਨੂੰ ਪੈਦਾ ਕਰਕੇ ਕਰਾਵਨ ਸਾਰਿਆਂ ਦੇ ਪਾਸੋਂ ਸ੍ਰੇਸ਼ਟ ਕਾਰਜਾਂ ਨੂੰ ਕਰਾਉਣ ਵਾਲੇ ਦਇਆਲੂ ਸਰੂਪ ਸਤਿਗੁਰੂ ਸੱਚੇ ਪਾਤਸ਼ਾਹ ਜੀ ਅਥਵਾ ਵਾਹਿਗੁਰੂ ਜੀ ਆਪ ਹੀ ਨੇ। ਜੇ ਕੋਈ ਅੰਮ੍ਰਿਤ ਵੇਲੇ ਉੱਠਦਾ ਹੈ, ਬਾਣੀ ਪੜ੍ਹਦਾ ਹੈ, ਸਿਮਰਨ ਕਰਦਾ ਹੈ, ਮਰਿਆਦਾ ਰੱਖਦਾ ਹੈ, ਤਿਆਰ ਬਰ ਤਿਆਰ ਰਹਿੰਦਾ ਹੈ, ਬਾਣੀ ਬਾਣੇ ਦਾ ਧਾਰਨੀ ਹੈ ਤੇ ਮਤਾ ਜਾਣੇ ਮੈਂ ਬੜਾ ਤਿਆਰ ਬਰ ਤਿਆਰ ਹਾਂ, ਇਹ ਤੇ ਕਰਾਵਨ ਹਾਰ ਦਇਆਲੂ ਸਤਿਗੁਰੂ ਜੀ ਨੇ ਦਇਆ ਕਰ ਦਿੱਤੀ। ਸਾਰਾ ਆਲਮ ਨੀਂਦ ਦੇ ਆਗੋਸ਼ ਦੇ ਵਿੱਚ ਲੰਮੀਆਂ ਤਾਣ ਕੇ ਸੁੱਤਾ ਪਿਆ ਹੈ ਤੇ ਕਰਾਵਨਹਾਰ ਪ੍ਰਮਾਤਮਾ ਨੇ ਪਿਆਰਿਆ ਤੈਨੂੰ ਜਗਾ ਕਰਕੇ ਇਸ਼ਨਾਨ ਕਰਵਾ ਕੇ ਤੇਰੇ ਤੋਂ ਨਾਮ ਜਪਾ ਲਿਆ, ਤੂੰ ਨਹੀਂ ਜਪਿਆ। ਇਹ ਤੇ ਕਰਾਵਨਹਾਰ ਦਇਆਲਾ ਉਹ ਦਇਆਲੂ ਅਕਾਲ ਪੁਰਖ ਵਾਹਿਗੁਰੂ ਜੀ ਆਪ ਕਰਵਾ ਰਹੇ ਨੇ। ਕਾਰਜਾਂ ਨੂੰ ਕਰਨੇ ਦੀ ਵੀ ਸਮਰੱਥ ਹੈ ਤੇ ਕਰਾਵਣੇ ਦੀ ਵੀ ਸਮਰੱਥ ਹੈ ਜੀ। ਜੰਤ ਸਗਲੇ ਪ੍ਰਤਪਾਲ, ਜਿਤਨੇ ਵੀ ਜੀਵ ਅਤੇ ਜੰਤ ਪ੍ਰਮਾਤਮਾ ਜੀ ਨੇ ਪੈਦਾ ਕੀਤੇ ਨੇ, ਉਤਪਤੀ ਕੀਤੀ ਜਿਤਨਿਆਂ ਦੀ, ਸਾਰਿਆਂ ਦੇ ਪ੍ਰਤਪਾਲਣਾ ਕਰਨੇ ਵਾਲੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਆਪ ਨੇ। ਜੀਵ ਕਹੀਏ ਜਿਨ੍ਹਾਂ ਦੇ ਵਿੱਚ ਹੱਡੀਆਂ ਨੇ, ਮਨੁੱਖ ਨੇ 206 ਹੱਡੀਆਂ ਨੇ ਸਰੀਰ ਦੇ ਅੰਦਰ, ਪਸ਼ੂ ਨੇ, ਜਾਨਵਰ ਨੇ, ਪੰਛੀ ਨੇ ਸਰੀਰ ਦੇ ਅੰਦਰ ਹੱਡੀਆਂ ਨੇ, ਇਹ ਸਾਰੇ ਜੀਵ ਕਹੇ ਜਾਣਗੇ। ਜੰਤ ਜਿਨ੍ਹਾਂ ਵਿੱਚ ਹੱਡੀਆਂ ਨਹੀਂ, ਹੁਣ ਸੁੰਡੀਆਂ ਨੇ, ਇਸੇ ਪ੍ਰਕਾਰ ਗਡੋਏ ਨੇ, ਜੂਆਂ ਨੇ, ਚਿੱਚੜ ਨੇ, ਚਮਜੂਆਂ ਨੇ, ਬੇਅੰਤ ਐਸੇ ਜੀਵ ਜਿਹੜੇ ਮੁੜਕੇ ਤੋਂ ਪੈਦਾ ਹੋਣ ਵਾਲੇ, ਇਹਨਾਂ ਵਿੱਚ ਇਸੇ ਪ੍ਰਕਾਰ ਮਿੱਟੀ ਚੋਂ ਪੈਦਾ ਹੋਣ ਵਾਲੇ ਗੰਡੋਏ ਇਤਿਆਦਿਕ ਜੋਕਾਂ, ਮਿੱਟੀ ਚੋਂ ਪਾਣੀ ਚੋਂ ਉਤਪਤੀ, ਇਹਨਾਂ ਦੇ ਵਿੱਚ ਵੀ ਹੱਡੀਆਂ ਨਹੀਂ ਹੁੰਦੀਆਂ। ਜਿਨ੍ਹਾਂ ਵਿੱਚ ਹੱਡੀਆਂ ਨਹੀਂ ਤਿਨਾਂ ਨੂੰ ਜੰਤ ਕਿਹਾ ਜਾਂਦਾ ਹੈ। ਤੇ ਹਜ਼ੂਰ ਜੀ ਫਰਮਾਉਂਦੇ ਨੇ ਉਹ ਹਰੀ ਅਕਾਲ ਪੁਰਖ ਵਾਹਿਗੁਰੂ ਸਾਰੇ ਹੀ ਜੀਵਾਂ ਦੀ ਤੇ ਜੰਤੂਆਂ ਦੀ ਆਪ ਹੀ ਪ੍ਰਤਪਾਲਣਾ ਕਰਦੇ ਹਨ ਜੀ। ਅਗਮ ਅਗੋਚਰ ਸਦਾ ਬੇਅੰਤਾ, ਉਹ ਪਰਮਾਤਮਾ ਜੀ ਅਗਮ ਹੈ, ਅਸੁੱਧ ਮਨ ਤੱਕ ਤਿਸ ਦੇ ਤਾਈਂ ਨਹੀਂ ਪਹੁੰਚਿਆ ਜਾਂਦਾ। ਹਿਰਦਾ ਸਾਫ਼ ਨਾ ਹੋਵੇ ਤੇ ਉਸ ਤੱਕ ਪਹੁੰਚ ਨਹੀਂ ਹੁੰਦੀ, ਸੋ ਕਹੀਏ ਅਗਮ। ਅਗੋਚਰ ਉਹ ਇੰਦਰੀਆਂ ਦਾ ਵਿਸ਼ਾ ਵੀ ਨਹੀਂ, ਪ੍ਰਤੱਖ ਚਮੜੇ ਦੀਆਂ ਅੱਖਾਂ ਦੀ ਨਜ਼ਰ ਉਸ ਤੱਕ ਨਹੀਂ ਪਹੁੰਚਦੀ, ਜ਼ੁਬਾਨ ਦੇ ਨਾਲ ਮਾਰੀ ਹੋਈ ਆਵਾਜ਼ ਵੀ ਉਸ ਤੱਕ ਨਹੀਂ ਪਹੁੰਚਦੀ, ਅਸੁੱਧ ਮਨ ਦੁਆਰਾ। ਸੱਚੇ ਹਿਰਦੇ ਵਾਲਾ ਤੇ ਹਿਰਦੇ ਦੇ ਅੰਦਰ ਵੀ ਯਾਦ ਕਰੇ ਤੇ ਹਜ਼ੂਰ ਫਰਮਾਉਂਦੇ ਨੇ ਹਾਥੀ ਕੀ ਚਿੰਗਾਰ ਪਲ ਪਾਛਾ ਪਹੁੰਚਤ ਤਾਹੇ, ਚੀਟੀ ਕੀ ਪੁਕਾਰ ਪਹਿਲੇ ਹੀ ਸੁਨੀਅਤ ਹੈ। ਕੀੜੀ ਨਿਰਬਲ ਹੈ ਨਾ, ਕਮਜ਼ੋਰ ਹੈ, ਕਿ ਤਾਕਤ ਵਾਲੇ ਦੀ ਪੁਕਾਰ ਤੇ ਭਾਵੇਂ ਪਲ ਪਿੱਛੋਂ ਪਹੁੰਚੇ ਪਰ ਕਮਜ਼ੋਰ ਦੀ ਆਵਾਜ਼ ਪਹਿਲਾਂ ਪਹੁੰਚਦੀ ਹੈ। ਪਰ ਜਿਸ ਦਾ ਹਿਰਦਾ ਅਸੁੱਧ ਹੈ, ਹਿਰਦਾ ਮੈਲਾ ਹੈ, ਮਨ ਕਰਕੇ ਵੀ ਪਹੁੰਚਣੀ ਤੇ ਇੰਦਰੀਆਂ ਦਾ ਵੀ ਉਹ ਵਿਸ਼ਾ ਨਹੀਂ। ਸੋ ਐਸਾ ਜਿਹੜਾ ਪ੍ਰਮਾਤਮਾ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਅਗਮ ਹੈ, ਅਗੋਚਰ ਹੈ, ਸਦਾ ਬੇਅੰਤਾ, ਸਦੀਵ ਕਾਲ ਤੋਂ ਬੇਅੰਤ ਹੀ ਬੇਅੰਤ ਹੈ। ਨੇਤ ਨੇਤ ਬਨ ਤ੍ਰਿਣ ਕਹਿਤ, ਜਿਸ ਨੂੰ ਦੇਵੀਆਂ, ਦੇਵਤੇ, ਸਵਰਗ ਲੋਕ ਦੇ ਦੇਵਤੇ, ਅਪਸਰਾ, ਇੱਥੋਂ ਤੱਕ ਜੰਗਲਾਂ ਦੇ ਕੱਖ ਵੀ ਬੇਅੰਤ 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 ਹੀ ਕਹਿੰਦੇ ਨੇ। ਵਾਹਿਗੁਰੂ ਜੀ ਦਾ ਅੰਤ ਪਾਉਣਾ ਕੀ ਹੈ? ਉਸ ਨੂੰ ਬੇਅੰਤ ਕਹਿਣਾ। ਵਾਹਿਗੁਰੂ ਤੂੰ ਬੇਅੰਤ ਹੈ, ਬੇਅੰਤ ਜਿਸ ਦਾ ਕੋਈ ਵੀ ਅੰਤ ਨਹੀਂ। ਨਾ ਗੁਣਾਂ ਦਾ ਅੰਤ, ਨਾ ਬਖਸ਼ਿਸ਼ਾਂ ਦਾ ਅੰਤ, ਨਾ ਨਾਮਾਂ ਦਾ ਅੰਤ, ਨਾ ਵਡਿਆਈਆਂ ਦਾ ਅੰਤ, ਨਾ ਦਾਤਾ ਦਾ ਅੰਤ, ਨਾ ਤਿਸ ਦੀ ਪ੍ਰਕਿਰਤੀ ਦਾ ਅੰਤ। ਕਿਸੇ ਪ੍ਰਕਾਰ ਅੰਤ ਆਉਂਦਾ ਹੀ ਨਹੀਂ, ਸਦਾ ਹੀ ਬੇਅੰਤ ਹੈ। ਵਾਹਿਗੁਰੂ ਬੇਅੰਤ ਬਖਸ਼ਿਸ਼ਾਂ ਦਾ ਦਾਤਾ, ਅਗਮ ਅਗੋਚਰ ਹੈ। ਸਿਮਰ ਮਨਾ ਪੂਰੇ ਗੁਰਮੰਤਾ, हे ਮੇਰਿਆ ਮਨਾ, ਐਸੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਸਿਮਰਨਾ ਕਰ। ਗਰੀਬ ਨਿਵਾਜ ਅਸੀਂ ਤੇ ਅਲਪਾਗਾ, ਸਾਨੂੰ ਸਿਮਰਨਾ ਹੀ ਨਹੀਂ ਆਉਂਦਾ। ਅਸੀਂ ਤਾਂ ਅਸੁੱਧ ਅੰਤਹ ਕਰਨ ਵਾਲੇ, ਅਸੁੱਧ ਮਨ ਵਾਲੇ ਆ, ਮੈਲੇ ਹਿਰਦੇ ਵਾਲੇ। ਉਹ ਅਗਮ ਅਗੋਚਰ ਹੈ। ਹੁਣ ਮੈਲੇ ਹਿਰਦੇ ਹੋਣੇ ਕਰਕੇ ਅਗਮ ਅਗੋਚਰ ਨੂੰ ਸਿਮਰੀਏ ਕਿਵੇਂ? ਤੇ ਹਜ਼ੂਰ ਫਰਮਾਵਣਾ ਕਰਦੇ ਨੇ ਗੁਰਮੰਤਾ, ਤੇਰਾ ਹਿਰਦਾ ਭਾਵੇਂ ਅਸੁੱਧ ਹੈ ਪਰ ਵਾਹਿਗੁਰੂ ਜੀ ਦਾ ਗੁਰਮੰਤਰ ਤੇ ਸ਼ੁੱਧ ਸਰੂਪ ਹੈ ਨਾ। ਭਾਵੇਂ ਤੇਰਾ ਹਿਰਦਾ ਮੈਲਾ ਹੈ ਪਰ ਵਾਹਿਗੁਰੂ ਜੀ ਦਾ ਨਾਮ ਤੇ ਮੈਲਾ ਨਹੀਂ ਨਾ। ਵਾਹਿਗੁਰੂ ਜੀ ਵੀ ਉਜਲ ਤੇ ਇਸ ਦਾ ਨਾਮ ਵੀ ਉਜਲ, ਤੇ ਬਰਕਤ ਐਸੀ ਉਹ ਮੈਲਿਆਂ ਨੂੰ ਉਜਲ ਕਰ ਦਿੰਦਾ ਹੈ। ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ, ਹਮ ਮੂਰਖ ਤੁਮ ਚਤੁਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ। ਮਾਧੋ ਹਮ ਐਸੇ ਔਗਣਿਆਰੇ, ਤੂੰ ਐਸਾ ਦਇਆ ਦਾ ਸਾਗਰ, ਮੈਲਿਆਂ ਨੂੰ ਉਜਲ ਕਰਨੇ ਵਾਲਾ ਹੈ।
ਗਰੀਬ ਨਿਵਾਜ ਫਰਮਾਉਂਦੇ ਨੇ ਪਿਆਰੇ, ਹੇ ਭਾਈ ਤਿਸ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਕਰ। ਮਹਾਰਾਜ ਕਿਵੇਂ ਕਰੀਏ, ਹਿਰਦਾ ਮੈਲਾ ਹੈ। ਤੇ ਫਰਮਾਉਂਦੇ ਨੇ ਉਜਲ ਨਾਮ ਦੁਆਰਾ ਕਰ। ਗੁਰਮੰਤਾ ਜੋ ਸਤਿਗੁਰੂ ਜੀ ਦਾ ਵਾਹਿਗੁਰੂ ਗੁਰਮੰਤਰ ਬੜਾ ਉਜਲ ਹੈ। ਮੁਖ ਦੇ ਨਾਲ ਕਹਿ ਦਈਏ ਮੁਖ ਪਵਿੱਤਰ ਹੋ ਜਾਂਦਾ ਹੈ, ਰਸਨਾ ਦੇ ਨਾਲ ਬੋਲ ਦਈਏ ਰਸਨਾ ਪਵਿੱਤਰ ਹੋ ਜਾਂਦੀ ਏ, ਹਿਰਦੇ ਵਿੱਚ ਯਾਦ ਕਰ ਲਈਏ ਹਿਰਦਾ ਪਵਿੱਤਰ ਹੋ ਜਾਂਦਾ ਹੈ। ਬੋਲ ਕੇ ਜਪੀਏ, ਸੁਣਨ ਵਾਲਾ ਵੀ ਪਵਿੱਤਰ ਤੇ ਕਹਿਣ ਵਾਲਾ ਪਵਿੱਤਰ, ਰੋਮ ਰੋਮ ਪਵਿੱਤਰ ਕਰ ਦਿੰਦਾ ਹੈ। ਕਿਸੇ ਵਸਤੂ ਤੇ ਵਾਹਿਗੁਰੂ ਕਹਿ ਕੇ ਨਿਗਾਹ ਵੀ ਪੈ ਜਾਵੇ ਤੇ ਉਹ ਵਸਤੂ ਵੀ ਪਵਿੱਤਰ ਹੋ ਜਾਂਦੀ। ਐਸਾ ਪਵਿੱਤਰ ਹੈ ਵਾਹਿਗੁਰੂ ਜੀ ਦਾ ਨਾਮ। ਸੋ ਹਜ਼ੂਰ ਫਰਮਾਉਂਦੇ ਨੇ ਪਿਆਰੇ, ਅਥਵਾ ਹੇ ਭਾਈ ਤਿਸ ਵਾਹਿਗੁਰੂ ਜੀ ਦੇ ਗੁਰ ਮੰਤਰ ਨੂੰ ਆਪਣੇ ਮਨ ਦੇ ਪਿਆਰ ਦੇ ਨਾਲ ਸਦਾ ਹੀ ਸਿਮਰਦਾ ਰਹੋ। ਜਿਹੜਾ ਮਨ ਦੀ ਮੈਲ ਕੱਟ ਕੇ ਨਿਰਮਲ ਉਜਲ ਕਰਨੇ ਵਾਲਾ ਹੈ, ਤੇਰਾ ਮਨ ਤੇ ਉਜਲ ਕਰੇਗਾ। ਯਾਦ ਰੱਖੀ ਤੇਰਾ ਮੁਖ ਵੀ ਉਜਲ ਕਰ ਦੇਵੇਗਾ। ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕਿਤੀ ਛੁੱਟੀ ਨਾਲ। ਕਿੰਨੀ ਲੁਕਾਈ ਉਹਨਾਂ ਨਾਲ ਹੋਰ ਛੁੱਟ ਜਾਂਦੀ ਹੈ। ਜਿੱਥੇ ਦਰਗਾਹ ਦੇ ਵਿੱਚ ਮੁਖ ਉਜਲ ਹੁੰਦੇ ਨੇ ਨਾ, ਦੁਨੀਆ ਦੇ ਵਿੱਚ ਵੀ ਇਹਨਾਂ ਦੀ ਵਡਿਆਈ ਹੁੰਦੀ, ਦੁਨੀਆ 'ਚ ਵੀ ਮੁਖ ਉਜਲ ਹੁੰਦੇ ਨੇ। ਤੇ ਪ੍ਰਤੱਖ ਵੀ ਨਾਮ ਰਸੀਆਂ ਦੇ ਹਿਰਦਿਆਂ ਦੇ ਉੱਪਰ ਚੜ੍ਹਦੇ ਸੂਰਜ ਵਰਗੀ ਲਾਲੀ ਹੁੰਦੀ ਹੈ। ਦਗ ਦਗ ਕਰਦੇ ਚਿਹਰੇ, ਲਾਲੀਆਂ ਟਪਕਦੀਆਂ ਨੇ, ਮੁਖ ਉਜਲ ਹੋ ਜਾਂਦਾ, ਸੋਹਣਾ ਹੋ ਜਾਂਦਾ। ਸੰਤਾਂ ਮਹਾਤਮਾ ਦੇ ਦਰਸ਼ਨ ਕਰਕੇ ਦੇਖ ਲਿਆ ਜੇ, ਜਿਹੜੇ ਕਮਾਈ ਵਾਲੇ ਨੇ। ਆਮ ਕਰਕੇ ਜਿਹੜੀ ਜਵਾਨੀ ਹੈ ਨਾ, ਜਵਾਨੀ ਇਹਨੂੰ ਜੋਬਨ ਦਾ ਚਿਰਾਗ ਕਿਹਾ ਜਾਂਦਾ ਹੈ। ਹੁਸਨ ਦਾ ਚਿਰਾਗ ਹੈ ਜਵਾਨੀ। ਜਿਵੇਂ ਜਿਵੇਂ ਜਵਾਨੀ ਢਲਦੀ ਹੈ, ਚਿਹਰੇ ਮੁਰਝਾਉਂਦੇ ਜਾਂਦੇ ਨੇ, ਵੱਟ ਪੈਂਦੇ ਜਾਂਦੇ ਨੇ। ਉਹ ਜਵਾਨੀ ਵਾਲੀ ਜੋਤ ਬੁਢਾਪੇ ਵਿੱਚ ਨਹੀਂ ਰਹਿੰਦੀ। ਪਰ ਕਦੇ ਸੰਤਾਂ ਮਹਾਂਪੁਰਖਾਂ ਦੇ ਮਹਾਤਮਾ ਦੇ ਦਰਸ਼ਨ ਕਰੋ, ਜਵਾਨੀ ਵੇਲੇ ਤੇ ਮੁਖ ਉਜਲ ਨੇ। ਜਿਵੇਂ ਜਿਵੇਂ ਅਵਸਥਾ ਢਲਦੀ ਏ, ਮੁਖ ਹੋਰ ਉਜਲ ਹੁੰਦੇ ਜਾਂਦੇ ਨੇ। ਉਹ ਕਮਾਈ ਡਲਕਾ ਮਾਰਦੀ ਏ ਚਿਹਰੇ ਤੋਂ, ਕਮਾਈ ਝਲਕਦੀ ਏ। ਹਜ਼ੂਰ ਫਰਮਾਉਂਦੇ ਨੇ ਇਹ ਮੈਲਿਆਂ ਨੂੰ ਉਜਲ ਕਰਨੇ ਵਾਲਾ ਨਾਮ ਹੈ। ਹਿਰਦੇ ਵੀ ਉਜਲ ਕਰ ਦਿੰਦਾ ਹੈ, ਮੁਖ ਵੀ ਉਜਲ ਕਰ ਦਿੰਦਾ ਹੈ, ਚਿਹਰੇ ਤੇ ਨੂਰ ਤੇਜ ਪ੍ਰਤਾਪ ਵੀ ਆ ਜਾਂਦਾ ਹੈ, ਦਰਗਾਹ ਦੇ ਅੰਦਰ ਵੀ ਮੁਖ ਉਜਲੇ ਕਰ ਦਿੰਦਾ ਹੈ। ਜਾਂ ਕੇ ਸੇਵਾ ਸਰਬ ਨਿਧਾਨ, ਜਿਸ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਨਾਮ ਬਾਣੀ ਸਿਮਰਨ ਕਰਨੇ ਰੂਪੀ ਸੇਵਾ ਹੀ ਜਗਿਆਸੂਆਂ ਵਾਸਤੇ ਸਾਰੇ ਸ਼ੁਭ ਗੁਣਾਂ ਦਾ ਖਜ਼ਾਨਾ ਹੈ। ਹਰ ਕੀ ਤੁਮ ਸੇਵਾ ਕਰੋ, ਦੂਜੀ ਸੇਵਾ ਕਰੋ ਨਾ ਕੋਈ ਜੀ। ਹਰ ਕੀ ਸੇਵਾ ਤੇ ਮਨ ਹੋ ਚਿੰਦਿਆ ਫਲ ਪਾਈਐ, ਦੂਜੀ ਸੇਵਾ ਜਨਮ ਬਿਰਥਾ ਜਾਏ ਜੀ। ਇਸ ਪ੍ਰਕਾਰ ਵਾਹਿਗੁਰੂ ਜੀ ਦੀ ਨਾਮ ਬਾਣੀ ਸਿਮਰਨ ਰੂਪੀ ਸੇਵਾ ਹੀ ਤਨਾਂ ਦਾ ਨਿਧਾਨਾ ਖਜ਼ਾਨਾ ਹੈ। ਪ੍ਰਭ ਕੇ ਪੂਜਾ ਪਾਈਐ ਮਾਨ, ਪਿਆਰਿਓ ਵਾਹਿਗੁਰੂ ਜੀ ਦੀ ਸਿਮਰਨ ਭਗਤੀ ਰੂਪੀ ਪੂਜਾ ਕਰਨੇ ਦੇ ਨਾਲ ਮਾਨ ਸਨਮਾਨ ਪ੍ਰਾਪਤ ਕਰੀਦਾ, ਲੋਕ ਦੇ ਅੰਦਰ ਵੀ ਤੇ ਪਰਲੋਕ ਦੇ ਅੰਦਰ ਵੀ। ਪਾਈਐ ਮਾਨ, ਜੋ ਮਾਨ ਸਨਮਾਨ ਯੋਗ ਹਰੀ ਅਕਾਲ ਪੁਰਖ ਵਾਹਿਗੁਰੂ ਹੈ, ਮਾਨ ਯੋਗ ਵਾਹਿਗੁਰੂ ਜੀ ਨੂੰ ਪ੍ਰਾਪਤ ਕਰ ਲਈਦਾ ਹੈ। ਜਾ ਕੇ ਟਹਿਲਾ ਨਾ ਬਿਰਥੇ ਜਾਏ, ਦੁਨੀਆ ਦੀਆਂ ਕੀਤੀਆਂ ਚਾਕਰੀਆਂ ਵਿਅਰਥ ਚਲੀਆਂ ਜਾਂਦੀਆਂ ਨੇ, ਜੀਵਨ ਵੀ ਨਿਸਫਲ ਕਰ ਦਿੰਦੀਆਂ ਨੇ, ਪਰ ਵਾਹਿਗੁਰੂ ਜੀ ਦੀ ਕੀਤੀ ਹੋਈ ਟਹਿਲ ਸੇਵਾ ਕਦੇ ਬਿਰਥੀ ਨਹੀਂ ਜਾਂਦੀ। ਰੱਬ ਘਾਲਿਆ ਕਿਸੈ ਕਾ ਇੱਕ ਤਿਲ ਨਾ ਗਵਾਈ, ਤਿਲ ਮਾਤਰ ਕੀਤੀ ਕਿਸੇ ਦੀ ਮੁਸ਼ੱਕਤ ਮਿਹਨਤ ਸਿਮਰਿਆ ਨਾਮ ਕੀਤੀ ਸੇਵਾ ਵਾਹਿਗੁਰੂ ਜੀ ਵਿਅਰਥ ਨਹੀਂ ਗਵਾਉਂਦੇ। ਇੱਕ ਖਿੰਨ ਨਹੀਂ ਭੰਨੈ ਘਾਲੈ, ਜੋ ਕਿਸੇ ਨੇ ਘਾਲ ਕਮਾਈ ਕਰ ਦਿੱਤੀ ਖਿੰਨ ਮਾਤਰ ਵੀ ਵਿਅਰਥ ਨਹੀਂ ਜਾਂਦੀ ਹੈ। ਜੋ ਵਾਹਿਗੁਰੂ ਜੀ ਦੀ ਕੀਤੀ ਹੋਈ ਟਹਿਲ ਸਦਾ ਸਫਲੀ ਹੈ ਤੇ ਜੀਵਨ ਸਫਲਾ ਕਰਨੇ ਵਾਲੀ ਹੈ। ਸਦਾ ਸਦਾ ਹਰ ਕੇ ਗੁਣ ਗਾਏ, ਸਦਾ ਤੋਂ ਸਥਿਰ ਰਹਿਣੇ ਵਾਲੇ ਸਦਾ ਸਰੂਪ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਏ ਗਾਇਨ ਕਰਨਾ ਕਰੋ। ਸਦਾ ਸਦਾ ਉੱਠਦਿਆਂ ਬੈਠਦਿਆਂ ਸੌਂਦਿਆਂ ਜਾਗਦਿਆਂ ਹਰ ਵੇਲੇ ਤਿਸ ਦੇ ਹੀ ਨਾਮ ਦੇ ਗੁਣਾਂ ਨੂੰ ਗਾਇਨ ਕਰਨਾ ਕਰੋ। ਸਦਾ ਸਦਾ ਹਰ ਕੇ ਗੁਣ ਗਾਏ, ਸਦਾ ਸਦਾ ਤੋਂ ਸੰਤਾਂ ਨੇ ਭਗਤ ਜਨਾਂ ਨੇ ਜਿਸ ਵਾਹਿਗੁਰੂ ਦੇ ਗੁਣਾਂ ਨੂੰ ਗਾਇਨ ਕੀਤਾ ਹੈ ਪਿਆਰਿਓ, ਜਦੋਂ ਤੱਕ ਸਵਾਸ ਚੱਲਦੇ ਨੇ ਸਦਾ ਸਦਾ ਤਿਸ ਦੇ ਗੁਣਾਂ ਨੂੰ ਹੀ ਗਾਇਨ ਕਰਨਾ ਕਰੋ। ਕਰ ਕਿਰਪਾ ਪ੍ਰਭ ਅੰਤਰ ਜਾਮੇ, ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਵਾਹਿਗੁਰੂ ਜੀ ਦਾ ਸਵਰੂਪ ਆਪ ਜੀ ਨੇ ਬੇਅੰਤ ਦਰਸਾਇਆ ਹੈ, ਗੁਣ ਵੀ ਬੇਅੰਤ ਦਰਸਾਏ ਨੇ, ਨਾਮ ਦੀ ਮਹਿਮਾ ਵੀ ਬੇਅੰਤ ਦਰਸਾਈ ਹੈ, ਪੂਰੇ ਸਤਿਗੁਰੂ ਜੀ ਦੀ ਵਡਿਆਈ ਵੀ ਬੇਅੰਤ ਦਰਸਾਈ ਹੈ। ਮਹਾਰਾਜ ਐਸੇ ਵੱਡੇ ਦੇ ਪਾਸੋਂ ਸਾਨੂੰ ਨਿੱਕਿਆਂ ਨੂੰ ਮੰਗਣਾ ਵੀ ਤੇ ਨਹੀਂ ਨਾ ਹੁੰਦਾ। ਵਾਹਿਗੁਰੂ ਜੀ ਦੇ ਪਾਸੋਂ ਇਹ ਨਾਮ ਦੀ ਦਾਤ, ਇਹ ਸਤਿਗੁਰੂ ਜੀ ਦੀ ਪ੍ਰਾਪਤੀ ਦੀ ਦਾਤ
ਸਿਮਰਨ ਕਰਨੇ ਦੀ ਦਾਤ ਮੰਗੀਏ ਕਿਵੇਂ, ਸਾਨੂੰ ਮੰਗਣੇ ਦੀ ਜਾਚ ਵੀ ਸਿਖਾ ਦਿਓ। ਹਾਂ ਤੇ ਅਸੀਂ ਭਿਖਾਰੀ, ਹਮ ਭੀਖਕ ਭਿਖਾਰੀ ਤੇਰੇ, ਪਰ ਸੱਚੇ ਪਾਤਸ਼ਾਹ ਭਿਖਾਰੀ ਵੀ ਐਸੇ ਅਲਪਾਗਾ, ਸਾਨੂੰ ਮੰਗਣਾ ਵੀ ਨਹੀਂ ਆਉਂਦਾ। ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਫਿਰ ਜਾਚ ਸਿਖਾਉਂਦੇ ਨੇ, ਪਿਆਰਿਓ ਇਵੇਂ ਅਰਜ਼ੋਈ ਕਰੋ ਕਰ ਕਿਰਪਾ ਪ੍ਰਭ ਅੰਤਰਜਾਮੀ। ਹੇ ਸ਼ੁੱਧ ਭੂਮਾ ਸਰੂਪ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਅੰਤਰਜਾਮੀ। ਅੰਤਰ ਤੋਂ ਭਾਵ ਅੰਦਰ ਹਿਰਦਾ, ਜਾਮੀ ਤੋਂ ਭਾਵ ਜਾਣਨ ਵਾਲਾ। ਹਿਰਦੇ ਦੇ ਜਾਣਨ ਵਾਲੇ ਪਰਮਾਤਮਾ ਵਾਹਿਗੁਰੂ ਜੀ ਆਪ ਜੀ ਤਰਸ ਕਰਕੇ ਸਾਡੇ ਉੱਪਰ ਕਿਰਪਾ ਕਰਨੀ ਕਰੋ। ਸੁਖ ਨਿਧਾਨ ਹਰ ਅਲਖ ਸੁਆਮੀ। ਆਪ ਜੀ ਸੁਖ ਨਿਧਾਨ, ਸੁੱਖਾਂ ਦਾ ਖਜ਼ਾਨਾ ਹੋ, ਸੁੱਖਾਂ ਦਾ ਸਾਗਰ ਸਰੂਪ ਹੋ। ਹਰੀ ਪ੍ਰਮਾਤਮਾ ਜੀ ਅਸ਼ੁੱਧ ਮਨ ਦੇ ਨਾਲ ਆਪ ਜੀ ਅਲਖ ਲਖੇ ਜਾਣੇ ਨਹੀਂ ਜਾਂਦੇ, ਪਰ ਸਾਰਿਆਂ ਦੇ ਸੁਆਮੀ ਹੋ, ਮਾਲਕ ਹੋ। ਚਾਹੇ ਚੰਗੇ ਜੀਵ ਨੇ, ਚਾਹੇ ਬੁਰੇ ਜੀਵ ਨੇ, ਭਾਵੇਂ ਕੋਈ ਗੁਰਮੁਖ ਹੈ, ਚਾਹੇ ਕੋਈ ਮਨਮੁਖ ਹੈ, ਕੋਈ ਬੇਮੁਖ ਹੈ, ਚਾਹੇ ਸਨਮੁਖ ਹੈ, ਪਾਪੀ ਹੈ ਜਾਂ ਪੁੰਨੀ ਹੈ, ਧਰਮੀ ਹੈ ਜਾਂ ਅਧਰਮੀ ਹੈ, ਕੁਕਰਮੀ ਹੈ ਜਾਂ ਸੁਕਰਮੀ ਹੈ, ਮਹਾਰਾਜ ਸਾਰਿਆਂ ਦੇ ਸੁਆਮੀ ਤੋਂ ਆਪ ਹੋ ਨਾ। ਸੋ ਐਸੇ ਸੁੱਖਾਂ ਦੇ ਖਜ਼ਾਨਾ, ਸਭਨਾ ਦੇ ਮਾਲਕ ਸਰੂਪ ਹਰੀ ਅਕਾਲ ਪੁਰਖ ਵਾਹਿਗੁਰੂ ਲਖੜੇ ਜਾਣੇ ਜਾਣ ਤੋਂ ਰਹਿਤ ਜੀਓ। ਜੰਤ ਤੇਰੇ ਸ਼ਰਨ ਆਏ। ਸਾਰੇ ਕਰੋੜਾਂ ਬ੍ਰਹਮੰਡਾਂ ਦੇ ਜਿਹੜੇ ਜੀਵ ਨੇ ਨਾ, ਇਹ ਆਪ ਜੀ ਦੀ ਸਰਣਾਈ, ਸ਼ਰਨ ਆਈ, ਸ਼ਰਨ ਦੇ ਵਿੱਚ ਆਏ ਨੇ। ਤੇ ਮਹਾਰਾਜ ਅਸੀਂ ਵੀ ਸਾਰੇ ਜੀਵਾਂ ਦੇ ਵਿੱਚ ਹੀ ਹੈ, ਸਾਰੇ ਜੀਵਾਂ ਦੇ ਸਹਿਤ ਅਸੀਂ ਵੀ ਆਪ ਦੀ ਸ਼ਰਨ ਹਾਂ। ਮਹਾਰਾਜ ਸ਼ਰਨ ਪਿਆਂ ਦੀ ਕਿਰਪਾਲਤਾ ਕਰਕੇ ਲੱਜਾ ਰੱਖ ਲਵੋ। ਨਾਨਕ ਨਾਮ ਮਿਲਾ ਵਡਿਆਏ। ਤੇ ਦਾਤ ਇਹ ਮੰਗਣੀ ਹੈ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ, ਕਿਰਪਾਲਤਾ ਕਰੋ ਸਾਨੂੰ ਆਪ ਜੀ ਦੇ ਨਾਮ ਦੀ ਵਡਿਆਈ ਮਿਲੇ। ਇਹ ਹਜ਼ੂਰ ਪਾਤਸ਼ਾਹ ਜੀ ਨੇ ਸਾਨੂੰ ਮੰਗਣ ਦੀ ਜਾਚ ਸਿਖਾਈ ਹੈ। ਆ ਕਰਕੇ ਸਤਿਗੁਰੂ ਜੀ ਦੇ ਪਾਸੋਂ ਬੇਨਤੀ ਕਰਨੀ, ਗਰੀਬ ਨਿਵਾਜ ਸਾਡੇ ਉੱਪਰ ਕਿਰਪਾ ਕਰੋ, ਨਾਨਕ ਨਾਮ ਮਿਲੈ ਵਡਿਆਈ। ਨਾ ਅਨਕ, ਜਿਸ ਪਰਮੇਸ਼ਰ ਦੇ ਵਿੱਚ ਅਨਕਤਾਈ ਨਹੀਂ ਹੈ, ਸਦਾ ਇੱਕ ਸਰੂਪ ਹੈ, ਤੈਸੇ ਹਰੀ ਪ੍ਰਮਾਤਮਾ ਜੀ ਦੇ ਨਾਮ ਜਪਣੇ ਦੀ ਵਡਿਆਈ, ਉਸ ਦੀ ਵਡਿਆਈ ਕਰਨੀ ਸਾਨੂੰ ਵੀ ਨਸੀਬ ਹੋਵੇ। ਜ਼ੁਬਾਨ ਦੇ ਨਾਲ ਬੋਲ ਕਰਕੇ ਉਸ ਦੀ ਵਡਿਆਈ ਕਰੀਏ, ਹਿਰਦੇ ਦੇ ਵਿੱਚ ਆਰਾਧ ਕਰਕੇ ਤਿਸ ਦੀ ਵਡਿਆਈ ਕਰੀਏ, ਸ਼ੁਭ ਗੁਣਾਂ ਨੂੰ ਉਚਾਰਨ ਕਰਕੇ ਅਥਵਾ ਗਾਇਨ ਕਰਕੇ ਵੀ ਤਿਸ ਦੀ ਵਡਿਆਈ ਹੀ ਗਾਇਨ ਕਰਨਾ ਕਰੀਏ। ਜਿਸ ਵੱਡੇ ਦੀਆਂ ਵਡਿਆਈਆਂ ਕਹਿਣ ਵਿੱਚ ਨਹੀਂ ਆਉਂਦੀਆਂ, ਵੱਡੇ ਕੀਆਂ ਵਡਿਆਈਆਂ ਕਿਛ ਕਹਿਣ ਨਾ ਜਾਈ, ਐਸੇ ਦਾਤੇ ਦੀ ਵਡਿਆਈ ਨੂੰ ਕਰਕੇ ਅਸੀਂ ਆਪਣੇ ਮਨੁੱਖਾ ਜਨਮ ਨੂੰ ਸਫਲੇ ਕਰ ਸਕੀਏ ਜੀ। ਇਸ ਪ੍ਰਕਾਰ ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਗੁਰਸਿੱਖਾਂ ਦੀ ਬੇਨਤੀ ਕਰਨੇ ਤੇ ਅੰਮ੍ਰਿਤਮਈ ਉਪਦੇਸ਼ ਬਖਸ਼ ਕਰਕੇ, ਵਿਕਾਰਾਂ ਤੋਂ ਛੁਡਾ ਕਰਕੇ, ਸ਼ੁਭ ਨਾਮ ਦੇ ਨਾਲ ਜੋੜਨਾ ਕੀਤਾ ਹੈ। ਸਤਿਗੁਰੂ ਜੀ ਦੀ ਵਡਿਆਈ, ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਬਖਸ਼ਿਸ਼ ਤੇ ਨਾਮ ਦੀ ਬਰਕਤ ਗਰੀਬ ਨਿਵਾਜ ਸਤਿਗੁਰੂ ਜੀ ਨੇ ਦ੍ਰਿੜ ਕਰਵਾਵਣਾ ਕੀਤੀ ਹੈ। ਸਤਿਗੁਰਾਂ ਦੇ ਪਾਵਨ ਉਪਦੇਸ਼ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਗੁਰਦੇਵ ਪਿਤਾ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਦਸੇ ਪਾਤਸ਼ਾਹੀਆਂ ਜੀ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਸਮੂਹ ਸੰਗਤ ਨੇ ਕਿਰਪਾਲਤਾ ਕਰਕੇ ਖਿਮਾ ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਕਰ ਕਿਰਪਾ ਪ੍ਰਭ ਅੰਤਰ ਜਾਮੇ। ਸੁਖ ਨਿਧਾਨ ਹਰ ਅਲਖ ਸੁਆਮੀ। ਜੀਅ ਜੰਤ ਤੇਰੀ ਸਰਣਾਈ। ਨਾਨਕ ਨਾਮ ਮਿਲੈ ਵਡਿਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।